अपने साए अपने पुत्रा एक ही करिया देख के कारा रब भी डरिया घर भी वंडिया दर भी वंडिया ठंडी मिठी छावी वंडी ऐसा कलयुग भी आना सी पुत्रा अपनी मावी वंडी पुत्रा अपनी मावी वंडी। ਵੀ ਮੰਚ ਵੱਲੋਂ ਤੇ ਮੇਰੇ ਵੱਲੋਂ ਯਾਨੀ ਡਾਕਟਰ ਇੰਦਰਜੀਤ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਆਨਲਾਈਨ ਇੰਟਰਨੈਸ਼ਨਲ ਪੰਜਾਬੀ ਥੀਏਟਰ ਫੈਸਟੀਵਲ ਦੇ 28ਵੇਂ ਦਿਨ ਵਿੱਚ ਆ ਗਏ। ਦੇਖੋ 28 ਦਿਨ ਸੁਣਨ ਨੂੰ ਬਹੁਤ ਲੱਗਦੇ ਨੇ, ਪਰ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਕਿੱਦਾਂ 28 ਦਿਨ ਲੰਘ ਗਏ। ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ 4 ਸੈਗਮੈਂਟ ਨੇ। ਪਹਿਲਾ ਸੈਗਮੈਂਟ ਹੈ ਸੁਨਹਿਰੀ ਬੋਲ, ਦੂਸਰਾ ਰੂਬਰੂ, ਤੀਸਰਾ ਪੇਸ਼ੇ ਨਜ਼ਰ, ਚੌਥਾ ਚਰਚਾ। ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਦੋ ਸ਼ਖਸੀਅਤਾਂ ਦੇ ਸੁਨਹਿਰੀ ਬੋਲ ਸੁਣਾਂਗੇ। ਪਹਿਲੀ ਸ਼ਖਸੀਅਤ ਨੇ ਜਿਨ੍ਹਾਂ ਨੇ ਆਪਣੇ ਲਿਖਤੀ ਰੂਪ ਦੇ ਵਿੱਚ ਸਾਡੇ ਕੋਲ ਆਪਣੇ ਬੋਲ ਭੇਜੇ ਨੇ, ਥੀਏਟਰ ਐਂਡ ਟੈਲੀਵਿਜ਼ਨ ਡਿਪਾਰਟਮੈਂਟ ਤੋਂ ਪਾਸ ਆਊਟ ਰਾਜਕੁਮਾਰ ਤੁਲੀ ਜੀ, ਜਿਨ੍ਹਾਂ ਨੇ ਆਪਣੀ ਜੌਬ ਰੇਡੀਓ ਸਟੇਸ਼ਨ ਆਕਾਸ਼ਵਾਣੀ ਜਲੰਧਰ ਰੇਡੀਓ ਸਟੇਸ਼ਨ ਜਲੰਧਰ ਤੋਂ ਸ਼ੁਰੂ ਕੀਤੀ ਤੇ ਹੁਣ ਸੇਵਾ ਮੁਕਤ ਹੋ ਗਏ ਨੇ। ਬਹੁਤ ਵਧੀਆ ਇਨਸਾਨ, ਬਹੁਤ ਅੱਛੇ ਰੰਗਕਰਮੀ ਰਾਜਕੁਮਾਰ ਤੁਲੀ ਜੀ। ਉਹਨਾਂ ਵੱਲੋਂ ਆਇਆ ਸੰਦੇਸ਼ ਅਸੀਂ ਪੜਾਂਗੇ। ਰੰਗ ਮੰਚ ਨੂੰ ਨਮਸਕਾਰ ਕਰਕੇ ਪਹਿਲਾਂ ਰੱਬ ਦਾ ਨਾਂ ਧਿਆਈਏ ਜੀ, ਸੂਤਰਧਾਰ ਜੋ ਸਾਰੇ ਸੰਸਾਰ ਦਾ ਏ, ਖੇਡ ਜੱਗ ਦੀ ਜਿਸ ਰਚਾਈ ਹੈ ਜੀ, ਹੋਣੀ ਟਲੀ ਨਾ ਰਾਜਿਆਂ ਰਾਣਿਆਂ ਤੋਂ, ਕਰਮਾ ਸੰਧੜਾ ਬੀਜੀਏ ਖਾਈਏ ਜੀ। ਦੁਨੀਆ ਭਰ ਦੇ ਰੰਗਕਰਮੀਆਂ ਨੂੰ ਮੇਰੇ ਵੱਲੋਂ ਜੈ ਹਿੰਦ, ਜੈ ਰੰਗਮੰਚ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ COVID-19 ਵਰਗੇ ਇਸ ਭਿਆਨਕ ਦੌਰ ਨੇ ਜਿੱਥੇ ਸਾਡੀ ਜ਼ਾਤੀ ਜ਼ਿੰਦਗੀ ਦੇ ਅਸਰ ਪਾਇਆ, ਉੱਥੇ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਤੇ ਵੀ ਰੋਕ ਲੱਗ ਗਈ ਹੈ। ਪਰ ਜਿੱਥੇ ਚਾਹ ਉੱਥੇ ਰਾਹ ਵਰਗੀ ਕਹਾਵਤ ਸਹੀ ਸਿੱਧ ਕਰਦਿਆਂ ਬੋਹੇਮੀਅਨਸ ਨੇ ਇੱਕ ਉਪਰਾਲਾ ਕਰਦਿਆਂ ਹੋਇਆ ਇੰਟਰਨੈਸ਼ਨਲ ਆਨਲਾਈਨ ਪੰਜਾਬੀ ਥੀਏਟਰ ਫੈਸਟੀਵਲ ਸ਼ੁਰੂ ਕੀਤਾ। ਪਹਿਲਾਂ ਇਹ ਫੈਸਟੀਵਲ 7 ਦਿਨ ਦਾ ਉਲੀਕਿਆ ਗਿਆ ਸੀ, ਪਰ ਦੁਨੀਆ ਭਰ ਚੋਂ ਰੰਗਕਰਮੀਆਂ ਤੇ ਰੰਗ ਟੋਲੀਆਂ ਨੇ ਐਸਾ ਹੁੰਗਾਰਾ ਦਿੱਤਾ ਕਿ ਪਿਛਲੇ 4 ਹਫ਼ਤਿਆਂ ਤੋਂ ਇਹ ਨਿਰਵਿਘਨ ਚੱਲ ਰਿਹਾ ਹੈ। ਬੋਹੇਮੀਅਨਸ ਟੀਮ ਨੇ ਸਾਡੇ ਸਾਰਿਆਂ ਦੇ ਸਾਂਝੇ ਵੱਡ ਵਡੇਰਿਆਂ ਦੇ ਕਥਨ ਮਸਟ ਸ਼ੋ ਗੋ ਆਨ ਨੂੰ ਸਾਰਥਕ ਕਰਦੇ ਹੋਇਆ ਰੰਗਮੰਚ ਦੀ ਦੁਨੀਆ 'ਚ ਇੱਕ ਮੀਲ ਪੱਥਰ ਗੱਡ ਦਿੱਤਾ ਹੈ। ਖੁਸ਼ੀ ਦੀ ਗੱਲ ਇਹ ਵੀ ਹੈ ਕਿ ਜਿੱਥੇ ਫੈਸਟੀਵਲ ਨਵੇਂ ਰੰਗਕਰਮੀਆਂ ਨੇ ਹਿੱਸਾ ਪਾਇਆ ਹੈ, ਉੱਥੇ ਸਾਡੇ ਉਸਤਾਦ ਲੋਕਾਂ ਨੇ ਵੀ ਆਪਣਾ ਬਣਦਾ ਯੋਗਦਾਨ ਦਿੱਤਾ ਹੈ। ਮੇਰੇ ਵੱਲੋਂ ਸਾਰੀ ਟੀਮ ਨੂੰ ਤੇ ਦੇਸ਼ ਵਿਦੇਸ਼ ਦੇ ਸਾਰੇ ਰੰਗਕਰਮੀਆਂ ਨੂੰ ਬਹੁਤ ਮੁਬਾਰਕ। ਇੱਕ ਗੱਲ ਹੋਰ, ਅਸੀਂ ਸਾਰੇ ਜਾਣਦੇ ਹਾਂ ਕਿ ਇਹ ਕੰਮ ਜਿੱਥੇ ਔਖਾ ਹੈ ਉੱਥੇ ਖਰਚੀਲਾ ਵੀ ਹੈ। ਮੈਂ ਆਪਣੇ ਵੱਲੋਂ ਬੋਹੇਮੀਅਨਸ ਲਈ ਕੁਝ ਮਾਇਆ ਦਾ ਯੋਗਦਾਨ ਪਾਉਂਦਾ ਹਾਂ ਤੇ ਗੁਜ਼ਾਰਿਸ਼ ਕਰਦਾ ਹਾਂ ਕਿ ਜੇ ਕੋਈ ਸੱਜਣ, ਦਰਸ਼ਕ, ਰੰਗਕਰਮੀ ਚਾਹੇ ਉਹ ਦੇਸ਼ 'ਚ ਨੇ ਜਾਂ ਵਿਦੇਸ਼ 'ਚ ਨੇ, ਬਣਦਾ ਯੋਗਦਾਨ ਪਾ ਸਕਦੇ ਹੋਣ ਤਾਂ ਜ਼ਰੂਰ ਪਾਏ। ਆਪ ਜੀ ਦਾ ਆਪਣਾ ਰਾਜਕੁਮਾਰ ਤੁਲੀ, ਕਲਾਕਾਰ। ਬਹੁਤ ਸ਼ੁਕਰੀਆ ਭਾਜੀ। ਇਹ ਰੰਗ ਮੰਚ ਦੇ ਬਹੁਤ ਮੰਝੇ ਹੋਏ ਆਰਟਿਸਟ ਨੇ ਤੇ ਰੰਗਮੰਚ ਦੇ ਨਾਲ ਮੀਡੀਆ ਨਾਲ ਜੁੜੇ ਰਹੇ ਨੇ। ਸਾਨੂੰ ਬਹੁਤ ਚੰਗਾ ਲੱਗਿਆ ਤੁਹਾਡੇ ਵਿਚਾਰ ਸੁਣ ਕੇ। ਦੂਸਰੇ ਸੁਨਹਿਰੀ ਬੋਲ ਜੋ ਸਾਨੂੰ ਸਾਡੇ ਬਹੁਤ ਪੁਰਾਣੇ ਆਰਟਿਸਟ, ਕਾਮੇਡੀਅਨ ਆਰਟਿਸਟ, ਜਿਨ੍ਹਾਂ ਨੂੰ ਤੁਸੀਂ ਬੜੇ ਬਾਖੂਬੀ ਜਾਣਦੇ ਹੋ, ਮੇਰੀ ਮੁਰਾਦ ਡਾਕਟਰ ਸੁਰਿੰਦਰ ਸ਼ਰਮਾ ਜੀ ਤੋਂ ਹੈ, ਚੰਡੀਗੜ੍ਹ ਦੇ ਨੇ। ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਉਹਨਾਂ ਨੂੰ ਫੈਸਟੀਵਲਾਂ 'ਚ ਦੇਖਦੇ ਸੀ ਐਜ਼ ਏ ਜੱਜ। ਉਹ ਤਾਂ ਬੜੀ ਵੱਡੀ ਚੀਜ਼ ਲੱਗਦੀ ਸੀ, ਪਤਾ ਨਹੀਂ ਕੀ ਨੇ, ਕਿੱਦਾਂ ਨੇ, ਹੈ ਵੀ ਵੱਡੀ ਚੀਜ਼ ਨੇ। ਤੁਸੀਂ ਦੇਖੋ ਕੈਮਿਸਟਰੀ ਦੇ ਲੈਕਚਰਰ ਹੋਣ, ਕੈਮਿਸਟਰੀ ਦੇ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ ਤੇ ਕਾਮੇਡੀ ਕਰਦੇ, ਕਿਆ ਬਾਤ ਹੈ। ਉਹਨਾਂ ਦਾ ਕਲਾਕਾਰੀ ਦਾ ਜੀਵਨ ਜਾਂ ਥੀਏਟਰ ਨਾਲ ਜਿਹੜਾ ਜੁੜਨਾ ਹੈ, ਬੜੀ ਛੋਟੀ 1960-65 ਦੇ ਵਿੱਚ ਸ਼ੁਰੂ ਕੀਤਾ ਉਹਨਾਂ ਨੇ ਗੁਸ਼ਨ ਭਾਜੀ ਹੋਰਾਂ ਨਾਲ, ਤੇ ਕਰਦੇ ਪੰਜਾਬੀ ਫਿਲਮਾਂ ਵਿੱਚ ਆਏ। ਪੰਜਾਬੀ ਫਿਲਮਾਂ ਬੜੀਆਂ ਕੀਤੀਆਂ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹ ਕਿੱਦਾਂ ਦੇ ਕਾਮੇਡੀਅਨ ਨੇ ਤੇ ਸਾਨੂੰ ਇੱਕ ਜ਼ਿੰਦਗੀ 'ਚ ਕਿੰਨਾ ਰਿਲੀਫ ਦਿੰਦੇ ਨੇ। ਉਸ ਸ਼ਖਸੀਅਤ ਨੇ ਨੰਬਰਦਾਰ ਨੇ, ਬਦਲਾ ਜੱਟੀ ਦਾ, ਧਿਆਨੂ ਭਗਤ ਤੇ ਹੋਰ ਬਹੁਤ ਸਾਰੀਆਂ ਫਿਲਮਾਂ ਦਿੱਤੀਆਂ ਪੰਜਾਬੀ ਥੀਏਟਰ, ਪੰਜਾਬੀ ਫਿਲਮ ਇੰਡਸਟਰੀ ਨੂੰ। ਇੱਕ ਹੋਰ ਬੜੀ ਖੂਬਸੂਰਤ ਮੈਨੂੰ ਗੱਲ ਲੱਗੀ, ਉਹਨਾਂ ਨੇ ਦੱਸਿਆ ਕਿ ਜਦੋਂ ਉਹ ਬੰਬੇ ਦੇ ਵਿੱਚ ਵਿਸਾਖੀ ਫੈਸਟੀਵਲ ਹੁੰਦਾ, ਉਹਦੇ 5-6 ਸਾਲ ਲਗਾਤਾਰ ਐਂਕਰਿੰਗ ਕਰਦੇ ਰਹੇ। ਅੱਜ ਅਸੀਂ ਉਸ ਮਹਾਨ ਸ਼ਖਸੀਅਤ ਦੇ
ਸੁਨਹਿਰੀ ਬੋਲ ਸੁਣਾਂਗੇ ਤੇ ਸੁਣਦੇ ਹਾਂ ਕੀ ਕਹਿੰਦੇ ਨੇ ਡਾਕਟਰ ਸੁਰਿੰਦਰ ਸ਼ਰਮਾ ਜੀ। ਇਹ ਕਿੱਦਾਂ ਦੀ ਮਜਬੂਰੀ ਹੈ, ਕੋਲ ਖਲੋਤੇ हैं पर दूरी है। ਇਹ ਜਿਹੜੇ ਹਾਲਾਤ ਨੇ, ਇਹ ਜਿਹੜਾ ਮਾਹੌਲ ਹੈ, ਅਸੀਂ ਤਾਂ ਆਪਣੀ ਜ਼ਿੰਦਗੀ 'ਚ ਨਹੀਂ ਵੇਖਿਆ, ਕਦੀ ਵੀ ਆਪਣੀ ਹੋਸ਼ 'ਚ ਨਹੀਂ ਵੇਖਿਆ। ਵੇਖਣਾ ਤਾਂ ਪਾਸੇ ਰਹਿ ਗਿਆ, ਕਦੀ ਸੁਪਨੇ 'ਚ ਨਹੀਂ ਸੀ ਸੋਚਿਆ ਕਿ ਇਸ ਤਰ੍ਹਾਂ ਦੇ ਹਾਲਾਤ ਵੀ ਕਦੀ ਹੋਣਗੇ। ਹਰ ਸ਼ਖਸ ਕਿਸੇ ਨਾ ਕਿਸੇ ਸ਼ਕਲ ਵਿੱਚ ਪਰੇਸ਼ਾਨ ਹੈ, ਉਹਨਾਂ 'ਚੋਂ ਮੈਂ ਵੀ ਹਾਂ ਇੱਕ। ਮੈਂ ਬੈਠਾ ਸੀ, ਮੈਨੂੰ ਫੋਨ ਆਇਆ ਗੁਰਵਿੰਦਰ ਦਾ, ਭਾਜੀ ਕੀ ਹਾਲ ਹੈ? ਮੈਂ ਕਿਹਾ ਠੀਕ ਹੈ ਭਾਈ। ਕਹਿੰਦਾ ਜੀ ਅਸੀਂ ਫੈਸਟੀਵਲ ਕਰ ਰਹੇ ਹਾਂ। ਮੈਂ ਕਿਹਾ ਅੱਛਾ ਮਜ਼ਾਕ ਹੈ ਭਾਈ। ਕਹਿੰਦਾ ਜੀ ਆਨਲਾਈਨ ਅਸੀਂ ਇਹ ਫੈਸਟੀਵਲ ਕਰ ਰਹੇ ਹਾਂ ਤੇ ਅਸੀਂ ਉਹਦਾ ਨਾਮ ਰੱਖਿਆ ਫਸਟ ਇੰਟਰਨੈਸ਼ਨਲ ਆਨਲਾਈਨ ਪੰਜਾਬੀ ਥੀਏਟਰ ਫੈਸਟੀਵਲ। ਮੈਂ ਕਿਹਾ ਯਾਰ ਬਹੁਤ ਵਧੀਆ ਲੱਗਿਆ। ਮੈਂ ਤਾਂ ਆਪਣੀ ਲਾਈਫ ਦੇ ਵਿੱਚ ਬੜੇ ਰਾਸ਼ਟਰੀ ਅੰਤਰਰਾਸ਼ਟਰੀ ਫੈਸਟੀਵਲ ਕਰਾਏ, ਵੇਖੇ, ਗਏ ਵੀ, ਪਰ ਇਹ ਆਨਲਾਈਨ ਫੈਸਟੀਵਲ ਪਹਿਲੀ ਵਾਰ ਹੀ ਹੈ। ਇਹ ਆਪਣੇ ਟਾਈਪ ਦਾ ਹੈ, ਯੂਨੀਕ, ਹਟ ਕੇ, ਰਚਨਾਤਮਕ ਔਰ ਵਧੀਆ ਔਰ ਚੰਗਾ, ਔਰ ਇਹਦੀ ਅੱਜ ਲੋੜ ਵੀ ਬਹੁਤ ਹੈ। ਇਹਦੇ ਨਾਲ ਅਸੀਂ ਸਾਰੇ ਕਲਾਕਾਰ ਇੱਕ ਦੂਜੇ ਨਾਲ ਜੁੜੇ ਰਹਾਂਗੇ, ਹੋਰ ਲੋਕ ਵੀ ਸਾਡੇ ਨਾਲ ਜੁੜਨਗੇ, ਜਿਹਦੇ ਨਾਲ ਤਣਾਅ ਸਾਡਾ ਘਟੇਗਾ ਅੱਜ ਦੇ ਹਾਲਾਤਾਂ ਦੇ ਹਿਸਾਬ ਦੇ ਨਾਲ। ਤੇ ਬਹੁਤ ਵਧੀਆ ਤੁਸੀਂ ਉਪਰਾਲਾ ਕਰ ਰਹੇ ਹੋ, ਬਹੁਤ ਵਧੀਆ ਗੱਲ ਹੈ ਔਰ ਮੈਨੂੰ ਬਹੁਤ ਅੱਛਾ ਲੱਗਿਆ। ਇਹਦੇ ਵਾਸਤੇ ਮੈਂ ਤੁਹਾਨੂੰ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਤੇ ਆਪਣਾ ਆਸ਼ੀਰਵਾਦ ਦੇਣਾ। ਪਰਮਾਤਮਾ ਕਰੇ ਤੋੜ ਚੜ੍ਹੇ ਤੇ ਅਸੀਂ ਸਾਰੇ ਮਿਲ ਜੁਲ ਕੇ ਕੰਮ ਕਰਦੇ ਰਹੀਏ। ਸ਼ੁਕਰੀਆ ਸੁਰਿੰਦਰ ਸ਼ਰਮਾ ਜੀ। ਸਾਡੇ ਨਾਲ ਫੇਸਬੁੱਕ ਸਾਥੀ ਜਿਹੜੇ ਸਾਨੂੰ ਰੋਜ਼ਾਨਾ ਦੇਖਦੇ ਨੇ, ਸੁਣਦੇ ਨੇ, ਸਾਡੇ ਨਾਲ ਜੁੜ ਚੁੱਕੇ ਨੇ। ਚੰਦਰਾਵੀਰ ਜੀ ਮੰਚ ਮੁਬਾਰਕਬਾਦ ਕਹਿ ਰਹੇ ਨੇ, ਬਲਜਿੰਦਰ ਸਿੰਘ ਜੀ, ਦਵਿੰਦਰ ਕੁਮਾਰ, ਹਰਮੀਤ ਸਿੰਘ, ਲਖਵਿੰਦਰ ਸੱਗੂ, ਅਨੀਤਾ ਸਬਦੀਸ਼, ਸ਼੍ਰੇਸ਼ ਮਹਿਤਾ ਜੀ, ਸਹਿਰਾਬ ਸਿੰਘ, ਬਲਬੀਰ ਬੱਲੀ, ਕੁਮਾਰ ਪਵਨ ਦੀ। ਧੰਨਵਾਦ ਦੋਸਤੋ, ਏਦਾਂ ਹੀ ਜੁੜਦੇ ਰਹੋ ਸਾਡੇ ਨਾਲ। ਸਾਡਾ ਅਗਲਾ ਸੈਗਮੈਂਟ ਰੂਬਰੂ, ਜਿਹੜਾ ਕਿ ਸਾਡੇ ਲਈ ਬਹੁਤ ਇੰਪੋਰਟੈਂਟ ਹੈ। ਇੰਪੋਰਟੈਂਟ ਤਾਂ ਦੋਸਤੋ ਸਾਰੇ ਹੀ ਨੇ, ਪਰ ਫਿਰ ਵੀ ਇਸ ਜਿਹੜਾ ਸੈਗਮੈਂਟ ਹੈ ਇਹਦੇ ਵਿੱਚ ਅਸੀਂ ਉਹਨਾਂ ਪਰਸਨੈਲਿਟੀਜ਼ ਨਾਲ ਗੱਲਬਾਤ ਕਰਦੇ ਹਾਂ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਕਰ ਰਹੇ ਨੇ ਤੇ ਕਰਦੇ ਰਹਿਣਾ ਤੇ ਕਰਦੇ ਆ ਰਹੇ ਨੇ। ਅੱਜ ਇਸ ਸ਼ਖਸੀਅਤ ਨੂੰ ਮਿਲਾਉਣ ਜਾ ਰਹੇ ਹਾਂ, ਉਹ ਵੀ ਕਿਸੇ ਜਾਣ ਪਹਿਚਾਣ ਦੀ ਮੁਹਤਾਜ ਨਹੀਂ। ਯੂਪੀ 'ਚ ਜਨਮ ਲਿਆ, ਦਿੱਲੀ 'ਚ ਜੰਮੇ ਪਲੇ, ਉੱਥੇ ਪੜ੍ਹਾਈ ਕੀਤੀ, ਉੱਥੇ ਹੀ ਪੜ੍ਹਾਇਆ। ਮੈਂ ਬਹੁਤੀਆਂ ਗੱਲਾਂ ਨਹੀਂ ਕਰੂੰਗੀ, ਆਪਾਂ ਮਿਲਦੇ ਹਾਂ ਸਰਦਾਰ ਕੁਲਜੀਤ ਸਿੰਘ ਹੋਰਾਂ ਨੂੰ, ਜਿਹੜੇ ਦਿੱਲੀ 'ਚ ਰਹਿ ਕੇ ਪੰਜਾਬੀ ਥੀਏਟਰ ਦੀ, ਫਿਲਮ ਇੰਡਸਟਰੀ ਦੀ ਤੇ ਹੋਰ ਪਤਾ ਨਹੀਂ ਕੀ ਕੁਛ ਕੀਤਾ ਉਹਨਾਂ ਨੇ। ਆਪਾਂ ਉਹਨਾਂ ਦੇ ਮੂੰਹ ਸੁਣਦੇ ਹਾਂ। ਵੈਲਕਮ ਸਰ, ਤੁਹਾਡਾ ਜੀ ਆਇਆਂ ਨੂੰ। ਕੁਲਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੋਰ ਸਰ ਠੀਕ ਠਾਕ ਹੋ? ਹਾਂਜੀ ਠੀਕ ਹੈ ਜੀ। ਭਾਜੀ ਤੁਸੀਂ ਇਹ ਦੱਸੋ ਵੀ ਤੁਸੀਂ ਕਿੱਦਾਂ ਦਿੱਲੀ 'ਚ ਰਹਿ ਕੇ ਕਿੱਦਾਂ ਪੰਜਾਬੀ ਥੀਏਟਰ ਦੇ ਵਿੱਚ ਆਏ ਤੇ ਤੁਹਾਨੂੰ ਕਿਵੇਂ ਮਤਲਬ ਇਹ ਚੇਟਕ ਲੱਗੀ ਕਿ ਮੈਂ ਪੰਜਾਬੀ ਥੀਏਟਰ ਜਾਂ ਪੰਜਾਬੀ ਥੀਏਟਰ ਕਹਿ ਲਓ, ਜਾਂ ਤੁਸੀਂ ਥੀਏਟਰ ਤੇ ਪੈਰ ਕਿੱਦਾਂ ਪਾਇਆ? ਥੋੜੀ ਬਰੀਫ ਜੀ ਸਾਨੂੰ ਬੈਕਗ੍ਰਾਉਂਡ ਜ਼ਰੂਰ ਦੱਸੋ। ਮੇਰਾ ਪਾਰਿਵਾਰਿਕ ਬੈਕਗ੍ਰਾਉਂਡ ਕੋਈ ਹੈਗਾ ਨਹੀਂ ਥੀਏਟਰ ਦਾ, ਮਤਲਬ ਥੀਏਟਰ ਹੀ ਕਿਉਂ, ਆਰਟ ਨਾਲ ਕੋਈ ਸਾਡਾ ਕੋਈ ਸਾਂਝ ਪਰਿਵਾਰ ਦੀ ਇਸ ਕਿਸਮ ਦੀ ਫਾਰਮਲ ਨਹੀਂ ਰਹੀ। ਘਰ ਦੇ ਅੰਦਰ ਵੀ ਆਰਟ ਨੂੰ ਜਾਂ ਕਲਾ ਨੂੰ ਕਿਸੇ ਦੇ ਥਰੂ ਨਹੀਂ ਲਿਆ। ਮੈਂ 12ਵੀਂ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਪੜ੍ਹਨ ਗਿਆ ਤੇ ਉੱਥੇ ਇੰਗਲਿਸ਼ ਲਿਟਰੇਚਰ ਵਿੱਚ ਮੈਂ ਆਨਰਸ ਕੋਰਸ ਕਰਦਾ ਸੀ ਦਿੱਲੀ ਯੂਨੀਵਰਸਿਟੀ ਦੇ ਖਾਲਸਾ ਕਾਲਜ ਵਿੱਚ। ਤੇ ਜਦੋਂ ਪੜ੍ਹਾਈ ਕਰ ਰਹੇ ਸੀ ਤੇ ਫਸਟ ਈਅਰ ਸਾਡੇ ਇੱਕ ਟੀਚਰ ਸਨ, ਉਹਨਾਂ ਕਿਹਾ ਕਿ ਤੁਸੀਂ ਉੱਥੋਂ ਦੀ ਜੋ ਕਾਲਜ ਦੀ ਡਰਾਮਾ ਸੁਸਾਇਟੀ ਹੈ ਉਹਦਾ ਹਿੱਸਾ ਬਣੋ। ਤੇ ਉਹ ਪਹਿਲਾ ਟਾਈਮ ਸੀ ਜਦੋਂ ਮੈਂ ਇੱਕ ਡਰਾਮਾ ਸੁਸਾਇਟੀ ਨਾਲ ਫਾਰਮਲੀ ਜੁੜਿਆ।
ਤੇ ਫਰਸਟ ਈਅਰ ਵਿੱਚ ਪ੍ਰੋਡਕਸ਼ਨ ਕੀਤੀ, ਐਕਟਰਸ ਨੂੰ ਚਾਹ ਪਾਣੀ ਪਿਲਾਇਆ, ਖਾਣਾ ਪੀਣੇ ਦਾ ਅਰੇਂਜਮੈਂਟ ਕੀਤਾ। ਬਿਲਕੁਲ ਬਿਲਕੁਲ, ਸਟਾਰਟਿੰਗ ਸੈਕੰਡ ਇਦਾਂ ਹੀ ਈਅਰ, ਹੁੰਦੀ ਹੈ। ਹਾਂਜੀ ਹਾਂਜੀ ਹਾਂਜੀ, ਸੈਕੰਡ ਈਅਰ ਵਿੱਚ ਫਿਰ ਪਤਾ ਨਹੀਂ ਉਹਨਾਂ ਮੇਰੇ ਟੀਚਰਾਂ ਨੂੰ ਲੱਗਿਆ ਕਿ ਮੈਂ ਕਾਫੀ ਜ਼ਿੰਮੇਵਾਰੀ ਨਾਲ ਕੰਮ ਕਰਦਾ। ਹਾਂ ਮੈਨੂੰ ਉਹਨਾਂ ਇੱਕ ਜੋ ਕਾਲਜ ਸਟੂਡੈਂਟ ਸੁਸਾਇਟੀ ਹੁੰਦੀ ਹੈ ਉਹਦਾ ਇੱਕ ਪ੍ਰਧਾਨ ਬਣਾ ਦਿੱਤਾ ਕਿ ਤੁਸੀਂ ਹੁਣ ਥੋੜਾ ਬਹੁਤ ਇਹਦਾ ਕੰਮ ਕਰੋ। ਉਹ ਫਿਰ ਓਕੇ ਜ਼ਿੰਮੇਵਾਰੀ ਜਦੋਂ ਪਈ ਤੇ ਸ਼ਾਇਦ ਉਹ ਪਰਿਵਾਰ ਤੋਂ ਲੈ ਕੇ ਆਏ ਸੀ ਕਿ ਜਦੋਂ ਕੁਝ ਜ਼ਿੰਮੇਵਾਰੀ ਆ ਜਾਏ ਤੇ ਉਹਨੂੰ ਨਿਭਾਉਣਾ ਚਾਹੀਦਾ ਹੈ। ਨਿਭਾਉਣਾ ਜ਼ਰੂਰ, ਬਿਲਕੁਲ ਠੀਕ ਕਹਿ ਰਹੇ ਹਾਂ। ਓਨੈਸਟਲੀ ਸ਼ਰਾਫਤ ਨਾਲ ਨਿਭਾਈ। ਇਹ ਨਹੀਂ ਨਹੀਂ ਇੱਕ ਪਤਾ ਸੀ ਮਿੰਟ, ਕਿ ਮੈਂ ਜੀ ਸੌਰੀ ਮੈਂ ਤੁਹਾਨੂੰ ਵਿੱਚ ਟੋਕ ਰਹੀ ਹਾਂ। ਜੀ ਜਦੋਂ ਤੁਸੀਂ ਉਹ ਜ਼ਿੰਮੇਵਾਰੀ ਲਈ, ਤੁਹਾਡੀ ਜੀ ਫੈਮਿਲੀ ਬੈਕਗ੍ਰਾਉਂਡ ਥੀਏਟਰ ਦੀ ਨਹੀਂ ਸੀ, ਤੇ ਹਾਂਜੀ ਪੇਰੈਂਟਸ ਦਾ ਕੀ ਰਿਐਕਸ਼ਨ ਸੀ? ਉਹ ਬੜਾ ਇੰਟਰਸਟਿੰਗ ਹੁੰਦਾ ਉਸ ਉਮਰ ਦੇ ਵਿੱਚ, ਕਿਉਂਕਿ ਉਹ ਜਵਾਨੀ ਦਾ ਇੱਕ ਸਾਡਾ ਫੇਜ਼ ਹੁੰਦਾ, ਤੇ ਉਦੋਂ ਕੀ ਪੇਰੈਂਟਸ ਨੂੰ ਪਤਾ ਹੀ ਆਪਾਂ ਨੂੰ ਗਾਲਾਂ ਹੀ ਮਿਲਦੀਆਂ ਹੁੰਦੀਆਂ ਜਦੋਂ ਇਦਾਂ ਦਾ ਕੋਈ ਮਤਲਬ ਨਾ ਹੋਵੇ ਇਨਸਾਨ ਉਸ ਘਰ ਦੇ ਵਿੱਚ। ਉਹ ਸਾਨੂੰ ਦੱਸੋ ਤੁਸੀਂ ਕਿੱਦਾਂ ਦੇ? ਮੈਂ ਮਿਡਲ ਕਲਾਸ ਪੰਜਾਬੀ ਫੈਮਿਲੀ ਹਾਂ ਜਿਵੇਂ ਜਿਹੇ ਰਿਐਕਸ਼ਨ ਹੁੰਦੇ ਨੇ ਉਵੇਂ ਜਿਹੇ ਰਿਐਕਸ਼ਨ ਸਨ। ਉਹਨਾਂ ਨੂੰ ਲੱਗਦਾ ਸੀ ਮੈਂ ਬਹੁਤ ਸਮਾਂ ਆਪਣਾ ਜ਼ਾਇਆ ਕਰ ਰਿਹਾ, ਮੈਂ ਪਤਾ ਨਹੀਂ ਕਿਹਨਾਂ ਕੰਮਾਂ 'ਚ ਲੱਗ ਗਿਆ। ਉਹ ਕਹਿੰਦੇ ਤੂੰ ਪੜ੍ਹਾਈ ਕਰ, 2-3 ਵਜੇ ਤੇਰੀ ਕਲਾਸਾਂ ਖਤਮ ਹੋ ਜਾਂਦੀਆਂ, ਘਰ ਆ ਕੇ ਜੋ ਹਾਂ ਪੜ੍ਹਨਾ ਤੇ ਅੱਗੇ ਕੁਝ ਕੀ ਕਰਨਾ ਉਹਦੇ। ਬਿਲਕੁਲ ਮੇਰਾ ਸ਼ੈਡਿਊਲ ਹੁੰਦਾ ਸੀ ਕਿ 3 ਵਜੇ ਤੇ ਕਲਾਸਾਂ ਮੁੱਕਣੀਆਂ, ਉਹਦੇ ਬਾਅਦ 8 ਹਾਂ ਵਜੇ ਤੱਕ ਰਿਹਰਸਲ ਹੋਣੀ, ਔਰ ਹਾਂ ਰਿਹਰਸਲ ਦੇ ਨਾਲ ਕਦੇ ਕਾਲਜ ਦਾ ਕੋਈ ਅਸੀਂ ਸਾਰੇ ਲੋਕ ਨਾਟਕ ਦੇਖਣ ਜਾਂਦੇ। ਦਿੱਲੀ ਦੇ ਅੰਦਰ ਨੈਸ਼ਨਲ ਸਕੂਲ ਆਫ ਡਰਾਮਾ ਹੈ, ਉੱਥੇ ਅਸੀਂ ਚਲੇ ਜਾਂਦੇ, ਸ਼ਾਮਾਂ ਨਾਲੇ ਸਾਡੀਆਂ ਦਿੱਲੀ, ਐਵੇਂ ਬੀਤੀਆਂ ਦਿੱਲੀ ਦੇ ਹੁੰਦੀਆਂ। ਵਿੱਚ ਬਹੁਤ ਵੱਡਾ ਪਲੇਟਫਾਰਮ ਹੈ ਥੀਏਟਰ, ਐਨਐਸਡੀ ਹੋਣ ਕਰਕੇ, ਹਾਂਜੀ ਕਿਉਂਕਿ ਹਾਂਜੀ ਉੱਥੇ ਹਾਂਜੀ ਚਰਨ ਸਿੱਧੂ ਵਗੈਰਾ ਸਾਰੇ ਬਹੁਤ ਵੱਡੇ ਵੱਡੇ ਸ਼ਖਸੀਅਤਾਂ ਹਾਂਜੀ ਹੋਈਆਂ ਨੇ। ਹਾਂਜੀ ਹਾਂਜੀ। ਤੇ ਦਿੱਲੀ ਵਿੱਚ ਐਨਐਸਡੀ ਤੋਂ ਇਲਾਵਾ ਕੈਂਪਸ ਦਾ ਵੀ ਨਾ, ਜੋ ਦਿੱਲੀ ਯੂਨੀਵਰਸਿਟੀ ਦਾ ਕੈਂਪਸ ਥੀਏਟਰ ਹੈ, ਉਹ ਬਹੁਤ ਬ੍ਰਿਮ ਕਰਦਾ ਸੀ, ਬਹੁਤ ਚੰਗਾ ਓਕੇ ਚੱਲਦਾ ਸੀ ਜੀ। ਹਰ ਹਫਤੇ 'ਚ ਜਾਂ 15 ਦਿਨ ਹੀ ਕਿੱਥੇ ਨਾ ਕਿਤੇ ਕੋਈ ਨਾ ਕੋਈ ਨਵਾਂ ਨਾਟਕ ਲੱਗ ਰਿਹਾ ਹੈ। ਅਸੀਂ ਸਟੂਡੈਂਟ ਕਮਿਊਨਿਟੀ ਬਹੁਤ ਉੱਥੇ ਕੰਮ ਕਰਦੀ ਸੀ, ਤੇ ਅਸੀਂ ਸਾਰੇ ਜਾ ਕੇ ਨਾਟਕ ਦੇਖਦੇ ਸੀ, ਨਾਟਕ ਪੜ੍ਹਦੇ ਸੀ, ਨਾਟਕ ਦੇ ਬਾਰੇ ਗੱਲ ਕਰਦੇ ਸੀ। ਇਹ ਕਿਹੜੇ ਈਅਰ ਦੀ ਗੱਲ ਹੈ ਭਾਜੀ? ਮੈਂ ਕਿਹੜੇ? 1996 ਦਿੱਲੀ ਯੂਨੀਵਰਸਿਟੀ ਜੁਆਇਨ ਕੀਤਾ, 99 ਗ੍ਰੈਜੂਏਸ਼ਨ ਕੀਤੀ ਹੈਗੀ ਜੀ, ਅੱਛਾ ਬੜੀ ਪੁਰਾਣੀ। 1990 ਤੇ ਮੈਂ ਐਂਡ ਆਫ ਓਕੇ ਦਾ ਮਿਲੇਨੀਅਮ ਵਾਲਾ ਜੋ ਟਾਈਮ ਹੈਗਾ ਨਾ, ਹਾਂ ਹਾਂ ਹਾਂ। ਉਦੋਂ ਦਿੱਲੀ ਯੂਨੀਵਰਸਿਟੀ ਦੇ ਕੈਂਪਸ ਥੀਏਟਰ ਨਾਲ ਐਜ਼ ਅ ਸਟੂਡੈਂਟ ਜੁੜਿਆ। ਪਰ ਫਿਰ ਇਹ ਉਹ ਦੇਖੋ ਕਿੰਨੀ ਇੰਟਰਸਟਿੰਗ ਗੱਲ ਹੈ ਨਾ, ਵੀ ਤੁਸੀਂ ਇੰਗਲਿਸ਼ ਆਨਰਸ ਕਰ ਰਹੇ ਸੀ ਜੀ ਤੇ ਜੀ ਜੀ ਪੰਜਾਬੀ ਥੀਏਟਰ, ਮਤਲਬ ਕਿੱਦਾਂ ਹਾਂ, ਇਹ ਸਾਰਾ? ਇਹਦਾ ਇੱਕ ਪਿੱਛੇ ਇੰਪੋਰਟੈਂਟ ਕੰਮ ਹੈਗਾ ਜੀ। ਮੈਂ ਸ਼ੁਰੂਆਤ 'ਚ ਹਿੰਦੀ ਤੇ ਅੰਗਰੇਜ਼ੀ ਥੀਏਟਰ ਕਰਦਾ ਰਿਹਾ। ਮੈਂ ਅੱਛਾ ਦਿੱਲੀ ਯੂਨੀਵਰਸਿਟੀ ਉਸੇ ਕਾਲਜ 'ਚ ਕੁਝ ਸਾਲਾਂ ਤੋਂ ਬਾਅਦ ਐਜ਼ ਅ ਪ੍ਰੋਫੈਸਰ ਲੱਗਿਆ ਜੀ। ਜਦੋਂ ਉੱਥੋਂ ਮੈਂ ਅੱਛਾ ਪੜ੍ਹਾ ਰਿਹਾ ਸੀ ਤੇ ਹੂੰ ਪੰਜਾਬੀ ਬੋਲੀ ਮੋਰਚਾ ਕਰਕੇ ਇੱਕ ਹੂੰ ਮੁਹਿੰਮ ਛਿੜੀ। ਉਹਦੇ 'ਚ ਪੰਜਾਬੀ ਪੜ੍ਹਾਉਣ ਵਾਲੇ ਟੀਚਰਾਂ, ਪ੍ਰੋਫੈਸਰਾਂ ਸਾਰਿਆਂ ਇਹ ਮੁਹਿੰਮ ਨੂੰ ਚਲਾਇਆ, ਜਿਹਦੇ ਡਾਕਟਰ ਸੁਮੇਲ ਸਿੰਘ ਸਿੱਧੂ ਮੁਖੀ ਸਨ। ਉਹਨਾਂ ਅੱਛਾ ਇਹ ਕਿਹਾ ਕਿ ਇਹ ਪੰਜਾਬੀ ਨਾਲ ਨਾਜਾਇਜ਼ ਹੋ ਰਹੀ ਹੈ, ਇਹ ਨਾਲ ਐਵੇਂ ਧੱਕਾ ਨਹੀਂ ਹੋ ਸਕਦਾ, ਕਿਉਂਕਿ ਕੁਝ ਕਾਲਜਾਂ 'ਚੋਂ ਪੰਜਾਬੀ ਨੂੰ ਹਟਾਇਆ ਜਾ ਰਿਹਾ ਸੀ ਦਿੱਲੀ ਯੂਨੀਵਰਸਿਟੀ ਦੇ ਕੁਝ ਨਵੇਂ ਰੂਲਸ ਰੈਗੂਲੇਸ਼ਨਸ ਕਰਕੇ। ਤੇ ਅਸੀਂ ਕਿਹਾ ਅਸੀਂ ਕੀ ਕਰਾਂਗੇ, ਫਿਰ ਮੈਂ ਉੱਥੇ ਪਹਿਲੀ ਵਾਰ ਪੰਜਾਬੀ ਨਾਟਕ ਖੇਡਿਆ। ਤੇ ਮੇਰੀ ਜੋ ਓਕੇ ਸ਼ੁਰੂਆਤ ਹੋਈ ਪੰਜਾਬੀ ਨਾਟਕ ਦੇ ਵਿੱਚ, ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨਾ ਕਿ ਮੇਰਾ ਇਨੀਸ਼ੀਏਸ਼ਨ ਹੋਇਆ ਪੰਜਾਬੀ ਥੀਏਟਰ ਵਿੱਚ, ਰੰਗਮੰਚ ਵਿੱਚ, ਉਹ ਇੱਕ ਮੁਹਿੰਮ ਦੇ ਥਰੂ ਹੋਇਆ। ਫਿਰ ਮੈਂ ਆਪਣਾ ਪਹਿਲਾ ਉੱਥੇ ਨਾਟਕ ਖੇਡਿਆ ਜਿਹਦਾ ਨਾਂ ਸੀ ਪ੍ਰੋਜੈਕਟ ਐਂਟੀਗਨੀ। ਉਹ ਗ੍ਰੀਕ ਨਾਟਕ ਹੈ, ਸੋਫੋਕਲਸ ਦਾ ਲਿਖਿਆ ਐਂਟੀਗਨੀ। ਉਹ ਹਾਂ ਮੈਂ ਸੋਫੋਕਲੇਸ, ਹਾਂਜੀ। ਹਾਂਜੀ ਕ੍ਰਿਓਨ ਤੇ ਐਂਟੀਗਨੀ ਨੂੰ ਮੈਂ ਪੰਜਾਬੀ ਤੁਸੀਂ ਪਰਿਪੇਖ ਖੁਦ ਵਿੱਚ, ਅਨੁਵਾਦ ਕੀਤਾ ਪੰਜਾਬੀ ਚ, ਜਾਂ ਤੁਹਾਡੇ ਕਿਸੇ ਨੇ ਸਾਥ ਦਿੱਤਾ? ਉਹ ਮੈਂ ਖੁਦ ਕੀਤਾ ਸੀ ਜੀ। ਉਹ ਪੂਰਾ ਜੋ ਨਾਟਕ ਲਿਖਿਆ ਗਿਆ ਸੀ, ਮੈਂ ਉਹ ਨਾਟਕ ਲਿਖਣਾ ਵੀ ਨਹੀਂ ਕਹਾਂਗਾ, ਉਹ ਅਸੈਂਬਲਿੰਗ ਸੀ ਟੈਕਸਟ ਦੀ। ਉਹਦੇ ਅੰਦਰ ਕਵਿਤਾ ਵੀ ਸੀ ਵੱਖ-ਵੱਖ ਪੋਇਟਸ ਦੀ। ਲੇਕਿਨ ਉਹ ਜੋ 14 ਪੰਨੇ ਹੈਗੇ ਨਾ, ਜੋ ਜੌਂ ਆਨਵੀ 1942 ਵਿੱਚ ਐਂਟੀਗਨੀ ਨੂੰ ਰੀਕ੍ਰੀਏਟ ਕਰਦਾ, ਉਹ ਜਿੱਥੇ ਕ੍ਰਿਓਨ ਐਂਟੀਗਨੀ ਨੂੰ ਫੜ ਲਿਆਉਂਦਾ ਤੇ ਉਹਨਾਂ ਦੀ ਆਪਸ ਦਾ ਡਿਸਕਸ਼ਨ ਹੈ, ਅਸੀਂ ਉਸ 14 ਪੰਨਿਆਂ ਨਾਲ ਖੇਡ ਰਹੇ ਸੀ। ਨਾਲ ਉਹਦੇ ਵਿੱਚ ਅਸੀਂ ਪੋਇਟਰੀ ਦਿੰਦੇ ਸੀ, ਮਲਟੀ ਮੀਡੀਅਲ ਵੀ ਸੀ, ਮਲਟੀ ਲਿੰਗੁਅਲ ਵੀ। ਟੋਟਲ ਥੀਏਟਰ ਵਾਲੀ ਗੱਲ ਕਰ ਰਹੇ ਸੀ, ਸਾਰਾ ਕੁਝ ਹਾਂਜੀ ਉਹਦੇ ਵਿੱਚ। ਹਾਂਜੀ। ਉਹਦੇ 'ਚ ਇੱਕ ਬਹੁਤ ਇੰਟਰਸਟਿੰਗ ਗੱਲ ਹੁੰਦੀ ਸੀ ਕਿ ਇੱਕ ਲਾਈਵ ਪੇਂਟਿੰਗ ਚੱਲਦੀ ਹੈ 50 ਮਿੰਟ 'ਚ, ਜਿੱਥੇ ਨਾਟਕ ਖਤਮ ਹੁੰਦਾ ਉਹ ਪੇਂਟਿੰਗ ਬਣ ਜਾਂਦੀ ਸੀ। ਤੇ ਉਹ ਜੋ ਪੇਂਟਿੰਗ ਬਣ ਜਾਂਦੀ? ਬਣ ਜਾਂਦੀ ਸੀ। ਤੇ ਜਿੱਥੇ ਲਾਸਟ ਸ਼ਾਊਟ ਹੈਗਾ ਕ੍ਰਿਓਨ ਦਾ, ਤੇ ਉਹ ਜੋ ਪੇਂਟਰ ਸੀ, ਆਰਟਿਸਟ, ਉਹ ਆਡੀਅנס ਨੂੰ ਆਪਣੀ ਪੇਂਟਿੰਗ ਵੀ ਦਿਖਾਉਂਦਾ ਸੀ, ਔਰ ਉਹ ਪੇਂਟਿੰਗ ਦਾ ਲੈਣਾ ਦੇਣਾ ਉਸ ਪਰਫਾਰਮੈਂਸ ਨਾਲ ਕਾਫੀ ਸੀ। ਤੇ ਇਸ ਕਿਸਮ ਨਾਲ ਅਸੀਂ ਮਲਟੀਮੀਡੀਅਲ, ਮਲਟੀਲਿੰਗੁਅਲ, ਮਲਟੀਕਲਚਰਲ ਚੀਜ਼ਾਂ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਜੀ। ਉਹ ਮੇਰਾ ਪਹਿਲਾ ਨਾਟਕ ਸੀ। ਉਹਦੇ ਬਾਅਦ ਮੈਂ ਮੰਟੋ ਤੁਸੀਂ ਐਮਫਿਲ ਵੀ ਮੇਰੇ ਖਿਆਲ ਇੰਗਲਿਸ਼ ਦੀ ਕੀਤੀ ਹੈ, ਥੀਏਟਰ ਉਹਦੇ ਨਾਟਕ ਤੇ ਕੀਤੀ ਹੈ? ਉਹ ਤੁਸੀਂ ਮੇਰਾ ਜੋ ਦੱਸੋਗੇ? ਐਮਫਿਲ ਦਾ ਜੋ 6-8 ਮਹੀਨੇ ਦਾ ਬਰੀਫ ਸਰਵੇ ਹੈਗਾ, ਉਹ ਹਿਸਟਰੀ ਆਫ ਕੈਂਪਸ ਥੀਏਟਰ ਮੈਂ ਦੇਖਿਆ ਜੀ। ਦਿੱਲੀ ਓਕੇ ਯੂਨੀਵਰਸਿਟੀ ਦਾ ਕੈਂਪਸ ਥੀਏਟਰ 1924 ਤੋਂ ਸ਼ੁਰੂ ਹੋਇਆ ਹੈ। ਸੇਂਟ ਸਟੀਫਨਸ ਕਾਲਜ ਦੀ ਜੋ ਸ਼ੇਕਸਪੀਅਰ ਸੁਸਾਇਟੀ ਹੈ ਉੱਥੋਂ,
ਮੈਂ ਹੂੰ, ਉੱਥੋਂ ਹੂੰ, ਤੋਂ ਲੈ ਕੇ 80 82 ਸਾਲਾਂ ਦੀ ਹਿਸਟਰੀ ਨੂੰ ਮੈਪ ਕਰਨ ਦੀ ਕੋਸ਼ਿਸ਼ ਕੀਤੀ, ਹੂੰ। ਵੱਖ-ਵੱਖ ਡੈਕੇਡ ਵਿੱਚ ਕਿਵੇਂ ਕੈਂਪਸ ਕਿੱਦਾਂ ਥੀਏਟਰ ਹੋਇਆ, ਕੀ ਚੇਂਜਸ ਹੈਗਾ। ਆਈਆਂ ਫਿਰ? ਹਾਂਜੀ, ਉਹ ਟੈਕਨੋਲੋਜੀ ਦੇ ਨਾਲ ਬਾਕੀ ਸਾਰੀ ਚੀਜ਼ਾਂ ਦੇ ਨਾਲ ਕਿਵੇਂ ਹੂੰ, ਉਹਦਾ ਰੂਪ ਸਰੂਪ ਬਦਲਦਾ ਹੈਗਾ, ਉਹ ਬਿਲਕੁਲ। ਮੈਂ ਮੈਪ ਕਰਨ ਦੀ ਕੋਸ਼ਿਸ਼ ਜਦੋਂ ਜਦੋਂ ਤੁਸੀਂ ਯੂਨੀਵਰਸਿਟੀ ਦੇ ਵਿੱਚ ਪੜ੍ਹ ਰਹੇ ਸੀ, ਐਮਫਿਲ ਕੀਤੀ, ਤੁਸੀਂ ਇੱਕਦਮ ਜੌਬ ਚ ਆ ਗਏ ਜਾਂ ਤੁਸੀਂ ਕੋਈ ਉਸ ਪੀਰੀਅਡ ਦੇ ਵਿੱਚ ਕੋਈ ਸਟਰਗਲ ਕੀਤੀ ਜਾਂ ਥੀਏਟਰ ਕੀਤਾ? ਕਿਹੜੇ ਡਾਇਰੈਕਟਰਸ ਨਾਲ ਤੁਸੀਂ ਕੰਮ ਕੀਤਾ? ਕਿਉਂਕਿ ਦਿੱਲੀ ਦੇ ਵਿੱਚ ਮੈਂ ਬੈਠੇ ਐਮਕੇ ਰੈਣਾ ਹਾਂਜੀ, ਜੀ ਵਰਗੇ ਹਨਾ ਬਹੁਤ ਸਾਰੇ ਹਾਂ, ਡਾਇਰੈਕਟਰਸ ਉੱਥੇ ਅਵੇਲੇਬਲ ਸੀ, ਤੁਹਾਨੂੰ ਕਿਹਦੇ ਨਾਲ ਜੀ। ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲਿਆ? ਕੁਛ ਤੇ ਅਸੀਂ ਕਾਲਜ ਥੀਏਟਰ ਡਾਇਰੈਕਟਰਸ ਨੂੰ ਸੱਦਾ ਦਿੰਦੇ ਸੀ ਕਿ ਤੁਸੀਂ ਸਾਡੇ ਹੂੰ, ਨਾਲ ਆ ਕੇ ਕੰਮ ਕਰੋ। ਇੱਕ ਨੈਸ਼ਨਲ ਹੂੰ, ਸਕੂਲ ਆਫ ਡਰਾਮਾ ਦੇ ਥਰੂ ਸੁਰਿੰਦਰ ਸ਼ਰਮਾ ਜੀ ਹੈਗੇ, ਦਿੱਲੀ ਹੂੰ, ਰਹਿੰਦੇ, ਉਹ ਆ ਕੇ ਉਹਨਾਂ ਸਾਡੇ ਨਾਲ ਭੀਸ਼ਮ ਸਾਹਨੀ ਦਾ ਮੁਆਵਜ਼ੇ ਕਰਾਇਆ। ਇੱਕ ਹੂੰ, ਅਵਤਾਰ ਸਾਹਨੀ ਹੈਗੇ ਐਨਐਸਡੀ ਤੇ ਹੀ ਗ੍ਰੈਜੂਏਟ ਨੇ ਪੁਰਾਣੇ, ਉਹਨਾਂ ਸਾਡੇ ਨਾਲ ਮਹੇਸ਼ ਕੁੰਜਵਰ ਦਾ ਹੋਲੀ ਕਰਾਇਆ। ਹੂੰ, ਗ੍ਰੈਜੂਏਸ਼ਨ ਹੋਣ ਤੋਂ ਬਾਅਦ ਮੈਂ ਐਨਐਸਡੀ ਦੇ ਬਹੁਤ ਦਿੱਗਜ ਥੀਏਟਰ ਹੂੰ, ਡਾਇਰੈਕਟਰ ਨੇ ਰॉयस्टन ਏਬਲ ਉਹ ਐਕਸ਼ਨ ਕੀਤੀ, ਜਿਹਦੇ 6-7 ਸ਼ੋ ਹੋਏ, ਉਹਦੇ ਚ ਵਿਵੇਕ ਹੂੰ, ਮਨਸੁਖਾਨੀ ਵੀ ਸਨ, ਉਹਦੇ ਚ ਆਦਿਲ ਹੁਸੈਨ ਵੀ ਸਨ। ਹੂੰ। ਉਹਦੇ ਬਾਅਦ ਮੈਂ ਟੈਕਨੀਕਲ ਮੇਰਾ ਪ੍ਰੋਬਲਮ ਨਾਟਕ ਆ। ਕੀਤਾ, ਪ੍ਰੈਜੈਂਟੇਸ਼ਨ ਹਾਂ, ਬਣਾਈ ਸੀ ਹਾਂ। ਤੇ ਵਿਜੇ ਸ਼ਰਮਾ, ਬੜੇ ਸਾਰੇ ਨਾਟਕ ਅਲੱਗ-ਅਲੱਗ ਡਾਇਰੈਕਟਰਸ ਨਾਲ ਮੈਂ ਕਰ ਰਿਹਾ ਸੀ, ਤੇ ਹੂੰ, ਫਾਈਨਲੀ ਮੈਂ ਸੋਚਿਆ ਕਿ ਆਪਣਾ ਕੁਝ ਕਰਨੀ ਲੋੜ ਹੈ, ਤੇ ਫਿਰ ਇੱਕ ਅਟੈਲੀਅਰ ਥੀਏਟਰ ਕਿਹੜਾ ਥੀਏਟਰ ਦੱਸ ਰਹੇ ਤੁਸੀਂ? ਕਰਕੇ ਸੰਸਥਾ ਹੈਗੀ ਨਾ, ਤਾਂ ਫਿਰ ਐਟਲੀਅਰ, ਰੈਗੂਲਰ ਐਟਲੀਅਰ। ਥੀਏਟਰ ਨਾਲ। ਹਾਂਜੀ, ਹਾਂਜੀ। ਠੀਕ। ਤੁਹਾਡੇ ਨਾਲ ਇੰਡੀਪੈਂਡੈਂਟ ਤੁਸੀਂ ਕਿੰਨੇ ਪਲੇ ਕੀਤੇ ਐਜ਼ ਅ ਡਾਇਰੈਕਟਰ, ਜਾਂ ਤੁਸੀਂ ਕਿਸੇ ਗਰੁੱਪ ਨਾਲ ਕੰਮ ਕਰਦੇ? ਅਟੈਲੀਅਰ ਗਰੁੱਪ ਹੀ ਹੈਗਾ ਜੀ, ਉਹਦੇ ਨਾਲ ਹੀ ਕੰਮ ਕੀਤਾ। ਉਹਦੇ ਇਲਾਵਾ ਮੈਂ ਸਕੂਲ ਕਾਲਜਾਂ ਨਾਲ ਬੜੇ ਨਾਟਕ ਕੀਤੇ ਹੈਗੇ, ਹੂੰ, ਲੇਕਿਨ ਜੋ ਵੀ ਪ੍ਰੋਡਕਸ਼ਨ ਹੁੰਦਾ ਸੀ ਉਹ ਹੂੰ, ਅਟੈਲੀਅਰ ਨਾਲ ਹੁੰਦਾ ਸੀ। ਉਹ ਹੂੰ। 2004 ਤੋਂ ਸ਼ੁਰੂ ਹੋਇਆ, 2012 ਚ ਅਟੈਲੀਅਰ ਦੀ ਰੈਪਰਟਰੀ ਫਾਰਮ ਹੋ ਗਈ, ਜਿੱਥੇ ਇਸ ਅੱਛਾ, ਸਮੇਂ ਪ੍ਰੈਜ਼ੈਂਟਲੀ 28 ਤੁਸੀਂ ਮੈਂਬਰ ਹੈਗੇ ਤੁਸੀਂ ਜੀ। ਤੁਸੀਂ ਜਿਹੜੀ ਰੈਪਰਟਰੀ ਸ਼ੁਰੂ ਕੀਤੀ ਹੈ, ਤੁਸੀਂ ਇੰਡੀਪੈਂਡੈਂਟ ਕੀਤੀ ਹੈ? ਕਿੱਦਾਂ ਇਹਨਾਂ ਨੂੰ ਆਰਟਿਸਟਾਂ ਨੂੰ, ਜਾਂ ਤੁਸੀਂ ਕਿਸੇ ਜੀ। ਆਰਗੇਨਾਈਜੇਸ਼ਨ ਤੋਂ ਜਾਂ ਆਪਣੀ ਗਵਰਨਮੈਂਟ ਜਿਹੜੇ ਫੰਡਿੰਗ ਏਜੰਸੀਜ਼ ਨੇ ਉਹਨਾਂ ਨਾਲ ਰੈਪੋ ਕੀ ਮਤਲਬ? ਕਿਉਂਕਿ ਮੈਂ ਇਸ ਗੱਲ ਲਈ ਪੁੱਛ ਰਹੀ ਹਾਂ, ਜੀ। ਥੀਏਟਰ ਦੇ ਵਿੱਚ ਪੈਸੇ ਦੀ ਬਹੁਤ ਸਾਨੂੰ ਕਮੀ ਆਉਂਦੀ ਹੈ, ਵਸੀਲੇ ਸਾਡੇ ਕੋਲ ਬਹੁਤ ਘੱਟ ਨੇ, ਸਪਾਂਸਰਸ਼ਿਪਸ ਬਹੁਤ ਘੱਟ ਨੇ, ਉਸ ਮੇਰੇ ਹੱਦ ਨਾਲ ਤੱਕ ਨਹੀਂ। ਜ਼ਿਆਦਾ ਰੁਕੇ ਲੋਕ। ਹਾਂਜੀ, ਹਾਂਜੀ। ਤੇ ਅਸੀਂ ਪ੍ਰੋਜੈਕਟ ਨੂੰ ਰਨ ਕਰਦੇ ਰਹੇ, ਤੇ ਉਹਦੇ ਤੋਂ ਕੁਝ ਫੰਡਿੰਗ ਸਨ ਆਈ, ਤੇ ਹੂੰ, ਅਸੀਂ ਆਪਣਾ ਕੰਮ ਸੰਭਾਲਿਆ। ਹੂੰ, 11-12 ਦੀ ਗੱਲ ਏ, ਕੁਝ ਸਾਲ ਹੋਰ ਬੀਤਦੇ ਰਹੇ, ਸਾਡੀ ਪ੍ਰੋਡਕਸ਼ਨਸ ਚੱਲ ਰਹੀਆਂ ਹੂੰ, ਸਨ, ਬੜਾ ਔਖਾ ਹੋ ਰਿਹਾ ਹੂੰ। ਸੀ, ਪੈਸੇ ਦੀ ਹਾਂ, ਬੜੀ ਬਿਲਕੁਲ, ਇਹ ਕਿੱਲਤ ਕਿੱਲਤ ਹੁੰਦੀ। ਹਰ ਇੱਕ ਰੰਗਕਰਮੀ ਅੱਗੇ ਆਉਂਦੀ ਹੈ, ਕੋਈ ਵੀ ਹੈ, ਚਾਹੇ ਉਹ ਛੋਟੇ ਪਿੰਡ 'ਚ ਕਰ ਰਿਹਾ, ਚਾਹੇ ਉਹ ਸ਼ਹਿਰ 'ਚ ਕਰ ਰਿਹਾ, ਇਕਨੋਮਿਕਲੀ ਇਹ ਹੈਗੀ ਹੈ ਪ੍ਰੋਬਲਮ। ਇਸੇ ਲਈ ਤੁਹਾਨੂੰ ਮੈਂ ਸਵਾਲ ਪੁੱਛ ਰਿਹਾ ਕਿ ਤੁਸੀਂ ਦਿੱਲੀ ਸੀ 'ਚ ਬੈਠੇ ਅਸੀਂ ਰੈਪਰਟਰੀ ਰਨ ਕਰ ਹਾਂ, ਰਹੇ ਸੀ। ਮਿਨਿਸਟਰੀ ਆਫ ਕਲਚਰ ਅਪਲਾਈ ਹਾਂਜੀ, ਮਿਨਿਸਟਰੀ ਆਫ ਕਲਚਰ ਅਪਲਾਈ ਕੀਤਾ ਸੀ, ਬਟ ਉਹ ਹੂੰ, ਕਈ ਸਾਲ ਲੱਗਦੇ ਹੈਗੇ, ਉਹਦਾ ਵੀ ਟਾਈਮ ਦਾ ਬੜਾ ਲੌਂਗ ਪ੍ਰੋਸੈਸ। ਪ੍ਰੋਸੈਸ ਹੈ, ਬਿਲਕੁਲ। ਹਾਂਜੀ, ਉਹ ਸਾਡੇ ਨਾਲ। ਇਵੈਂਚੁਅਲੀ ਸਾਨੂੰ ਮਿਲ ਗਈ। ਹਾਂਜੀ, ਇਵੈਂਚੁਅਲੀ ਹਾਂਜੀ, ਹਾਂਜੀ ਸਰ, ਕੈਰੀ ਔਨ। ਸਾਨੂੰ ਉਹ ਰੈਪਰਟਰੀ ਗ੍ਰਾਂਟ ਸਾਨੂੰ ਮਿਲ ਗਈ, ਤੇ ਉਹ ਸਨ ਇਹ ਪਲੱਸ ਪੁਆਇੰਟ ਐ ਸੀ ਕਿ ਕਾਫੀ ਸਾਰੇ ਲੋਕ ਜੋ ਸਾਡੇ ਨਾਲ ਜੁੜੇ ਸਨ, ਉਹ ਕੁਝ ਹੂੰ, ਹੋਰ ਵੀ ਕਰਦੇ ਬਿਲਕੁਲ। ਥੀਏਟਰ ਤੇ ਸਨ, ਡਿਪੈਂਡੈਂਟ ਨਹੀਂ ਟੋਟਲੀ ਸੀ। ਥੀਏਟਰ ਤੇ ਡਿਪੈਂਡ। ਸਕੂਲ ਵਿੱਚ ਹੂੰ, ਹਾਂਜੀ, ਕਾਫੀ ਸਾਰੇ ਲੋਕ ਥੀਏਟਰ ਪੜ੍ਹਾਉਂਦੇ ਸਨ ਸਕੂਲ, ਹੂੰ, ਮੈਂ ਹੂੰ, ਕਾਲਜ ਹੂੰ, ਪੜ੍ਹਾਉਂਦਾ ਰਿਹਾ, ਕੁਝ ਲੋਕ ਹੂੰ, ਕਿਸੇ ਆਰਗੇਨਾਈਜੇਸ਼ਨ ਵਿੱਚ ਕੰਮ ਕਰਦੇ ਸਨ, ਤੇ ਉਹਨਾਂ ਦਾ ਬ੍ਰੈਡ ਐਂਡ ਬਟਰ ਕਿੱਥੋਂ ਆ ਰਿਹਾ ਸੀ? ਹੂੰ। ਥੀਏਟਰ ਅਸੀਂ ਆਪਣੇ ਸੁੱਖ ਵਾਸਤੇ ਕਰਦੇ ਸੀ, ਆਪਣੀ ਖੁਸ਼ੀ ਵਾਸਤੇ ਕਰਦੇ ਸੀ। ਸ਼ਾਂਤੀ ਲਈ, ਆਪਣੇ ਮਨ ਦੀ ਹਾਂਜੀ, ਸ਼ਾਂਤੀ ਲਈ, ਮਨ ਦੇ ਸਕੂਨ। ਹਾਂਜੀ। ਫਿਰ ਜਦੋਂ ਉਹ ਤੁਸੀਂ ਸਾਰਾ ਕੁਝ ਕਰ ਰਹੇ ਸੀ, ਥੀਏਟਰ ਕਰ ਰਹੇ ਸੀ, ਰੈਪਰਟਰੀ ਵੀ ਸ਼ੁਰੂ ਕਰ ਲਈ, ਫੰਡਿੰਗ ਦਾ ਵੀ ਚਲੋ ਆਪਾਂ ਕਰ ਹੀ ਲੈਣਾ ਕਿਸੇ ਨਾ ਕਿਸੇ ਢੰਗ ਨਾਲ। ਤੁਹਾਡੀ ਫੈਮਿਲੀ ਆਫਟਰ ਮੈਰਿਜ, ਉਹਨਾਂ ਦਾ ਕੀ ਰੋਲ ਹੈ? ਇਹ ਮੇਰੇ ਲਈ ਬਹੁਤ ਇੰਪੋਰਟੈਂਟ ਹੁੰਦਾ, ਕਿਉਂਕਿ ਆਪਾਂ ਸਾਰੇ ਥੀਏਟਰ ਕਰ ਰਹੇ ਹਾਂ, ਫੈਮਿਲੀਜ਼ ਕਿੱਦਾਂ ਇਸ ਚੀਜ਼ ਨੂੰ ਲੈਂਦੀਆਂ ਨੇ? ਕਿਉਂਕਿ ਪੇਰੈਂਟਸ ਦਾ ਕੋਈ ਤੁਹਾਡੇ ਤੇ ਹੱਥ ਨਹੀਂ ਸੀ, ਤੇ ਫੈਮਿਲੀ ਨੇ ਅੱਗੋਂ ਤੁਹਾਡੀ ਮੈਰਿਡ ਲਾਈਫ 'ਚ ਕਿਵੇਂ ਇਸ ਚੀਜ਼ ਨੂੰ ਐਕਸੈਪਟ ਕੀਤਾ ਕਿ ਹਾਂ ਤੁਸੀਂ ਥੀਏਟਰ ਕਰੋ? ਦੇਖੋ, ਮੈਨੂੰ ਲੱਗਦਾ ਕਿ ਤੁਸੀਂ 4-5 ਸਾਲ ਤੱਕ ਤੇ ਤੁਹਾਨੂੰ ਛਿੱਤਰ ਪੈਂਦੇ ਨੇ। ਹੂੰ। 7ਵੇਂ-8ਵੇਂ ਸਾਲ ਉਹ ਉਹਨਾਂ ਨੂੰ ਸਮਝ ਆ ਜਾਣਾ, ਬਦਲਣਾ ਨਹੀਂ ਹੈਗਾ, ਸਹੀ ਕਰਨਾ ਹੈ। ਔਰ ਉਹਦੇ ਬਾਅਦ ਨਾ ਮੈਨੂੰ ਲੱਗਦਾ ਕਿ ਇੱਕ ਫੈਮਿਲੀ ਦਾ ਐਕਸਪੈਕਟੇਸ਼ਨਸ ਹੁੰਦੀਆਂ ਨੇ ਕਿ ਤੁਸੀਂ ਘਰ ਰੋਜ਼ੀ ਰੋਟੀ ਆਪਣੀ ਕਮਾ ਪਾ ਰਹੇ ਹੋ। ਕਮਾਏ ਪਾਓ, ਜਿਸ ਬਿਲਕੁਲ, ਸਮੇਂ ਤੁਸੀਂ ਸਾਈਡ ਉਹ ਤੁਸੀਂ। ਕਮਾ ਲੈਂਦੇ ਹੋ ਨਾ, ਤੇ ਫਿਰ ਉਹਨਾਂ ਨੂੰ ਕੋਈ ਰੌਲਾ ਨਹੀਂ ਇਸ਼ੂ ਹੈਗਾ। ਨਹੀਂ ਰਹਿ ਜਾਂਦਾ। ਹਾਂਜੀ, ਫਿਰ ਇਟ ਮੈਂ ਮੀਨਸ ਉਹ ਸਾਇਲੈਂਟਲੀ ਤੁਹਾਡੇ ਨਾਲ ਚੱਲ ਰਹੇ।
ਚੱਲ ਰਿਹਾ ਸਰ ਜੀ। ਬਿਲਕੁਲ। ਸਰ ਸਾਡੇ ਨਾਲ ਬਹੁਤ ਸਾਰੇ ਸਾਡੇ ਦਰਸ਼ਕ ਜੁੜ ਚੁੱਕੇ ਨੇ। ਜੀ ਹਰਵਿੰਦਰ ਕੌਰ ਬਬਲੀ ਜੁੜੇ ਹੋਏ ਨੇ, ਪਰਮਿੰਦਰਪਾਲ ਕੌਰ, ਗੁਰਦੇਵ ਧਾਲੀਵਾਲ ਜੀ, ਨਿਰਮਲ ਸਿੰਘ ਜੀ, ਗੁਰਪ੍ਰੀਤ ਕੌਰ ਭੰਗੂ, ਹਰਵਿੰਦਰ ਕੌਰ ਬਬਲੀ, ਜੀ ਕੁਲਜੀਤ ਜੀ ਵੰਡਰਫੁਲ ਡਾਇਰੈਕਟਰ ਐਂਡ ਵੈਰੀ ਸੈਂਸੀਬਲ ਐਕਟਰ, ਤੁਹਾਨੂੰ ਤਾਰੀਫ ਕਰ ਰਹੇ ਨੇ ਤੁਹਾਡੀ। ਸੁਖਵਿੰਦਰ ਕੌਰ ਜੁੜੇ ਹੋਏ ਨੇ, ਬਲਜਿੰਦਰ ਸਿੰਘ ਜੀ ਜੁੜੇ ਹੋਏ ਨੇ। ਬਹੁਤ ਬਹੁਤ ਸ਼ੁਕਰੀਆ ਦਰਸ਼ਕੋ, ਸਾਡੇ ਨਾਲ ਏਦਾਂ ਹੀ ਜੁੜੇ ਰਹੋ। ਹਾਂਜੀ, ਅਸੀਂ ਆਪਣੀ ਗੱਲਬਾਤ ਅੱਗੇ ਕਰਦੇ ਹਾਂ। ਸਰ, ਜਦੋਂ ਤੁਸੀਂ ਸ਼ੋਅਸ ਕਰਨ ਜਾਂਦੇ ਸੀ, ਜੀ ਥੀਏਟਰ ਕਰਦੇ ਸੀ, ਤੁਸੀਂ ਕਾਲਜ ਦੇ ਯੂਨੀਵਰਸਿਟੀ ਦੇ ਵਿੱਚ ਟੀਚ ਵੀ ਕਰਦੇ ਰਹੇ ਹੋ, ਤੇ ਜੀ ਉਸ ਚੀਜ਼ ਨੂੰ ਕਿੱਦਾਂ ਮੈਨੇਜ ਕਰਦੇ ਸੀ? ਕਿਵੇਂ ਹੁੰਦਾ ਸੀ ਸਾਰਾ ਸਿਸਟਮ? ਕਿਉਂਕਿ ਜਦੋਂ ਆਪਾਂ ਕਿਸੇ ਯੂਨੀਵਰਸਿਟੀ ਜਾਂ ਕਾਲਜ ਕਿਸੇ ਵੀ ਡਿਪਾਰਟਮੈਂਟ ਜੌਬ ਕਰਦੇ ਹਾਂ, ਛੁੱਟੀਆਂ ਦਾ ਹੋਰ ਬਹੁਤ ਕੁਝ ਹੁੰਦਾ, ਉਹਨੂੰ ਕਿੱਦਾਂ ਤੁਸੀਂ ਸਾਰਿਆਂ ਨੂੰ ਦੇਖਦੇ ਸੀ? ਇਹ ਸਵਾਲ ਨਾ ਮੈਨੂੰ ਬਹੁਤ ਸਾਰਿਆਂ ਪੁੱਛਿਆ ਲੋਕਾਂ ਕਿ ਹਮ ਕਿਵੇਂ ਮੈਨੇਜ ਹੋ ਰਿਹਾ, ਕਿਉਂਕਿ ਪੂਰੀ ਇੱਕ ਹਮ ਆਰਗੇਨਾਈਜੇਸ਼ਨ ਹੈ, ਹੁਣ ਕਿਵੇਂ ਹਾਂ, ਮੈਨੇਜ ਬਿਲਕੁਲ। ਕੀਤਾ ਜਾਏ। ਹਮ ਉਹ ਦ ਹਿੰਦੂ ਨਿਊਜ਼ਪੇਪਰ ਹੈ ਨਾ, ਉਹਦਾ ਜਰਨਲਿਸਟ ਮੇਰੇ ਬਾਰੇ ਕੁਝ ਪ੍ਰੋਫਾਈਲ ਕਰਨਾ ਚਾਹੁੰਦਾ ਸੀ, ਉਸ ਮੈਨੂੰ ਇਹ ਸਵਾਲ ਪੁੱਛਿਆ ਤੇ ਹਮ ਮੈਂ ਉਹਨੂੰ ਕਿਹਾ ਜੀ ਆਈ ਡੋਂਟ ਸਲੀਪ। ਤੇ ਜੇ ਹਮ ਤੁਸੀਂ ਗੂਗਲ ਤੇ ਦੇਖੋਗੇ ਨਾ, ਇੱਕ ਆਰਟੀਕਲ ਉਸ ਛਪਿਆ ਹੈ, ਦ ਮੈਨ ਹੂ ਡਜ਼ਨਟ ਸਲੀਪ। ਤੇ ਓਕੇ। ਮੈਂ ਸਹੀ ਸਹੀ ਮਤਲਬ ਅਗਰ ਤੁਹਾਨੂੰ ਮੈਂ ਸੱਚੀ ਦੱਸਾਂ, ਉਹਨਾਂ ਹਾਂ ਹਾਂ। ਦਿਨਾਂ 'ਚ ਮੈਂ 2006 ਤੋਂ ਲੈ ਕੇ 2016 ਤੱਕ, ਇਹ ਜੋ 10 ਹਮ ਸਾਲ ਦਾ ਪੂਰਾ ਟਾਈਮ ਰਿਹਾ, ਮੈਂ ਹਮ ਮਸਾਂ 4-4 5-5 ਘੰਟੇ ਸੌਂਦਾ ਸੀ। ਮੈਂ ਕੰਮ ਅੱਛਾ। ਬਹੁਤ ਕੀਤਾ। ਅੱਜ ਸਵੇਰੇ ਮੇਰੇ ਇੱਕ ਮਿੱਤਰ ਨਾਲ ਮੇਰੀ ਗੱਲ ਹੋ ਰਹੀ, ਮੈਂ ਕਿਹਾ ਲੱਗਦਾ ਹਮ ਜਿਵੇਂ ਪਿਛਲੇ 20 ਸਾਲਾਂ 40 ਸਾਲ ਦਾ ਕੰਮ ਕਰ ਲਿਆ ਹੋਵੇ। ਤੇ ਕੰਮ ਦੇਖ, ਬਹੁਤ ਕੀਤਾ, ਬਹੁਤ ਬਹੁਤ ਪਰਫਾਰਮੈਂਸਿਸ ਕੀਤੀਆਂ, ਬਹੁਤ ਸਾਰੇ ਨਾਲ ਨਵੇਂ ਨਾਟਕ ਬਣਾਏ, ਟਰੈਵਲ ਵੀ ਕੀਤੇ, ਤੇ ਬਿਲਕੁਲ। ਕਾਫੀ ਤਸੱਲੀ ਬਖਸ਼ ਕੰਮ ਹੋਇਆ ਜੀ। ਹਾਂਜੀ ਤੁਸੀਂ ਜਿਹੜੇ ਰੈਪਰਟਰੀ ਚ ਨਾਟਕ ਕੀਤੇ, ਤੁਸੀਂ ਦੱਸ ਸਕਦੇ ਹੋ ਕਿੱਦਾਂ ਦੇ ਨਾਟਕ ਕੀਤੇ ਨੇ? ਫੁੱਲ ਲੈਂਥ ਪਲੇ ਸੀ, ਹਿੰਦੀ ਸੀ, ਪੰਜਾਬੀ ਸੀ, ਇੰਗਲਿਸ਼, ਕਿੱਦਾਂ ਦੀ ਤੁਹਾਡੀ ਮਤਲਬ ਲਗਭਗ ਹਮ ਲਗਭਗ 36-37 ਨਾਟਕ ਮੈਂ ਰਿਕਾਰਡ ਤੇ ਦੇਖਣਾ। ਹਮ ਹੋਰ ਉਹ ਨਾਟਕ ਜ਼ਿਆਦਾਤਰ ਫੁੱਲ ਲੈਂਥ ਪ੍ਰੋਡਕਸ਼ਨਸ ਨੇ। ਹਮ ਜਿਵੇਂ 36 37 36 ਹਾਂਜੀ 37 36। ਅੱਛਾ ਜੀ। ਔਰ ਮੈਨੂੰ ਲੱਗਦਾ ਹੈ ਕਿ 2012 ਤੋਂ ਲੈ ਕੇ ਹੁਣ ਤੱਕ ਦਾ ਤੁਸੀਂ ਅਗਰ ਵੇਰਵਾ ਦੇਖੀਏ, ਮੈਨੂੰ ਲੱਗਦਾ ਹੈ ਅਸੀਂ ਲਗਭਗ 1000 ਤੋਂ ਉੱਤੇ ਦੇ ਸ਼ੋਜ਼ ਕਰ ਚੁੱਕੇ ਹਾਂ ਵੈਰੀ ਅਕ੍ਰੋਸ ਗੁੱਡ, ਇੰਡੀਆ। ਵੈਰੀ ਗੁੱਡ। 2018-19 ਵਿੱਚ ਸਾਨੂੰ ਮੌਕਾ ਮਿਲਿਆ, ਹਮ ਅਸੀਂ ਐਡਿਨਬਰਾ ਵੀ ਆਪਣੀ ਹਾਜ਼ਰੀ ਲਗਾਈ, ਅੱਛਾ। ਅਸੀਂ ਸੈਨ ਡਿਏਗੋ ਹਮ ਕੈਲੀਫੋਰਨੀਆ ਵੀ ਪਰਫਾਰਮ ਕੀਤਾ, ਹਮ ਅਸੀਂ ਆਸਟ੍ਰੇਲੀਆ ਵੀ ਆਪਣੀ ਐਡੀਲੇਡ ਤੇ ਮੈਲਬਰਨ ਆਪਣੀ ਹਾਜ਼ਰੀ ਲਗਾਈ। ਇਹ ਰੀਸੈਂਟ ਫਿਨੋਮੇਨ ਹੈ। ਉਸ ਤੋਂ ਪਹਿਲੇ 2017-18 ਸੀ, ਪੂਰਾ ਹਮ ਨਾਰਥ ਇੰਡੀਆ ਮੈਪ ਕਰ ਰਹੇ ਸੀ, 5-6 ਸਟੇਟਸ ਨੂੰ। ਸਾਡਾ ਟਾਰਗੇਟ ਸੀ ਕਿ ਅਸੀਂ ਕ੍ਰੈਕ ਕਰਾਂਗੇ ਐਵੇਂ ਜਿਹਾ ਮਾਡਲ ਜਿੱਥੇ 15 ਐਕਟਰ 5 ਹਮ ਨਾਟਕਾਂ 'ਚ ਕੰਮ ਕਰ ਸਕਣ। ਪਹਿਲਾਂ ਅੱਛਾ ਪੋਸੀਬਲ ਅੱਛਾ। ਨਹੀਂ ਹੋ ਰਿਹਾ ਸੀ ਕਿ ਇੱਕ ਹਾਂ, ਐਕਟਰ 4 ਰੋਲ ਕਿਵੇਂ ਨਿਭਾਏਗਾ। ਕਿਵੇਂ ਤੇ ਨਿਭਾਏਗਾ? ਅਸੀਂ ਇਹ ਬਿਲਕੁਲ। ਓਵਰ ਅ ਪੀਰੀਅਡ ਆਫ ਟਾਈਮ ਅਸੀਂ ਇਹ ਹਮ ਕ੍ਰੈਕ ਕਰ ਲਿਆ ਮਾਡਲ। ਪਹਿਲੇ ਕੀ ਹੁੰਦਾ ਸੀ, ਅਗਰ 4 ਨਾਟਕ ਕਰਨੇ ਤਾਂ 40 ਐਕਟਰ ਚਾਹੀਦਾ ਹੈ, ਬਿਲਕੁਲ, ਆਪਾਂ ਉਹਨਾਂ ਉਦਾਂ ਨਾਲ ਹੀ ਸੋਚਦੇ ਆ ਵੀ ਹਾਂ। ਹਾਂ ਟਰੈਵਲ ਨਹੀਂ ਹੋ ਸਕਦਾ। ਫਿਰ ਮੈਂ ਉਹ ਐਕਟਰ ਬਿਲਕੁਲ, ਨਾਲ ਇਹ ਕੰਮ ਵੱਡੀ ਕਰਦਾ ਕਾਸਟ ਸੀ। ਹੋ ਜਾਂਦੀ ਹੈ। ਹਾਂਜੀ, ਇੱਕ ਪਲੇ ਵਿੱਚ ਅਗਰ ਉਹ ਐਕਟਿੰਗ ਕਰ ਰਿਹਾ ਤਾਂ ਦੂਜੇ ਚੋਂ ਲਾਈਟਸ ਕਰ ਸਕਦਾ ਹੈ। ਬੈਕ ਤੇ ਸਟੇਜ, ਔਨ ਉਹ ਸਟੇਜ, ਅਸੀਂ ਬਿਲਕੁਲ ਉਹ ਪੂਰੀ ਸ਼ਿਫਟਿੰਗ ਕਰ ਦਿੰਦੇ। ਹਾਂਜੀ ਸਰ, ਮੈਂ ਤੁਹਾਨੂੰ ਵਿੱਚ ਰੋਕ ਰਹੀ ਹਾਂ। ਸਾਡਾ ਜੀ ਦੂਸਰਾ ਸੈਗਮੈਂਟ ਹੈਗਾ ਪੇਸ਼ੇ ਨਜ਼ਰ, ਤੇ ਹਾਂਜੀ ਤੁਸੀਂ ਸਾਨੂੰ ਆਪਣੇ ਪਲੇ ਬਾਰੇ ਤੇ ਡਾਇਰੈਕਟਰ ਬਾਰੇ ਥੋੜਾ ਜਿਹਾ, ਕਿਹੜੇ ਪਲੇ ਹਾਂਜੀ ਦਾ ਕੀ ਨਾਮ ਹੈ, ਉਹ ਥੋੜਾ ਜਿਹਾ, ਫਿਰ ਉਸ ਤੋਂ ਅਗਲੀ ਚਰਚਾ ਸੀ ਉਸ ਤੋਂ ਬਾਅਦ ਦੇਖਣ ਹਾਂਜੀ ਤੋਂ ਬਾਅਦ ਹਾਂਜੀ ਕਰਾਂਗੇ। ਆਤਮਜੀਤ ਜੀ ਬਹੁਤ ਹੀ ਜਾਣੇ ਮਾਨੇ ਪੰਜਾਬੀ ਦੇ ਡਾਇਰੈਕਟਰ, ਹਾਂਜੀ। ਨਾਟਕਕਾਰ ਨੇ, ਪਲੇਰਾਈਟ ਹਮ ਨੇ, ਅਸੀਂ ਸਾਰੇ ਜਾਣਦੇ ਹਾਂ। ਹਾਂ। ਹੁਣੇ ਜਦੋਂ ਤੋਂ ਕੋਵਿਡ ਹੋਇਆ, ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਸੀ ਤੇ ਉਹਨਾਂ ਆਪਣੇ 7 ਲਘੂ ਨਾਟਕ ਭੇਜੇ ਜੋ ਕਿ ਸਾਰੇ ਸੋਲੋ ਪਰਫਾਰਮੈਂਸ ਨੇ। ਹਮ ਉਹਦੇ ਤੋਂ ਇੱਕ ਨਾਟਕ ਹੈਗਾ ਜਿਹਦਾ ਨਾਮ ਹੈ ਸਕੈਲਪੈਲ, ਹਮ ਡਾਕਟਰੀ ਥਿਊਰੀ। ਹਮ ਉਹ ਇੱਕ ਕਿਰਦਾਰ ਏ, ਉਹ ਹੀ ਬਸ ਸਰ, ਬਸ ਠੀਕ ਹੈ, ਕਰਦਾ ਹੈਗਾ। ਆਪਾਂ ਉਹ ਤੇ ਆਪਾਂ ਉਹਦੀ ਨਾਟਕ ਦੇਖੋ ਤੇ ਬਾਅਦ ਉਹਦੀ ਗੱਲ ਕਰਾਂਗੇ। ਡਰਾਮੈਟਿਕ ਰੀਡਿੰਗ ਹੈਗੀ ਜੀ, ਹਾਂ, ਜੋ ਵਰਕ ਇਨ ਠੀਕ ਪ੍ਰੋਗਰੈਸ ਹੈ, ਜੋ ਤੁਸੀਂ ਦੇਖੋਗੇ ਉਹਦੀ ਡਰਾਮੈਟਿਕ ਰੀਡਿੰਗ। ਠੀਕ ਹੈ ਸਰ, ਦੇਖਦੇ ਹਾਂ। ਚਲੋ ਦੋਸਤੋ, ਆਪਾਂ ਦੇਖਦੇ ਹਾਂ ਪੇਸ਼ੇ ਨਜ਼ਰ ਚ ਸਰ ਦਾ ਨਾਟਕ। ਓਏ, ਇਹ ਕੀ ਲੋਲਾਂ ਮਾਰੀਆਂ ਜੇ? ਮੈਨੂੰ ਇੱਥੇ ਕੀ ਕਰਨ ਨੂੰ ਲਿਆਂਦਾ ਜੇ? ਓਏ ਮਾਂ ਦਿਓ ਖਸਮੋ, ਮੈਂ ਤੁਹਾਡੇ ਚੋਂ ਆ।
ਮੈਂ ਪੂਰਨ ਸਿੰਘ ਆ ਹੈ ਵੱਡੇ ਮੈਡੀਕਲ ਕਾਲਜ ਤੇ ਹਸਪਤਾਲ ਦਾ ਕਲਾਸ 4। ਮੈਂ ਕਲਾਸ 4 ਹੀ ਭਰਤੀ ਹੋਇਆ ਸੀ, ਕਲਾਸ 4 ਹੀ ਰਹਿਣਾ ਮੈਂ। ਚਲੋ ਮੈਂ ਜੋ ਵੀ ਆ ਉਹ ਤੇ ਹਾਂ ਹੀ, ਲੇਕਿਨ ਮੈਨੂੰ ਇਹ ਦੱਸੋ ਇਸ ਮੈਂਟਲ ਹਸਪੀਟਲ 'ਚ ਕੀ ਕਰਨ ਨੂੰ ਲਿਆਂਦਾ ਜੇ ਮੈਨੂੰ? ਹਰਾਮ ਦੇ ਤੁਖਮ ਕਹਿੰਦੇ ਆ ਮੇਰਾ ਇਲਾਜ ਕਰਨ। ਮੇਰਾ ਇਲਾਜ ਹੋਣਾ? ਓਏ ਮੈਂ ਚੰਗਾ ਭਲਾ, ਮੈਨੂੰ ਬੁਰੇ ਚੰਗੇ ਦੀ ਚੰਗੀ ਪਛਾਣ ਹੈ। ਉਹ ਮੈਂ ਸਾਰੀ ਉਮਰ ਸੇਵਾ ਕੀਤੀ ਹੈ ਤੁਹਾਡੀ। ਉਹ ਅੰਮ੍ਰਿਤਸਰ ਜਾ ਕੇ ਕਿਸੇ ਡਾਕਟਰ ਸਾਹਿਬ ਨੂੰ ਪੁੱਛ ਕੇ ਵੇਖ ਲਓ, ਸਾਰੇ ਪੂਰਨ ਸਿੰਘ ਨੂੰ ਜਾਣਦੇ। ਪਹਿਲਾਂ ਮੈਂ ਮੈਡੀਕਲ ਕਾਲਜ ਦੇ ਹੌਸਟਲ 'ਚ ਸਾਂ, ਉੱਥੇ ਪੜ੍ਹਦਿਆਂ ਦੇ ਕਮਰੇ ਸਾਫ਼ ਕਰਨਾ, ਉਹਨਾਂ ਲਈ ਬ੍ਰੇਕਫਾਸਟ ਫੜ ਲਿਆਉਣਾ, ਚਾਹ ਪਿਆਉਣੀ ਸ਼ਾਮ ਵੇਲੇ, ਜਿਨ੍ਹਾਂ ਨੂੰ ਜੋ ਚਾਹੀਦਾ, ਅੱਧਾ ਪਊਆ ਗੋਲੀ, ਜਿੱਦਾਂ ਦੀ ਸੇਵਾ ਕੋਈ ਕਹੇ, ਪੂਰਨ ਉਹਦੇ ਲਈ ਹਾਜ਼ਰ। ਫਿਰ ਮੇਰੀ ਬਦਲੀ ਹੋ ਗਈ ਜੀ, ਮੈਂ ਮੇਨ ਵੱਡੇ ਹਸਪਤਾਲ, ਉੱਥੇ ਵੀ ਸਭ ਦੀ ਸੇਵਾ, ਡਾਕਟਰਾਂ ਦੀ, ਨਰਸਾਂ ਦੀ, ਮੈਟਰਨਾਂ ਦੀ, ਸੁਪਰਿੰਟੈਂਡੈਂਟ ਸਾਹਿਬ ਦੀ, ਵਾਰਡ ਦੀ ਸਫਾਈ, ਉੱਤੋਂ ਨਿੱਕੇ ਮੋਟੇ ਕੰਮ ਸਭ ਮੈਂ ਕਰਦਾ ਸੀ। ਉਦੋਂ ਖਾੜਕੂਆਂ ਦਾ ਜ਼ਮਾਨਾ ਸੀ ਜੀ, ਤੇ ਉੱਥੇ ਮੈਨੂੰ ਮਿਲ ਗਿਆ ਜੀ ਡਾਕਟਰ ਨਰੇਸ਼। ਉਹਨੇ ਮੈਨੂੰ ਸਮਝਾਈ ਗੱਲ। ਉਹਨੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਖੂਨ ਦੇਣ ਲਈ ਕਹਿਣਾ, ਮੈਂ ਰਿਸ਼ਤੇਦਾਰਾਂ ਦੇ ਕੰਨ ਵਿੱਚ ਫੂਕ ਮਾਰਨੀ। ਉਹ ਬਾਦਸ਼ਾਹ ਆਪਣਾ ਖੂਨ ਦਿਓਗੇ, ਮਰੀਜ਼ ਤੇ ਬਿਮਾਰ ਹੈ ਹੀ ਹੈ, ਤੁਸੀਂ ਵੀ ਨਾਲ ਬਿਮਾਰ ਪੈ ਲਾਂ, ਇਹ ਬੰਦਾ ਤੁਹਾਡੇ ਕੰਮ ਆਏਗਾ, ਕੱਢੋ 200 ਰੁਪਏ ਤੇ ਹਨੂਮਾਨ ਬਲੱਡ ਬੈਂਕ ਤੋਂ ਤੁਹਾਨੂੰ ਖੂਨ ਲਿਆ ਦੇਣਾ ਮੈਂ, ਵਧੀਆ ਅਵਲ ਦਰਜੇ ਦਾ ਖੂਨ ਹੈ। ਰਿਸ਼ਤੇਦਾਰਾਂ ਝੱਟ ਮੰਨ ਜਾਣ। ਹਰ ਬੋਤਲ ਚੋਂ 30 ਰੁਪਏ ਡਾਕਟਰ ਦੇ, 10 ਰੁਪਏ ਦਾਸ ਦੇ। ਦਿਹਾੜੀ ਦੀਆਂ 5-7 ਬੋਤਲਾਂ ਲੱਗ ਜਾਣੀਆਂ ਤੇ ਆਪਣੀਆਂ ਪੌ 12। ਆਪਣਾ ਦਾਰੂ ਪੱਤਾ ਚੰਗਾ ਚੱਲਣ ਲੱਗ ਗਿਆ ਜੀ। ਉਨੀ ਦਿਨਾਂ ਮੇਰਾ ਵਿਆਹ ਵੀ ਹੋ ਗਿਆ, ਮੇਰੀ ਘਰਵਾਲੀ ਵੀ ਖੁਸ਼, ਨਵੇਂ ਕੱਪੜੇ ਖਾਣ ਨੂੰ, ਕਈ ਕੁਝ, ਸਾਰੇ ਖੁਸ਼। ਅਜੀਬ ਜ਼ਮਾਨਾ ਸੀ ਜੀ। ਬਾਹਰ ਖੂਨ ਡੁੱਲਦਾ ਸੀ ਤੇ ਹਸਪਤਾਲ ਦੇ ਅੰਦਰ ਮੈਂ ਖੂਨ ਵਿਕਵਾਉਂਦਾ ਸੀ, ਖਰੀਦਵਾਉਂਦਾ ਸੀ। ਤੇ ਉਹ ਜ਼ਮਾਨਾ ਗੁਜ਼ਰ ਗਿਆ, ਖਾੜਕੂਆਂ ਦਾ ਜ਼ਮਾਨਾ ਖਤਮ ਹੋ ਗਿਆ। ਹਾਂ, ਫਿਰ ਅਚਨਚੇਤ ਸਭ ਕੁਝ ਬਦਲਣ ਲੱਗਾ। ਜਿਨ੍ਹਾਂ ਲੋਕਾਂ ਕੋਲ ਸਾਈਕਲ ਸੀ ਉਹਨਾਂ ਕੋਲ ਮੋਟਰਸਾਈਕਲ, ਤੇ ਜਿਨ੍ਹਾਂ ਕੋਲ ਸਕੂਟਰ ਮੋਟਰਸਾਈਕਲ ਸੀ ਉਹਨਾਂ ਕੋਲ ਕਾਰਾਂ। ਡਾਕਟਰਾਂ ਨੇ ਤਾਂ ਡਾਕਟਰੀ ਦੀ ਉਹ ਭਮੀਰੀ ਪਵਾਈ, ਡਾਕਟਰੀ ਬਦਲ ਗਈ। ਨਵੀਂ ਤਰ੍ਹਾਂ ਦੇ ਐਕਸਰੇ, ਅਲਟਰਾਸਾਊਂਡ, MRI, ਕਈ ਕੁਝ। ਇੰਨੇ ਪ੍ਰਾਈਵੇਟ ਹਸਪਤਾਲ, ਨਵੇਂ ਨਰਸਿੰਗ ਹੋਮ, ਟੈਸਟ ਕਰਨ ਵਾਲੇ, ਰਹਿ ਸੜਕ ਤੇ, ਹਰ ਸੜਕ ਤੇ ਇਹੋ ਜਿਹਾ ਕੁਝ ਨਾ ਕੁਝ। ਡਾਕਟਰਾਂ ਦੀਆਂ ਟੋਰਾਂ ਵੀ ਅਲੱਗ, ਪਹਿਲਾਂ ਪਹਿਲ ਛੋਟੀ ਕਾਰ, ਫਿਰ ਸਾਲ 2 ਸਾਲ ਵੱਡੀ ਕਾਰ, ਫਿਰ ਕਈ ਕਾਰਾਂ। ਮੈਂ ਵੀ ਮੋਟਰਸਾਈਕਲਾਂ ਉਹਨਾਂ ਦਿਨਾਂ 'ਚ ਹੀ ਲਈਆਂ ਜੀ, ਜਦੋਂ ਮੇਰਾ ਛੋਟਾ ਮੁੰਡਾ ਜੰਮਿਆ। ਪਰ ਮੋਟਰਸਾਈਕਲ ਐਵੇਂ ਨਹੀਂ ਆ ਗਿਆ ਜਨਾਬ, ਇਹਦੇ ਲਈ ਬੜੀ ਮਿਹਨਤ ਕਰਨੀ ਪਈ, ਤੇ ਮਿਹਨਤ ਕਰਨੀ ਸਿਖਾਈ ਡਾਕਟਰ ਰੰਧਾਵਾ ਨੇ। ਜਦੋਂ ਉਹਨਾਂ ਸਰਕਾਰੀ ਹਸਪਤਾਲ ਛੱਡ ਕੇ ਆਪਣਾ ਹਸਪਤਾਲ ਖੋਲ੍ਹਿਆ, ਉਹਨਾਂ ਨੇ ਮੈਨੂੰ ਗੱਲ ਸਮਝਾਈ। ਮੇਰੀ ਡਿਊਟੀ ਉਦੋਂ ਐਮਰਜੈਂਸੀ ਵਿੱਚ ਹੁੰਦੀ ਸੀ। ਜਦੋਂ ਕੁਝ ਸੱਟ ਦਾ ਕੋਈ ਮਰੀਜ਼ ਆਉਣਾ, ਮੈਂ ਮਰੀਜ਼ ਦੇ ਰਿਸ਼ਤੇਦਾਰਾਂ ਦੇ ਕੰਨਾਂ 'ਚ ਪਤੇ ਦੀ ਗੱਲ ਪਾ ਦੇਣੀ। ਦੇਖੋ ਬਾਦਸ਼ਾਹ, ਪੁੱਤਰ ਤੁਹਾਡਾ ਜਵਾਨ ਜਹਾਨ ਹੈ, ਉਹਦੀ ਜ਼ਿੰਦਗੀ ਦਾ ਸਵਾਲ ਹੈ। ਇੱਥੇ ਸਰਕਾਰੀ ਹਸਪਤਾਲ 'ਚ ਕੋਈ ਵੇਖਦਾ ਨਾ ਡਾਕਟਰ ਨਾ ਨਰਸਾਂ। ਮੈਂ ਤੇ ਜਿੰਨੇ ਕੇਸ ਵੇਖੇ ਆ, ਵਾਹਿਗੁਰੂ ਝੂਠ ਨਾ ਬੁਲਾਏ, ਸੱਚੇ ਪਾਤਸ਼ਾਹ ਨੂੰ ਜਾਣਦੇ ਨਹੀਂ ਆ, ਇੱਥੇ ਤਾਂ ਕੋਈ ਟਾਵਾਂ ਹੀ ਆ ਭਾਈ ਠੀਕ ਹੋਇਆ ਹੋਵੇ, ਨਹੀਂ ਤੇ ਕਿਸੇ ਦੀ ਲੱਤ ਵਿੰਗੀ ਤੇ ਕਿਸੇ ਦੀ ਬਾਂਹ ਟੇਢੀ। ਰੱਬ ਦਾ ਖੌਫ ਖਾਓ ਸਰਦਾਰ ਜੀ, 4 ਪੈਸੇ ਖਰਚੋ, ਇਹਨੂੰ ਲੈ ਜਾਓ ਡਾਕਟਰ ਰੰਧਾਵਾ ਕੋਲ। ਡਾਕਟਰ ਸਾਹਿਬ ਦੇ ਸਕੈਲਪਲ, ਮਤਲਬ ਆਪਰੇਸ਼ਨ ਕਰਨ ਵਾਲੇ ਚਾਕੂ, ਡਾਕਟਰੀ ਛੁਰੀ, ਉਹਦੇ ਹੱਥਾਂ 'ਚ ਜੀ ਜਾਦੂ ਹੈ, ਜਾਦੂ। ਪਰ ਅਸਲੀ ਜਾਦੂ ਡਾਕਟਰ ਸਾਹਿਬ ਦੇ ਹੱਥਾਂ 'ਚ ਹੈ। ਰੱਬ ਦੀ ਮਿਹਰ ਹੈ ਉਹਨਾਂ ਹੱਥਾਂ ਤੇ। ਕੀ ਕਿਹਾ ਜੇ? ਪੈਸੇ ਨਹੀਂ ਹੈਗੇ, ਮੈਂ ਕਰਾਉਂਗਾ ਜੀ ਤੁਹਾਡਾ ਮਰੀਜ਼ ਦਾਖਲ। ਡਾਕਟਰ ਸਾਹਿਬ ਤੇ ਬੰਦੇ ਹੀ ਕਮਾਲ ਦੇ ਆ, ਲੋਕਾਂ ਦੀ ਸੇਵਾ ਕਰਨ ਵਾਲੇ। ਤੁਸੀਂ ਮਰੀਜ਼ ਕਰਾਓ ਦਾਖਲ ਤੇ
ਤੇ ਬੰਦਾ ਕੋਈ ਭੇਜੋ ਪਿੰਡ ਜਾਂ ਸ਼ਾਹੂਕਾਰਾਂ ਕੋਲ, ਪੈਸੇ ਦਾ ਇੰਤਜ਼ਾਮ ਬੰਦੋਬਸਤ ਕਰ ਲਓ। ਗੱਲ ਇਹ ਕੋਈ ਗੱਲ ਹੀ ਨਹੀਂ ਜੀ ਹਜੂਰ, ਮੈਂ ਕਰਾਉਣਾ। ਬਸ ਮਰੀਜ਼ ਜਾ ਪਾਉਣਾ ਰੰਧਾਵਾ ਸਾਹਿਬ ਕੋਲ, ਡਾਕਟਰ ਨੇ 500 ਦਾ ਨੋਟ ਦੇਣਾ ਮੈਨੂੰ। ਜਨਾਬ ਉਸ ਜ਼ਮਾਨੇ 'ਚ ਨਾ 500 ਦਾ ਕੜ ਕਰਦਾ ਨੋਟ, 11 ਦੀ ਬੋਤਲ, ਮੁਰਗੇ ਦਾ ਬੰਦੋਬਸਤ ਹੋ ਜਾਣਾ, ਜਰਦਾ ਵੀ ਲਾ ਲੈਣਾ ਜੀ। ਆਹੋ ਸ਼ਾਮੋ ਨਾਲ ਵੀ ਯਾਰੀ ਉਹਨਾਂ ਹੀ ਦਿਲਾਂ 'ਚ ਹੋਈ ਸੀ। ਮਾਰ ਮਿੱਟੀ ਮੇਰੇ ਤੇ, ਮੇਰੇ ਮੋਟਰਸਾਈਕਲ ਤੇ, ਮੇਰੀ ਕਮਾਈ ਤੇ। ਇਹ ਨਹੀਂ ਲੱਗੀ ਸੀ ਹਸਪਤਾਲ, ਨਵੀਂ ਆਈ ਸੀ, ਸਟੋਰਾਂ ਦੀਆਂ ਸਫਾਈਆਂ ਕਰਦੀ ਸੀ, ਮੇਰੇ ਵੱਲ ਇਉਂ ਵੇਖਦੀ ਜਿਵੇਂ ਮੈਂ ਰਾਜਾ ਹੋਵਾਂ। ਤੇ ਰਾਜਾ ਤੇ ਜਨਾਬ ਮੈਂ ਸਾਂ ਹੀ। ਮੇਰੀ ਤੇ ਮਸ਼ਹੂਰੀ ਹੋ ਗਈ ਜੀ, ਚਾਰੇ ਪਾਸੇ ਪੂਰਨ ਹੀ ਪੂਰਨ। ਹੋਰ ਡਾਕਟਰ ਨਾਲ ਗੱਲ ਹੋ ਗਈ, ਹਰ ਡਾਕਟਰ ਨੇ ਮੈਨੂੰ ਕਹਿਣਾ, ਪੂਰਨਾ ਕੇਸ ਸਾਡੇ ਵੱਲ ਭੇਜ, ਤੈਨੂੰ ਖੁਸ਼ ਕਰ ਦਿਆਂਗੇ। ਡਾਕਟਰ ਰੰਧਾਵਾ ਤੈਨੂੰ ਕੀ ਦਿੰਦਾ? ਉਹਦੇ ਤੋਂ 2 ਗੁਣਾ 3 ਗੁਣਾ ਜਿੰਨਾ ਕਹੇ। ਲਓ ਜੀ, ਹਰ ਡਾਕਟਰ ਦਾ ਟੈਲੀਫੋਨ ਮੇਰੇ ਕੋਲ ਆਉਣਾ। ਮੇਰੀ ਬਦਲੀ ਹੋ ਗਈ ਜੀ ਮੈਡੀਸਨ ਵਾਰਡ 'ਚ, ਪਰ ਉਦੋਂ ਤੱਕ ਇਹ ਹੁਨਰ ਮੈਂ ਪੂਰਾ ਸਿੱਖ ਚੁੱਕਾ ਸੀ ਜੀ। ਮੈਂ ਤੇ ਇਸ ਹੁਨਰ ਦਾ ਬਾਦਸ਼ਾਹ ਹੋ ਗਿਆ ਸੀ, ਇਸ ਪੇਸ਼ੇ ਨੂੰ ਇਜਾਦ ਕਰਨ ਵਾਲਾ ਸੀ ਮੈਂ। ਕੀ ਕਿਹਾ ਜੀ? ਇਸ ਕਿੱਤੇ ਨੂੰ ਦਲਾਲੀ ਕਹਿੰਦੇ ਆ? ਵਾਹ ਸਰਦਾਰ ਜੀ, ਕਰ ਦਿੱਤੀ ਨਾ ਤੁਸੀਂ ਉਹ ਗੱਲ। ਦੱਸੋ, ਜੇ ਜ਼ਮੀਨ ਦੀ ਦਲਾਲੀ ਹੋ ਸਕਦੀ ਹੈ, ਕੱਪੜੇ ਦੀ ਦਲਾਲੀ ਹੋ ਸਕਦੀ ਹੈ, ਕਣਕ ਝੋਨਾ ਵੇਚਣ ਦੀ ਦਲਾਲੀ ਹੋ ਸਕਦੀ ਹੈ, ਕੋਲਿਆਂ ਦੀ ਦਲਾਲੀ ਹੋ ਸਕਦੀ ਹੈ, ਤੇ ਫਿਰ ਇਲਾਜ ਕਰਾਉਣ ਦੀ ਦਲਾਲੀ ਕਿਉਂ ਨਹੀਂ ਹੋ ਸਕਦੀ? ਇਹ ਵੀ ਕਿੱਤਾ ਹੈ, ਹੁਨਰ ਹੈ। ਲੱਖਾਂ ਰੁਪਏ ਖਰਚ ਕਰਦੇ ਡਾਕਟਰ ਬਣਨ ਲਈ, ਲੱਖਾਂ ਕਰੋੜਾਂ ਲਾ ਕੇ ਨਰਸਿੰਗ ਹੋਮ, ਪ੍ਰਾਈਵੇਟ ਹਸਪਤਾਲ, ਤੇ ਫਿਰ ਡਾਕਟਰਾਂ ਨੇ ਜੋ ਪੈਸੇ ਲਗਾਏ ਆਪਣੇ ਪੜ੍ਹਾਈ ਤੇ ਉਹਨਾਂ ਪੈਸੇ ਕਮਾਉਣੇ ਤੇ ਹੈ ਨਾ। ਤੇ ਸਾਡੇ ਵਰਗੇ ਹੁਨਰਮੰਦ ਤੇ ਚਾਹੀਦੇ ਉਹਨਾਂ ਨੂੰ, ਮਰੀਜ਼ ਉਹਨਾਂ ਕੋਲ ਪਹੁੰਚਾਉਣ ਲਈ। ਕੀ ਕਿਹਾ ਜੀ? ਡਾਕਟਰ ਰੱਬ ਦਾ ਰੂਪ ਹੁੰਦੇ? ਦੇਖੋ ਜੀ, ਮੇਰਾ ਮੂੰਹ ਨਾ ਖੁਲਵਾਓ। ਜੇ ਡਾਕਟਰ ਰੱਬ ਦਾ ਰੂਪ ਹੁੰਦੇ ਤਾਂ ਮੇਰੀ ਤੌਬਾ। ਜੇ ਡਾਕਟਰ ਰੱਬ ਦਾ ਰੂਪ ਨੇ ਤਾਂ ਫਿਰ ਰੱਬ ਕਿੱਦਾਂ ਦਾ ਹੋਵੇਗਾ? ਮੇਰੀ ਤੌਬਾ। ਰੱਬ ਵਾਲੀ ਗੱਲ ਛੱਡੋ। ਕੀ ਕਿਹਾ? ਡਾਕਟਰ ਚੰਗੇ ਵੀ ਹੁੰਦੇ ਨੇ? ਜਨਾਬ, ਹੁੰਦੇ ਹੋਣਗੇ, ਸੱਚਮੁੱਚ ਹੁੰਦੇ ਹੋਣਗੇ। ਇਹ ਆਖਣਾ ਕਿ ਚੰਗੇ ਨਹੀਂ ਹੁੰਦੇ ਵੀ ਚੰਗੀ ਗੱਲ ਨਹੀਂ। ਸਿੱਧੀ ਤਰ੍ਹਾਂ ਕੰਮ ਕਰਨ ਵਾਲੇ ਇਮਾਨਦਾਰ ਕਈ ਹੋ ਸਕਦੇ ਹੈ। ਮਤਲਬ ਹੋ ਸਕਦੇ ਹੈ ਸੇਵਾ ਕਰਨ ਵਾਲੇ, ਪਰ ਉਹਨਾਂ ਦੀ ਗਿਣਤੀ ਬੜੀ ਘੱਟ ਹੈ ਜੀ, ਆਟੇ 'ਚ ਨੂਣ ਬਰਾਬਰ। ਨਾਲੇ ਉਹਨਾਂ ਨੂੰ ਪੁੱਛਦਾ ਕੌਣ ਹੈ ਜਨਾਬ? ਪੁੱਛੇ ਵੀ ਕੌਣ? ਨਾ ਉਹਨਾਂ ਆਪਣੀ ਜੇਬ ਗਰਮ ਕਰਨੀ, ਨਾ ਮੇਰੇ ਵਰਗੇ ਗਰੀਬ ਦੀ। ਛੱਡੋ ਉਹਨਾਂ ਦੀ ਗੱਲ ਜੀ। ਉਹ ਗਰੀਬ ਗੁਰਬਿਆਂ ਦੇ ਡਾਕਟਰ ਆ, ਰਹਿ ਖਾਏ ਬੰਦਿਆਂ ਦੇ, ਜਿਨ੍ਹਾਂ ਤੇ ਕਿਤੇ ਨਾ ਕਿਤੇ ਮਰਨਾ ਹੀ ਹੁੰਦਾ। ਆਪਾਂ ਕਰ ਰਹੇ ਹਾਂ ਜੀ ਘੈਂਟ ਡਾਕਟਰਾਂ ਦੀ ਗੱਲ। ਘੈਂਟ ਡਾਕਟਰ ਜੀ, ਘੈਂਟ ਡਾਕਟਰ। ਚਲੋ ਛੱਡੋ, ਮੈਂ ਤੁਹਾਨੂੰ ਦੱਸ ਰਿਹਾ ਸਾਂ ਭਾਈ, ਮੇਰੀ ਬਦਲੀ ਮੈਡੀਕਲ ਵਾਰਡ 'ਚ ਹੋ ਗਈ। ਤੇ ਵੇਖੋ ਰੱਬ ਦੀ ਕਰਾਮਾਤ, ਉਦੋਂ ਇਹੋ ਜਿਹਾ ਇੱਕ ਦਾਤਾਂ ਵੀ ਆ ਗਈਆਂ ਜੀ। ਮੈਂ ਕਹਿੰਦਾ ਜੀ, ਮੇਰੀ ਤਾਂ ਜ਼ਿੰਦਗੀ ਬਦਲ ਦਿੱਤੀ। ਮੇਰੀ ਜ਼ਿੰਦਗੀ ਬਦਲ ਗਈ ਤੇ ਡਾਕਟਰਾਂ ਦੀ ਜ਼ਿੰਦਗੀ ਬਦਲ ਗਈ। ਮੇਰੇ ਕੋਲ ਹਰ ਵੱਡੇ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਦਾ ਨੰਬਰ ਤੇ ਉਹਨਾਂ ਕੋਲ ਮੇਰਾ ਨੰਬਰ। ਕਮਾਲ ਕਰਤੀ ਇਹਨਾਂ ਮੋਬਾਈਲਾਂ ਨੇ, ਤੇ ਕਮਾਲ ਕਰਤੀ ਪੂਰਨ ਸਿੰਘ ਨੇ ਜੀ। ਉਹ ਚੱਕਰੀ ਘੁਮਾਈ ਭਾਈ, ਸਾਰੇ ਡਾਕਟਰ ਆਸ਼ ਕਰ ਉੱਠੇ ਜੀ। ਮਰੀਜ਼ ਆਇਆ ਨਹੀਂ ਤੇ ਉਹਦੇ ਰਿਸ਼ਤੇਦਾਰਾਂ ਨਾਲ ਗੱਲ ਕਰਕੇ ਸਿੱਧੀ ਪ੍ਰਾਈਵੇਟ ਹਸਪਤਾਲ ਦੇ ਵੱਡੇ ਡਾਕਟਰ ਨਾਲ ਗੱਲ। ਸਰਕਾਰੀ ਹਸਪਤਾਲ 'ਚ ਜਨਾਬ ਨਰਸ ਨਹੀਂ ਗੱਲ ਕਰਦੀ ਤੁਹਾਡੇ ਨਾਲ, ਤੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰ ਜਨਾਬ ਕਿਸੇ ਹੋਰ ਦਾ ਫੋਨ ਚੁੱਕਣ ਨਾ ਚੁੱਕਣ, ਕਿਸੇ ਮੰਤਰੀ ਰਿਸ਼ਤੇਦਾਰ ਦਾ ਚੁੱਕਣ ਨਾ ਚੁੱਕਣ, ਪੂਰਨ ਦਾ ਫੋਨ ਜਾਏ ਤਾਂ ਉਸੇ ਵੇਲੇ ਹੈਲੋ ਪੂਰਨ, ਹਾਂ ਮੇਰੇ ਪੁੱਤਰ, ਹਾਂ ਮੇਰੇ ਵੀਰ। ਨਵੇਂ ਡਾਕਟਰ ਤੇ ਕਈ ਵਾਰ ਕਹਿੰਦੇ, ਉਹ ਪੂਰਨ ਜੀ, ਤੇ ਸੋਹਣੀਆਂ ਡਾਕਟਰਨੀਆਂ ਤੇ ਉਹਨਾਂ ਦੀ ਮਿੱਠੀ ਆਵਾਜ਼ ਜਨਾਬ,
ਕੰਨਾਂ 'ਚੋਂ ਮਿਸ਼ਰੀ ਘੁਲ ਜਾਂਦੀ ਹੈ। ਪਰ ਮਿਸ਼ਰੀ ਨੂੰ ਮਾਰੋ ਜੀ ਗੋਲੀ। ਇਸ ਮੋਬਾਈਲ ਨੇ ਤੇ ਮੇਰਾ ਕਮਿਸ਼ਨ ਪੂਰਾ ਪਹੁੰਚਾ ਦਿੱਤਾ ਹਜ਼ਾਰਾਂ 'ਚ। ਵੱਡੀ ਖੇਡ 'ਚ ਵੀ ਮੈਂ ਹੱਥ ਪਾਇਆ ਜੀ। ਮੈਂ ਕੀ ਪਾਉਣਾ ਸੀ, ਵੱਡੇ ਡਾਕਟਰਾਂ ਆਪੇ ਸਿਖਾ ਦਿੱਤਾ। ਇੱਕ ਡਾਕਟਰ ਤੋਂ ਦੂਜੇ ਡਾਕਟਰ, ਤੇ ਕਿਵੇਂ ਲੈ ਕੇ ਜਾਣਾ ਹੈ, ਟੈਸਟ ਕਿਹੜੀ ਲੈਬੋਰੇਟਰੀ 'ਚ ਕਰਾਉਣਾ ਹੈ। ਤੇ ਮੇਰੇ ਕੋਲ ਤੇ ਜਨਾਬ ਦਿੱਲੀ ਤੱਕ ਦੇ ਡਾਕਟਰਾਂ ਦੇ ਨੰਬਰ ਹਨ। ਗੁਰਦੇ ਤੱਕ ਪਵਾਏ ਮੈਂ ਲੋਕਾਂ ਦੇ। ਵੱਡੇ ਮੁੰਡੇ ਦਾ ਵਿਆਹ ਕੀਤਾ ਗੱਜ ਵੱਜ ਕੇ, ਉਹ ਮਿਊਨਿਸਪਲ ਕਮੇਟੀ 'ਚ ਲੱਗਾ। ਸਾਰੀ ਬਿਰਾਦਰੀ ਨੂੰ ਸ਼ਰਾਬ ਨਾਲ ਡਿੱਕ ਕਰਤਾ ਜੀ। ਉਹਦੇ ਬਾਅਦ ਧੀ ਵਿਆਹੀ, ਜਵਾਈ ਡੀਜੀ ਦਫ਼ਤਰ 'ਚ ਚਪੜਾਸੀ, ਮੋਟਰਸਾਈਕਲ ਦਿੱਤਾ ਜੀ ਮੈਂ ਦਾਜ 'ਚ। ਹਰ ਚੀਜ਼ ਫੰਨੇ ਖਾਂ। ਕੀ ਪੁੱਛਿਆ ਜੀ? ਸ਼ਾਮੋ ਦਾ ਕੀ ਬਣਿਆ? ਉਹ ਸ਼ਾਮੋ ਦੀ ਛੱਡੋ ਜੀ ਗੱਲ। ਉਹਦੇ ਨਾਲ ਯਾਰੀ ਤੋਂ 2-3 ਸਾਲ ਹੀ ਰਹੀ ਸੀ, ਫਿਰ ਉਹਦਾ ਵਿਆਹ ਹੋ ਗਿਆ। ਪੂਰਨ ਨਹੀਂ ਜਾਂਦਾ ਵਿਆਹਾਂ ਵਰੀਆਂ ਪਿੱਛੇ। ਨਾਲੇ ਜਨਾਬ ਪੈਸੇ ਜੇਬ 'ਚ ਆਉਂਦੇ ਹੋਣ ਤੇ ਰੰਨਾਂ ਦਾ ਕੀ ਘਾਟਾ ਹੈ। ਤੇ ਪੈਸੇ ਪੂਰਨ ਵੱਲ ਐਵੇਂ ਨਹੀਂ ਸੀ ਤੁਰੇ ਆਉਂਦੇ। ਮਿਹਨਤ ਕਰਦਾ ਸਾਂ ਮੈਂ। ਬਾਅਦ ਵਿੱਚ ਬਾਕੀ ਦੇ ਕਲਾਸ 4 ਵੀ ਆ ਗਏ ਮੇਰੇ ਪਿੱਛੇ ਪਿੱਛੇ। ਪਰ ਮੈਨੂੰ ਗੁਰੂ ਮੰਨਦੇ ਸਨ, ਉਸਤਾਦ ਤੇ ਆਖਰ ਉਹਨਾਂ ਦਾ ਮਸੀਹ। ਇਸ ਫਨ ਦਾ ਮਾਹਰ, ਪਰ ਵਿੱਚੋਂ ਵਿੱਚ ਉਹ ਮੈਨੂੰ ਖੋਰਾਂ ਵੀ ਲਾਉਂਦੇ। ਖੋਰਾਂ ਤੇ ਲੱਗਣੀਆਂ ਹੀ ਸੀ ਜੀ। ਉਹਨਾਂ ਨੂੰ ਵੀ ਢਿੱਡ ਲੱਗਿਆ, ਪਰ ਪੂਰਨ ਨੇ ਕਦੇ ਪਰਵਾਹ ਨਹੀਂ ਕੀਤੀ। ਰੱਬ ਸਾਰਿਆਂ ਨੂੰ ਦਿੰਦਾ ਹੈ, ਆਪਣੀ ਆਪਣੀ ਕਿਸਮਤ ਦਿੰਦਾ ਹੈ। ਬਸ ਬੰਦੇ ਨੂੰ ਹਿੰਮਤੀ ਹੋਣਾ ਚਾਹੀਦਾ ਜੀ, ਪੂਰਨ ਵਰਗਾ। ਤੇ ਹਿੰਮਤੀ ਪੂਰਨ ਵਰਗਾ ਕੋਈ ਹੈ ਹੀ ਨਹੀਂ। ਵੱਡਾ ਪੈਸਾ ਕੁੱਟਿਏ, ਵੱਡਾ ਪੈਸਾ ਕੁੱਟਿਆ, ਸ਼ਾਨਦਾਰ ਜ਼ਿੰਦਗੀ ਜੀਵੀ, ਕਾਮਯਾਬ ਜ਼ਿੰਦਗੀ ਜੀਵੀ ਹੈ ਜੀ। ਇਹ ਛੋਟੇ ਮੁੰਡੇ ਨੇ ਥੋੜਾ ਕੰਮ ਖਰਾਬ ਕੀਤਾ ਹੈ, ਇਹ ਨਸ਼ੇ ਕਰਨ ਲੱਗ ਪਿਆ। ਪਰ ਕੋਈ ਨਹੀਂ, ਨਸ਼ਾ ਤੇ ਅਸੀਂ ਵੀ ਕੀਤਾ ਜੀ। ਜਵਾਨ ਜਹਾਨ ਹੈ, ਆਪੇ ਹਟ ਜੂ। ਹਾਂਜੀ ਡਾਕਟਰ ਸਾਹਿਬ। ਹਾਂਜੀ ਰੰਧਾਵਾ ਸਾਹਿਬ। ਹਾਂਜੀ 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 ਹੋ ਜਾਓ। ਹਾਂਜੀ ਲੈ ਆਵਾਂਗਾ ਜੀ। ਹਾਂ ਉਹ ਮੇਰਾ ਧਿਆਨ ਰੱਖਣਾ ਬਸ ਤੁਸੀਂ। ਠੀਕ ਹੈ ਜੀ, ਓਕੇ। ਇਹ ਬਾਕੀ ਆਪਣੀਆਂ ਪੌ-ਬਾਰਾਂ ਅਜੇ ਵੀ ਡਾਕਟਰਾਂ ਨਾਲ ਤਾਂ ਸਿੱਧੀ ਖੜਕਦੀ ਹੈ। ਕੀ ਕਿਹਾ ਜੀ? ਜੇ ਪੌ-ਬਾਰਾਂ ਤੇ ਇੱਥੇ ਕਿੱਦਾਂ ਪਹੁੰਚਿਆ? ਉਹ ਤੁਹਾਨੂੰ ਪਤਾ ਹੀ ਹੈ, ਦੌੜਦਿਆਂ ਬੰਦਾ ਕਦੇ ਨਾ ਕਦੇ ਡਿੱਗ ਹੀ ਪੈਂਦਾ ਹੈ। ਜਿਹੜਾ ਇਹ ਸਾਰਾ ਕੁਝ ਹੋਇਆ ਨਾ, ਇਹਦੀ ਕਹਾਣੀ ਹੈ ਛੋਟੀ ਜੀ। ਆਪਣਾ ਕੰਮ ਠੀਕ ਠਾਕ ਚੱਲ ਰਿਹਾ ਸੀ। ਇੱਕ ਦਿਨ ਮੁੱਦਲਾਂ ਤੋਂ ਬੰਦੇ ਮਰੀਜ਼ ਲੈ ਕੇ ਆਏ। ਬੁੱਢੀ ਮਾਈ, ਕੈਂਸਰ ਸੀ ਉਸਨੂੰ। ਪੁੱਤਰ ਨੇ ਤੇ ਨੂੰਹ ਉਹਦੀ ਦੋਵੇਂ ਮਾਸਟਰ ਦੀ। ਕਾਰ ਸੀ ਉਹਨਾਂ ਕੋਲ, ਛੋਟੀ ਜਿਹੀ, ਪਤਾ ਨਹੀਂ ਆਪਣੀ ਜਾਂ ਮਾਈ ਨੂੰ ਦਿਖਾਉਣ ਲਈ ਕਿਸੇ ਦੀ ਲੈ ਕੇ ਆਏ ਸੀ। ਭਾਈਜਾਨ ਜਿਹਦੇ ਕੋਲ ਕਾਰ ਹੋਵੇ ਆਪਣੀ ਜਾਂ ਕਿਸੇ ਤੋਂ ਮੰਗੀ ਹੋਈ, ਉਹ ਬੰਦਾ ਕੋਈ ਖਾਂਦਾ ਹਿੰਦਾ ਹੀ ਹੋਏਗਾ ਨਾ। ਮੇਰਾ ਮਤਲਬ ਸਾਡੀ ਅਸਾਮੀ ਬਣਨ ਜੋਗਾ ਤੇ ਹੋਏਗਾ ਹੀ। ਆਪਾਂ ਫਸਾ ਲਈ ਅਸਾਮੀ। ਮੈਂ ਕਿਹਾ ਮਾਸਟਰ ਜੀ ਇਹਨੂੰ ਲੈ ਕੇ ਚੱਲੋ ਡਾਕਟਰ ਅਮਰ ਸਿੰਘ, ਅਮਰ ਹਸਪਤਾਲ। ਮੈਂ ਬਹਿ ਗਿਆ ਜੀ ਅਗਲੀ ਸੀਟ ਤੇ। ਰਸਤੇ 'ਚੋਂ ਗੱਲਾਂ ਕਰਨ, ਮਾਸਟਰਨੀ ਦੇ ਮੋਬਾਈਲ ਤੇ ਫੋਨ ਆਇਆ। ਪੁੱਤ ਕਰੀ ਜਾਏ ਤੇ ਰੋਈ ਜਾਏ। ਗੱਲਾਂ 'ਚ ਮੈਨੂੰ ਪਤਾ ਲੱਗ ਗਿਆ ਕਿ ਪੁੱਤ ਇਹਨਾਂ ਦਾ ਨਸ਼ੇੜੀ ਹੈ। ਦੋਹਾਂ ਦੀ ਕਮਾਈ ਉਹ ਖਾ ਜਾਂਦਾ ਹੈ। ਮੈਂ ਸੋਚਿਆ ਇਹ ਸਾਲੇ ਕਿਤੇ ਲਿੱਦੀ ਨਾ ਕਰ ਜਾਣ। ਕੈਂਸਰ ਦਾ ਇਲਾਜ ਸਰਦਾਰ ਜੀ ਕੋਈ ਸਸਤਾ ਹੈ? ਕੋਈ ਮਾਂ ਦਾ ਪੁੱਤ ਹੀ ਕਰਾ ਸਕਦਾ ਹੈ। ਦੋਵੇਂ ਜਣੇ ਰੋਏ ਜਿਹਾ ਜਾਣ। ਉੱਤੋਂ ਉਹਨਾਂ ਦੀ ਮਾਈ ਕਹਿੰਦੀ, ਪੁੱਤ ਮੈਨੂੰ ਵਾਪਸ ਲੈ ਚੱਲੋ, ਮੈਂ ਨਹੀਂ ਇਲਾਜ ਲੂਜ ਕਰਾਉਣਾ, ਪਿੰਡ ਵਾਲੇ ਡਾਕਟਰ ਦੀ ਦਵਾਈ ਠੀਕ ਆ। ਪੁੱਤ ਕਹਿੰਦਾ, ਨਹੀਂ ਮਾਤਾ ਤੂੰ ਫਿਕਰ ਨਾ ਕਰ, ਆਪਾਂ ਚੰਗੇ ਡਾਕਟਰ ਕੋਲ ਚੱਲੇ ਆ। ਖੈਰ ਜੀ ਗਏ। 50,000 ਰੁਪਏ ਐਡਵਾਂਸ ਜਮ੍ਹਾਂ ਕਰਵਾਏ। ਨਾਲੇ ਡਾਕਟਰ ਸਾਹਿਬ ਨੇ ਦੱਸਿਆ ਭਈ ਆਪਰੇਸ਼ਨ ਹੋਣ 1.5 ਲੱਖ ਉਹਦਾ ਲੱਗੂ, ਟੈਸਟਾਂ ਦਾ ਖਰਚਾ ਵੱਖਰਾ। ਡਾਕਟਰ ਨੇ ਮੇਰਾ 7,000 ਤੇ ਪਾਇਆ ਮੇਰੇ ਬੋਝੇ 'ਚ। ਆਪਾਂ
ਖੁਸ਼। ਮੈਂ ਬਾਹਰ ਆਇਆ ਤੇ ਮਾਸਟਰਨੀ ਮੈਨੂੰ ਮਿਲ ਗਈ, ਸੁਬਕ ਜੀ ਜਨਾਨੀ। ਪਤਾ ਨਹੀਂ ਕਿਉਂ ਉਹਨੂੰ ਵੇਖ ਕੇ ਮੈਨੂੰ ਹਮਦਰਦੀ ਜਿਹੀ ਹੋਈ। ਸ਼ਾਇਦ ਉਹਦੇ ਨਸ਼ੇੜੀ ਪੁੱਤ ਦੀ ਗੱਲ ਸੁਣ ਕੇ। ਮੇਰਾ ਛੋਟਾ ਵੀ ਤਾਂ ਏਦਾਂ ਦਾ ਹੀ ਹੈ ਨਾ। ਉਹ ਮਾਸਟਰਨੀ ਮੈਨੂੰ ਕਹਿੰਦੀ, ਵੀਰ ਇੰਨੇ ਪੈਸੇ ਤੇ ਹੈ ਹੀ ਨਹੀਂ ਸਾਡੇ ਕੋਲ। ਫਿਰ ਮੈਨੂੰ ਪੁੱਛਦੀ, ਤੈਨੂੰ ਕਿਸੇ ਚੰਗੇ ਸੁਨਿਆਰੇ ਦਾ ਪਤਾ ਹੈ? ਮੈਂ ਕਿਹਾ ਕਿਉਂ? ਕਹਿੰਦੀ ਕੱਲ ਨੂੰ ਆਪਣੇ ਗਹਿਣੇ ਲਿਆਉਂ ਤੇ ਵੇਚਣ ਜਾਣੇ। ਮੈਨੂੰ ਬੜਾ ਹੋਰ ਹੀ ਤਰ੍ਹਾਂ ਲੱਗਿਆ ਜੀ। ਮੈਂ ਕਿਹਾ ਮੈਂ ਜਾਣਦਾ ਬਚਨੇ ਸੁਨਿਆਰੇ ਨੂੰ। ਅਗਲੇ ਦਿਨ ਉਹਨੇ ਮੈਨੂੰ ਫੋਨ ਕੀਤਾ, ਮੈਂ ਅਮਰ ਹਸਪਤਾਲ ਗਿਆ। ਉਹਨਾਂ ਕੋਲ ਗਹਿਣਿਆਂ ਦੀ ਗਠੜੀ ਸੀ। ਮੈਂ ਉਹਨਾਂ ਨਾਲ ਗਿਆ ਸੁਨਿਆਰਿਆਂ ਦੀ ਵਾਲੇ ਬਾਜ਼ਾਰ। 1.25 ਲੱਖ ਦੇ ਗਹਿਣੇ ਵਿਕੇ ਜੀ। ਆਉਂਦੀ ਉਹ ਜਨਾਨੀ ਰੋਈ ਜਾਵੇ। ਹਸਪਤਾਲ ਆ ਕੇ ਪੈਸੇ ਜਮ੍ਹਾਂ ਕਰਾਏ, ਮੈਂ ਜਾ ਬੈਠਾ ਸ਼ਰਾਬ ਆਤੇ, ਦਾਰੂ ਪੀਤੀ, ਜਰਦਾ ਖਾਤਾ। ਪਰ ਪਤਾ ਨਹੀਂ ਕਿਉਂ ਮੈਨੂੰ ਸ਼ਰਮ ਜੀ ਆਏਗੀ। ਉਹ ਮਾਸਟਰ ਦੀ ਤਾਂ ਚਿਹਰਾ ਅੱਖਾਂ ਅੱਗੇ ਬਾਰ-ਬਾਰ ਆ ਜਾਂਦਾ। ਮੈਂ ਬੜਾ ਸਮਝਾਇਆ ਮਨ ਨੂੰ, ਜੇ ਇੰਨੇ ਵੱਡੇ ਡਾਕਟਰਾਂ ਨੂੰ ਸ਼ਰਮ ਨਹੀਂ, ਐਡੇ ਵੱਡੇ ਹਸਪਤਾਲਾਂ ਦੇ ਮਾਲਕਾਂ ਨੂੰ ਸ਼ਰਮ ਨਹੀਂ, ਤਾਂ ਤੂੰ ਕਿਉਂ ਸ਼ਰਮ ਦਾ ਠੇਕਾ ਲਿਆ ਤੂੰ? ਉਹ ਤੇ ਮਰੀਜ਼ਾਂ ਦਾ ਖੱਲ ਲਾਉਣ ਲੱਗਿਆ, ਸ਼ਰਮ ਨਹੀਂ ਕਰਦੇ, ਤੇ ਤੂੰ ਕਿਉਂ ਇੰਨਾ ਸੱਕਾ ਬਣਨਾ ਹੈ? ਇਹ ਮਾਸਟਰਨੀ ਦਾ ਨਾਲੇ ਇਹਨਾਂ ਮਾਸਟਰਾਂ ਦਾ ਆਪਣਾ ਹਿਸਾਬ ਕਿਤਾਬ ਕਿਹੜਾ ਠੀਕ ਹੈ? ਇਹ ਕਿਹੜਾ ਸਕੂਲਾਂ 'ਚ ਨਿਆਣਿਆਂ ਨੂੰ ਪੜਾਉਂਦੇ, ਟਿਊਸ਼ਨਾਂ ਕਰਦੇ ਆ, ਬਥੇਰਾ ਲੁੱਟਦੇ ਆ। ਦਫਾ ਕਰ ਇਹਨਾਂ ਨੂੰ। ਦਾਰੂ ਨਾਲ ਟਿਕ ਮੈਂ ਘਰ ਚਲਾ ਗਿਆ। ਅੱਗੋਂ ਮੇਰੀ ਘਰ ਵਾਲੀ ਉਹਨੇ ਲਾਹ ਪਾ ਕੀਤੀ ਮੇਰੀ, ਮੈਂ ਵੀ ਲਾ ਲਈ ਜੁੱਤੀ। ਉਹ ਕੁੱਟੀ, ਸਾਰੇ ਕੁਆਟਰਾਂ ਵਾਲਿਆਂ ਸੁਣਿਆ ਆਸ-ਪਾਸ। ਉੱਤੋਂ ਮੇਰਾ ਮੁੰਡਾ ਆ ਗਿਆ, ਛੋਟਾ ਸਾਲਾ ਨਸ਼ੇੜੀ। ਉਹ ਮੈਨੂੰ ਪੈ ਗਿਆ, ਓਏ ਮੇਰੀ ਮਾਂ ਨੂੰ ਕੁੱਟਦਾ। ਮੈਂ ਕਿਹਾ ਬੰਦਿਆ, ਐ ਮੇਰੀ ਘਰ ਵਾਲੀ ਹੈ, ਮੇਰਾ ਜੋ ਜੀ ਆਏ ਕਰੂ। ਮੈਂ ਉਹਨੂੰ ਵੀ ਲਾਈ ਧੌਣ। ਮੈਂ ਪੁੱਛਿਆ, ਆਰਾਮ ਜਿਆਦਾ ਕਿੱਥੋਂ ਖਾਣੇ ਗੰਦੇ ਨਸ਼ੇ? ਕੌਣ ਦਿੰਦਾ ਤੈਨੂੰ ਇਹੋ ਜਿਹੇ ਨਸ਼ੇ? ਸਾਲਾ ਬੋਲੇ ਕੁਝ ਨਾ। ਮੈਂ ਹੋਰ ਕੁੱਟਿਆ, ਇੰਨਾ ਕੁੱਟਿਆ ਇੱਕ ਵੇਲੇ ਤਾਂ ਇਉਂ ਲੱਗਿਆ ਜਿਵੇਂ ਮਰ ਗਿਆ ਹੋਵੇ, ਸਾਈ ਨਾ ਆਵੇ। ਮੇਰੇ ਤੇ ਜੀ ਪਸੀਨੇ ਛੁੱਟ ਗਏ। ਫਿਰ ਚੰਗੀ ਤਰ੍ਹਾਂ ਟੋਇਆ, ਵੇਖਿਆ ਤੇ ਜਿਉਂਦਾ, ਮੂੰਹ ਤੇ ਪਾਣੀ ਛਿੜਕਿਆ, ਨਸ਼ੇ ਵਾਲੀ ਦਵਾਈ ਦਿੱਤੀ। ਫਿਰ ਮੈਨੂੰ ਮਾਸਟਰ ਜੀ ਦਾ ਮੁੰਡਾ ਯਾਦ ਆਵੇ ਜੀ, ਜਿਹੜਾ ਉਹ ਦੱਸਦੇ ਸੀ ਕਿ ਨਸ਼ੇੜੀਆ। ਨੀਂਦ ਨਾ ਆਵੇ। ਮੈਂ ਚੁੱਕਿਆ 7,000 ਰੁਪਈਆ ਤੇ ਗਿਆ ਨਰਸਿੰਗ ਹੋਮ। ਮੈਂ ਸੋਚਿਆ ਇਹ ਪੈਸੇ ਮਾਸਟਰ ਜੀ ਨੂੰ ਵਾਪਸ ਦੇਣੇ ਆ। ਫਿਰ ਮਨ ਚ ਆਈ, ਉਹ ਕਹਿਣਗੇ ਤੂੰ ਤੇ ਸਾਲਾ ਬੜਾ ਆਪਣਾ ਬੜਬੜ ਬਹਿੰਦਾ ਸੀ, ਵਿੱਚੋਂ ਤੂੰ ਸਾਲਾ ਦੱਲਾ ਨਿਕਲਿਆ। ਮੈਂ ਸੋਚਿਆ ਕੀ ਕਰਾਂ ਕੀ ਨਾ ਕਰਾਂ। ਮੈਂ ਨਰਸਿੰਗ ਹੋਮ ਦੇ ਅੰਦਰ ਗਿਆ। ਸਾਰੇ ਤੇ ਮੈਨੂੰ ਜਾਣਦੇ ਸੀ। ਇੱਕ ਕਮਰੇ ਵਿੱਚ ਡਾਕਟਰ ਦੇ ਨਾਈਫ, ਚਾਕੂ, ਛੁਰੀਆਂ, ਸਕੈਲਪੈਲ, ਸਟਰਲਾਈਟ ਹੋਣਦੇ। ਮੈਂ ਅੱਖ ਚੁਰਾ ਕੇ ਸਕੈਲਪੈਲ ਚੁੱਕਿਆ ਤੇ ਆ ਗਿਆ ਬਾਹਰ। ਡਾਕਟਰ ਦੀ ਕਾਰ ਦੇ ਟਾਇਰ ਨੂੰ ਮਾਰਿਆ ਦੇ ਕੇ ਦਿੱਤਾ ਟਾਇਰ ਪੈਂਚਰ। ਅੱਧੀ ਰਾਤ ਡਾਕਟਰ ਜਾਣ ਲੱਗਾ ਤੇ ਗੱਡੀ ਪੈਂਚਰ। ਡਾਕਟਰ ਕੱਢੇ ਡਰਾਈਵਰ ਤੇ ਨੌਕਰਾਂ ਨੂੰ ਗਾਲਾਂ। ਫਿਰ ਡਰਾਈਵਰ ਨੇ ਸਟੈਪਨੀ ਲਾਈ। 15-20 ਮਿੰਟ ਡਾਕਟਰ ਤੰਗ ਹੋਇਆ। ਮੈਂ ਲੁਕ ਕੇ ਵੇਖ ਰਿਹਾ ਸੀ। ਮੇਰਾ ਚਿੱਤ ਸ਼ਾਂਤ ਜਿਹਾ ਹੋ ਗਿਆ। ਅਗਲੇ ਦਿਨ ਡਾਕਟਰ ਆਪਣੇ ਕੰਮ ਤੇ, ਆਪਾਂ ਆਪਣੇ ਕੰਮ ਤੇ। ਫਿਰ ਜਿਹੜੇ ਡਾਕਟਰ ਨੂੰ ਮੈਂ ਕੇਸ ਦੇਣਾ, ਉਹਦੇ ਕੋਲੋਂ ਕਮਿਸ਼ਨ ਲੈ ਲੈਣਾ। ਦਾਰੂ ਪੀਣੀ, ਜਰਦਾ ਖਾਣਾ, ਸੋ ਜਾਣਾ। ਇੱਕ ਵਾਰ ਤੇ ਘੂਮੀ ਜਿਹੀ ਆਉਣੀ, ਪਰ ਫਿਰ ਨੀਂਦ ਅਟਕ ਜਾਣੀ ਤੇ ਫਿਰ ਮੈਨੂੰ ਦੌਰਾ ਜਿਹਾ ਪੈ ਜਾਣਾ। ਫਿਰ ਮੈਂ ਉੱਠਣਾ, ਉਹ ਡਾਕਟਰ ਵਾਲਾ ਸਕੈਲਪਲ ਫੜਨਾ, ਰਾਤ ਨੂੰ ਜਾ ਕੇ ਡਾਕਟਰ ਦੀ ਗੱਡੀ ਕਰ ਦੇਣੀ ਪੈਂਚਰ। ਏਦਾਂ ਇੱਕ ਰਾਤ ਨੂੰ ਡਾਕਟਰ ਸੁਖਪਾਲ ਦੇ ਹਸਪਤਾਲ ਗਿਆ ਤੇ ਕਾਰ ਲਾਗੇ ਉਹਦਾ ਡਰਾਈਵਰ ਖਲੋਤਾ। ਉਹ ਹਿੱਲੇ ਹੀ ਨਾ। ਰਾਤ ਦੇ 11 ਵਜੇ ਘਰ ਗਿਆ। ਮੈਨੂੰ ਉਹਦੇ ਘਰ ਦਾ ਪਤਾ, ਮੈਂ ਵੀ ਉਹਦੇ ਪਿੱਛੇ ਆ। ਪਰ ਡਾਕਟਰ ਨੇ ਗੇਟ ਬੰਦ ਕਰ ਲਿਆ। ਪਰ ਮੈਨੂੰ ਚੈਨ ਨਾ। ਮੈਂ ਅੱਧੀ ਰਾਤ ਡਾਕਟਰ ਦਾ ਗੇਟ ਟੱਪ ਕੇ ਗਿਆ ਅੰਦਰ। ਗੱਡੀ ਪੈਂਚਰ ਕੀਤੀ। ਸ਼ਰਾਬ ਦਾ ਨਸ਼ਾ, ਚਰਸ ਦੀ ਚੁਸਤੀ। ਆਪਾਂ ਕਦੀ ਫੜੇ ਨਹੀਂ ਗਏ ਬਾਈ ਜੀ। ਘਾਤ ਲਾ ਕੇ ਕੰਮ ਕਰੀਦਾ। ਡਾਕਟਰਾਂ 'ਚ ਗੱਲ ਥੋੜਾ ਬਹੁਤ ਚੱਲੀ, ਪਰ ਕੋਈ ਸਾਡੀਆਂ ਗੱਡੀਆਂ ਪੈਂਚਰ ਕਰਦਾ, ਇਹ ਸਭ ਗੱਲਾਂ ਚੱਲਦੀਆਂ ਰਹੀਆਂ। ਪਰ ਡਾਕਟਰ ਕੋਲ ਕਿੱਥੇ ਵੇਲ ਜੀ ਇਹ ਸਭ ਗੱਲ ਬਾਰੇ ਸੋਚਣ ਦੀ। ਪਰ ਕੱਲ ਮੈਥੋਂ ਗਲਤੀ ਹੋ ਗਈ ਜੀ।
ਐਵੇਂ ਕਮਲ ਖਿਲਾਰਤਾ ਮੈਂ। अस्पताल वाला सरकारी डॉक्टर है प्रोफेसर सतपाल, ਇਹ ਸਾਲਾ ਬੜਾ ਤੰਗ ਕਰਦਾ ਹੈ। ਵਾਰਡ 'ਚ ਸਫਾਈ ਦਾ ਕੰਮ ਮੇਰੇ ਜਿੰਮੇ, ਮੈਂ ਇਹਦੇ ਘਰ ਜੀ ਜਾਂਦਾ, ਬੇਲ ਬੂਟੇ ਘਾਹ ਸਭ ਕੁਝ ਮੈਂ ਹੀ ਲਾਇਆ, ਕਦੇ ਪੈਸਾ ਨਹੀਂ ਧਰਿਆ ਇਸਨੇ ਤਲੀ ਤੇ। ਇਹ ਆਪਣੇ ਪ੍ਰਾਈਵੇਟ ਕੇਸ ਵਿਰਮਾਨੀ ਨਰਸਿੰਗ ਹੋਮ ਤੇ ਪਵਾਉਂਦਾ ਹੈ ਜੀ। ਸਾਨੂੰ ਕਹਿੰਦਾ ਕੇਸ ਲਿਆਓ, ਕੇਸ ਲੈ ਕੇ ਆਓ, ਕੇਸ ਤੇ ਲਿਆਏ ਨਹੀਂ ਹੈ, ਪਰ ਸਾਲਾ ਪੈਸਾ ਹੱਥ 'ਚ ਨਾ ਰੱਖਣ ਲੱਗਿਆ, ਕੰਜੂਸ। ਐਵੇਂ 500,000 ਆਪਣੇ ਆਪ ਨੂੰ ਅਫਸਰ ਸਮਝਦਾ। ਅਫਸਰ ਤੇ ਚਲੋ ਹੈ ਹੀ, ਪਰ ਸਾਡਾ ਹੱਕ ਤੇ ਨਾ ਮਾਰੇ ਬਈ। ਜੇ ਤੂੰ ਪੈਸਾ ਬਣਾਉਣਾ ਹੈ ਤਾਂ ਕੁਝ ਸਾਡੀ ਤਲੀ ਤੇ ਵੀ ਰੱਖ। ਉਤੋਂ 4 ਦਿਨ ਕੇਸ ਨਾ ਲਿਆਓ ਤੇ ਗਾਲਾਂ ਕੱਢਦਾ, ਕਹਿੰਦਾ ਰਿਪੋਰਟ ਕਰ ਦਊਂ ਤੁਹਾਡੀ। ਕੱਲ ਮੈਂ ਕੇਸ ਲਿਆ ਕੇ ਦਿੱਤਾ ਜੀ। ਹਸਪਤਾਲ ਜੇ ਬੰਦੇ ਸਨ ਪਿੰਡ ਦੇ, ਕਹਿਣ ਅਸੀਂ ਸਰਕਾਰੀ ਇਲਾਜ ਕਰਵਾਉਣਾ, ਸਾਡੇ ਕੋਲ ਪੈਸੇ ਨਹੀਂ। ਮੈਂ ਸਮਝਾਇਆ, ਮੱਥਾ ਮਾਰਿਆ, ਮੈਂ ਕਿਹਾ ਸਰਕਾਰੀ ਹਸਪਤਾਲ ਤੁਹਾਡੇ ਪੁੱਤ ਨੇ ਨਹੀਂ ਬਚਣਾ ਜੀ। ਇਲਾਜ ਸਰਕਾਰੀ ਡਾਕਟਰ ਤੋਂ ਕਰਵਾ ਲਓ, ਪਰ ਕਰਾਓ ਪ੍ਰਾਈਵੇਟ ਥਾਂ ਤੇ, ਪੈਸੇ ਵੀ ਘੱਟ ਕਰਾ ਦਊਂ। ਬੜੀ ਮੁਸ਼ਕਿਲ ਨਾਲ ਮੰਨੇ, ਸਿਰ ਪੀੜ ਹੋਣ ਲੱਗ ਪਈ। ਸਮਝਾ ਕੇ ਮੈਂ ਲੈ ਕੇ ਗਿਆ ਨਾਲ ਨਰਸਿੰਗ ਹੋਮ 'ਚ, ਐਡਵਾਂਸ ਪੈਸੇ ਜਮ੍ਹਾਂ ਕਰਾਏ। ਮੇਰੇ ਸਿਰ 'ਚ ਪੀੜ, ਮੈਂ ਬਹੁਤ ਪਰੇਸ਼ਾਨ ਜੀ। ਹਟੇ ਹੀ ਨਾ। ਤਾਰੀਖ 27, ਪੈਸੇ ਜੇਬ 'ਚ ਨਾ। ਸ਼ਾਮ ਨੂੰ ਡਾਕਟਰ ਨੂੰ ਕਿਹਾ, ਕਹਿੰਦੇ 2 ਦਿਨ ਠਹਿਰ ਕੇ ਦਊਂ। ਮੈਂ ਤਰਲਾ ਮਾਰਿਆ, ਮੈਂ ਕਿਹਾ ਨਸ਼ਾ ਪੱਤਾ ਕਰਨਾ ਹੈ, ਪਰ ਨਹੀਂ ਮੰਨਿਆ। ਮੈਂ ਹਸਪਤਾਲੋਂ ਬਾਹਰ ਠੇਕੇ ਤੇ ਆ ਕੇ ਪੀ ਲਈ ਨੀਟ ਸਿੱਧੀ ਬੋਤਲ ਤੋਂ, ਨਾਲ ਮਾਰਿਆ ਜਰਦੇ ਦਾ ਫੱਕਾ। ਨਸ਼ਾ ਹੋ ਗਿਆ ਜੀ। ਐਦਾਂ ਦਾ ਨਸ਼ਾ ਪਹਿਲਾਂ ਕਦੇ ਨਹੀਂ ਹੋਇਆ ਮੈਨੂੰ, ਤੇ ਕੁਝ ਯਾਦ ਹੀ ਨਹੀਂ। ਯਾਦ ਕੀ ਹੋਣਾ ਜਦ ਹੋਸ਼ ਹੀ ਨਹੀਂ ਆਈ। ਕਹਿੰਦੇ ਆ ਮੈਂ ਵਾਰਡ 'ਚ ਗਿਰਿਆ ਜੀ। ਡਾਕਟਰਾਂ ਨੂੰ ਗਾਲਾਂ ਕੱਢੀਆਂ, ਨਰਸਾਂ ਨੂੰ ਗਾਲਾਂ ਕੱਢੀਆਂ, ਕਹਿੰਦੇ ਧੱਕੇ ਦੇ ਕੇ ਮੈਨੂੰ ਬਾਹਰ ਕੱਢਿਆ ਉਹਨਾਂ। ਫਿਰ ਕਹਿੰਦੇ ਆ ਮੈਂ ਡਾਕਟਰ ਸਤਪਾਲ ਦੀ ਕਾਰ ਦੇ ਟਾਇਰ ਬਾਲਤੇ, ਚਾਰੇ ਦੇ ਚਾਰੇ। ਫਿਰ ਥੱਲੇ ਖਲੋਤਾ, ਸਭ ਨੂੰ ਗਾਲਾਂ ਕੱਢੀ ਜਾਵਾਂ। ਉਹਨਾਂ ਪੁਲਿਸ ਬੁਲਾ ਲਈ। ਸਾਲੇ ਮੇਰੇ ਬਹੁਤ ਕੁੱਟਿਆ ਉਹਨਾਂ ਨੇ। ਪਤਾ ਨਹੀਂ ਕਿੱਥੇ ਕਿੰਨੇ ਚਿਰ ਬਾਅਦ ਮੈਨੂੰ ਹੋਸ਼ ਆਇਆ। ਇਹ ਸਾਲੇ ਪੁਲਸੀਏ, ਕਿੰਨਿਆਂ ਨੂੰ ਤੇ ਮੈਂ ਜਾਣਦਾ, ਕਿੰਨਿਆਂ ਨੂੰ ਮੈਂ ਮਰੀਜ਼ ਦਿਖਾਏ ਆ, ਕਿੰਨਿਆਂ ਨੂੰ ਮੈਂ ਦਾਰੂ ਪਿਆਈ ਆ, ਪਰ ਸਾਲੇ ਮੇਰੇ ਕੁੱਟਣੋਂ ਨਾ ਹਟਣ। ਉੱਤੋਂ ਫੋਨ ਆਇਆ, ਸਾਲੇ ਕੁਝ ਲੱਗਦੇ ਮੇਰੇ ਉੱਤੋਂ ਦੇ ਫੋਨ ਦੇ ਉੱਤੋਂ ਫੋਨ ਆਇਆ। ਫਿਰ ਡਾਕਟਰ ਸਤਪਾਲ ਖੁਦ ਥਾਣੇ ਆਇਆ। ਫਿਰ ਥਾਣੇਦਾਰ ਮੇਰੇ ਤੇ ਆ ਚੜਿਆ। ਭਾਈ ਡਾਕਟਰ ਕਹਿੰਦਾ ਉਹਨਾਂ ਤਫਤੀਸ਼ ਕੀਤੀ ਹੈ ਤੇ ਸਿੱਟਾਂ ਕੱਢੀਆਂ ਪਈ, ਇਹੋ ਹੀ ਬੰਦਾ ਹੈ ਜਿਹੜਾ ਡਾਕਟਰਾਂ ਦੀਆਂ ਕਾਰਾਂ ਤੇ ਟਾਇਰ ਪਾਲਦਾ। ਕਹਿੰਦਾ ਸੱਚੋ ਸੱਚ ਦੱਸ। ਮੈਂ ਨਾ ਨੁਕਰ ਕੀਤੀ, ਪਰ ਪੰਜਾਬ ਪੁਲਿਸ ਦੇ ਸਾਹਮਣੇ ਬੰਦਾ ਕਿੰਨੀ ਕੁ ਚਿਰ ਟਿਕ ਸਕਦਾ ਹੈ। ਮੈਂ ਮੰਨ ਗਿਆ ਜੀ, ਹਾਂਜੀ ਮੈਂ ਮੰਨ ਗਿਆ। ਸਾਰੇ ਡਾਕਟਰਾਂ ਦੇ ਨਾਂ ਦੱਸੇ ਜਿਨ੍ਹਾਂ ਦੀਆਂ ਕਾਰਾਂ ਦੇ ਟਾਇਰ ਪਾੜੇ। ਉਹ ਮੇਰਾ ਸਕੈਲਪੈਲ, ਉਹ ਜੀ ਮੇਰਾ ਚਾਕੂ, ਉਹ ਮੇਰਾ ਨਹੀਂ, ਡਾਕਟਰ ਅਮਰ ਸਿੰਘ ਦਾ ਸਕੈਲਪੈਲ, ਉਹ ਵੀ ਪੁਲਿਸ ਵਾਲਿਆਂ ਕੋਲ। ਪਹਿਲਾਂ ਤੇ ਮੈਂ ਕਹਿਣ ਲੱਗਾ ਜੀ ਇਹ ਮੇਰਾ ਨਹੀਂ, ਫਲਾਂ ਡਾਕਟਰ ਦਾ। ਫਿਰ ਪਤਾ ਨਹੀਂ ਮੇਰੇ ਮਨ 'ਚ ਕੀ ਆਇਆ, ਮੈਂ ਕਿਹਾ ਇਹ ਮੇਰਾ ਹੀ ਹੈ, ਇਹ ਮੇਰਾ ਚਾਕੂ ਹੈ, ਮੇਰਾ ਸਕੈਲਪੈਲ। ਥੈਂਕ ਯੂ ਦੋਸਤੋ। ਸਾਡੇ ਨਾਲ ਇਸ ਨਾਟਕ ਨੂੰ ਦੇਖਣ ਲਈ ਜੁੜੇ ਸਾਥੀ, ਮੈਂ ਉਹਨਾਂ ਦਾ ਜ਼ਿਕਰ ਜ਼ਰੂਰ ਕਰਾਂਗੀ। ਡਾਕਟਰ ਕਮਲੇਸ਼ ਉੱਪਲ ਮੇਰੇ ਗੁਰੂ, ਵੈਰੀ ਵੈਲ ਡਾਕਟਰ ਇੰਦਰਜੀਤ ਕੌਰ ਗੋਲਡੀ, ਸੁਖਵਿੰਦਰ ਕੌਰ, ਰਮਨੀਕ ਘੁੰਮਣ, ਪਰਮਜੀਤ ਪਾਸੀ, ਭੁਪਿੰਦਰ ਉਤਰੇਜਾ ਜੀ ਕਹਿ ਰਹੇ ਨੇ ਨਾਓ ਇਟਸ ਇੰਟਰਨੈਸ਼ਨਲ ਫੈਸਟੀਵਲ ਆਫ ਥੀਏਟਰ, ਕੰਗ੍ਰੈਚੁਲੇਸ਼ਨ ਟੀਮ ਬੋਹੇਮੀਅਨਸ ਐਂਡ ਡਾਕਟਰ ਮਿਸਟਰ ਗੁਰਵਿੰਦਰ ਸਿੰਘ। ਲੱਖਾ ਲਹਿਰੀ ਲਿਖ ਰਹੇ ਨੇ ਕੁਲਜੀਤ ਜੀ ਦਿਲਚਸਪ ਰੀਡਿੰਗ ਵੀ ਇੱਕ ਵੱਖਰੀ ਕਿਸਮ ਦੀ ਕਲਾ ਹੈ, ਤੁਸੀਂ ਹਰ ਪਾਤਰ ਨੂੰ ਮਹਿਸੂਸ ਕਰਕੇ ਰੀਡਿੰਗ ਕਰ ਰਹੇ ਹੋ। ਗੁਰਵਿੰਦਰ ਮਕਨਾ ਜੀ, ਹਰਦੀਪ ਗਿੱਲ, ਰਵੀ ਨੰਦਨ, ਗੁਰਦੀਪ ਪਹੇਸ਼, ਦਵਿੰਦਰ ਕੁਮਾਰ ਜੀ, ਬਹੁਤ ਸਾਰੇ ਸਾਥੀ ਸਾਡੇ ਨਾਲ ਜੁੜੇ ਹੋਏ ਨੇ। ਕੁਲਜੀਤ ਸਰ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ, ਬਹੁਤ ਅੱਛੀ ਪ੍ਰੋਡਕਸ਼ਨ ਹੈ। ਮੈਂ ਹੁਣ ਤੁਹਾਡੇ ਨਾਲ ਇਸ ਪ੍ਰੋਡਕਸ਼ਨ ਤੇ ਗੱਲ ਕਰਨਾ ਚਾਹਾਂਗੀ। ਮੇਰੇ ਦਰਸ਼ਕਾਂ ਦੇ ਬਹੁਤ ਸਵਾਲ ਨੇ, ਤੁਸੀਂ ਇਹੀ ਨਾਟਕ ਕਿਉਂ ਚੁਣਿਆ, ਤੁਹਾਨੂੰ ਕੀ ਲੱਗਿਆ, ਮਤਲਬ ਥੋੜਾ ਜਿਹਾ ਇਹਦੇ ਬਾਰੇ ਵੀ ਚਾਨਣਾ ਪਾਓ ਪਲੀਜ਼।
ਇੱਕ ਤੇ ਦੋ ਕਾਰਨ ਨੇ। ਇੱਕ ਪਹਿਲਾ ਹਾਂਜੀ। ਰੀਜ਼ਨ ਇਹ ਸੀ ਕਿ ਇੱਕ ਸੋਲੋ ਪਿਕ ਕਰਨਾ ਸੀ, ਬਾਕੀ ਐਕਟਰਸ ਨਾਲ ਰਿਹਰਸਲ ਕਰ ਨਹੀਂ ਸਕਦੇ, ਤੇ ਕੋਈ ਏਕਲ ਪ੍ਰਸਤੁਤੀ ਹੋਏ ਜਿਹਦੇ ਚ ਸੋਲੋ ਪਰਫਾਰਮੈਂਸ ਹੋ ਸਕੇ। ਤੇ ਸਵਰਾਜਵੀਰ ਹੋਰਾਂ ਦੇ 7 ਛੋਟੇ ਨਾਟਕਾਂ ਨੂੰ ਮੈਂ ਓਵਰਵਿਊ ਕੀਤਾ, ਜਿਹਦੇ ਚ ਮੈਨੂੰ ਲੱਗਿਆ ਬਹੁਤ ਕੰਟੈਂਪਰਰੀ ਨਾਟਕ ਹੈ, ਜੋ ਇੱਕ ਬਿਲਕੁਲ ਸਮੇਂ ਨਾਲ ਢੁਕਵੀਂ ਚੀਜ਼। ਹਾਂਜੀ ਹਾਂਜੀ। ਹੋਰ ਜਿਵੇਂ ਕਰੋਨਾ ਦੇ ਟਾਈਮ ਤੇ ਅਸੀਂ ਦੇਖ ਪਾ ਰਹੇ ਹਾਂ, ਇੱਕ ਤਰਫ ਕਰੋਨਾ ਵਾਰੀਅਰਸ ਨੇ, ਉੱਤੇ ਖਬਰਾਂ ਆਉਂਦੀਆਂ ਨੇ ਕਿਵੇਂ ਡਾਕਟਰ ਪੈਸੇ ਬਣਾਉਣ ਦੀ ਵੀ ਪੂਰੀ ਮੁਹਿੰਮ ਚ ਲੱਗੇ ਕੋਸ਼ਿਸ਼ ਹੋਏ। ਕਰ ਰਹੇ, ਬਿਲਕੁਲ ਇਹ ਸਾਰੀ ਨਾਟਕ ਦੁਨੀਆ ਪੂਰਾ ਕਮੈਂਟ ਹੈਗਾ ਉਸ ਮੈਡੀਕਲ ਫ੍ਰੈਟਰਨਿਟੀ ਤੇ, ਜਿਹਦਾ ਕੰਮ ਬਚਾਣਾ ਸੀ, ਉਹ ਹੁਣ ਛੁਰੀ ਲੈ ਕੇ ਬੈਠਾ ਛੁਰੀ ਹੈ। ਲੈ ਕੇ ਬੈਠਾ ਛੁਰੀ ਦੇ ਬਿਲਕੁਲ। ਥਰੂ ਕੀ ਅੱਜ ਕਰਦਾ ਕੱਲ ਇਹੀ ਤੇ ਹੋ ਰਿਹਾ, ਠੀਕ ਕਹਿ ਰਹੇ ਤੁਸੀਂ। ਅੱਜ ਦੇ ਹਾਲਾਤਾਂ ਦੇ ਵਿੱਚ ਸਭ ਕੁਝ ਏਦਾਂ ਹੀ ਵਾਪਰ ਰਿਹਾ। ਅਸੀਂ ਖਬਰਾਂ ਸੁਣਦੇ ਹਾਂ, ਰੋਜ਼ਾਨਾ ਜ਼ਿੰਦਗੀ 'ਚ ਦੇਖ ਵੀ ਰਹੇ ਹਾਂ। ਹਾਂਜੀ। ਬਹੁਤ ਸਾਰੇ ਦਰਸ਼ਕ ਜੁੜੇ ਹੋਏ ਨੇ, ਤੁਹਾਡੇ ਦਾ ਥੈਂਕਸ ਕਰ ਰਹੇ ਨੇ, ਕੰਗ੍ਰੈਟ ਕਰ ਰਹੇ ਨੇ ਤੁਹਾਨੂੰ। ਹਰੀਸ਼ ਖੁਰਾਣਾ ਜੀ ਕਹਿ ਰਹੇ ਨੇ ਬਹੁਤ ਵਧੀਆ ਪਰਫਾਰਮੈਂਸ ਸੀ। ਚਿਤਰਾਜ ਜੀ ਕਹਿ ਰਹੇ ਨੇ ਐਕਸਲੈਂਟ ਗੋਲਡੀ ਐਂਡ ਲੱਖਾ ਲਹਿਰੀ, ਥੈਂਕਸ ਫॉर ਬ੍ਰਿੰਗਿੰਗ ਇਟ। ਫਿਲਮ ਮੇਕਰ ਨੇ ਬਹੁਤ ਵੱਡੇ। ਸਰ ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਪੁੱਛਣਾ ਚਾਹਾਂਗੀ। ਮੇਰੇ ਮਨ 'ਚ ਬੜਾ ਸਵਾਲ ਆ ਰਿਹਾ, ਜਦੋਂ ਤੁਸੀਂ ਪੰਜਾਬ ਤੋਂ ਦਿੱਲੀ ਤੋਂ ਬਾਹਰ ਥੀਏਟਰ ਕਰਦੇ ਹੋ, ਪੰਜਾਬ 'ਚ, ਹਰਿਆਣਾ 'ਚ, ਜਾਂ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਕੰਮ ਕਰਦੇ ਹੋ, ਤਾਂ ਤੁਸੀਂ ਕਿੱਦਾਂ ਟੀਮ ਲੈ ਕੇ ਜਾਂਦੇ ਹੋ? ਉਹਦਾ ਉੱਥੇ ਪੰਜਾਬੀ ਥੀਏਟਰ ਦਾ, ਖਾਸ ਕਰਕੇ ਇੰਟਰਨੈਸ਼ਨਲ ਜਦੋਂ ਟੂਰ ਤੇ ਜਾਂਦੇ ਹੋ, ਪੰਜਾਬੀ ਥੀਏਟਰ ਦਾ ਕੀ ਦਰਸ਼ਕਾਂ ਦਾ ਮਤਲਬ ਕੀ ਕਹਾਂ, ਮਤਲਬ ਉਹਨਾਂ ਦੀ ਕਿੱਦਾਂ ਦੀ ਭੁੱਖ ਹੈ, ਤੇ ਕਿੱਦਾਂ ਚਾਹੁੰਦੇ ਨੇ ਕਿ ਸਾਨੂੰ ਪੰਜਾਬੀ ਕੀ ਉਹਨਾਂ ਦੇ ਐਪਰੀਸ਼ੀਏਸ਼ਨ ਮਿਲੇਗਾ? ਇੱਕ ਫੈਸਟੀਵਲ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ, ਸੈਨ ਡਿਏਗੋ ਫ੍ਰਿੰਜ ਫੈਸਟੀਵਲ ਵਿੱਚ ਸਾਡਾ ਇੱਕ ਨਾਟਕ ਗਿਆ ਸੀ ਜਿਹਦਾ ਨਾਂ ਸੀ ਹੀਰ ਸ਼ੇਕਸਪੀਅਰ। ਉਹ ਹੀਰ ਵਾਰਿਸ ਸ਼ਾਹ ਤੇ ਸ਼ੇਕਸਪੀਅਰ ਦੇ ਰੋਮੀਓ ਐਂਡ ਜੂਲੀਅਟ ਨੂੰ ਅਸੀਂ ਇਕੱਠੇ ਕਰਕੇ ਅੱਜ ਦੇ ਟਾਈਮ ਵਿੱਚ ਇਸ਼ਕ ਪ੍ਰੇਮ ਦੀ ਪਰਿਭਾਸ਼ਾ ਕੀ ਹੈਗੀ, ਜਿੱਥੇ ਇੱਕ ਤਰਫ ਸਾਰਾ ਡਿਜੀਟਲ ਮੀਡੀਅਮ ਡੋਮੀਨੇਟ ਕਰ ਰਿਹਾ, ਗਲੋਬਲਾਈਜੇਸ਼ਨ ਦੇ ਯੁੱਗ ਚ। ਹਾਂਜੀ, ਉਹਨੂੰ ਦੇਖਣ ਦੀ ਕੋਸ਼ਿਸ਼ ਕੀਤੀ ਸੀ। ਉਹ ਹੀਰ ਵਾਰਿਸ ਸ਼ਾਹ ਗਾਈ ਜਾਂਦੀ ਸੀ ਤੇ ਕੁਝ ਰੋਮੀਓ ਜੂਲੀਅਟ ਦੇ ਡਾਇਲੌਗਸ ਵੀ ਹੁੰਦੇ ਸਨ। ਉਹ ਬਾਈਲਿੰਗੁਅਲ ਨਾਟਕ ਸੀ। ਹੋਰ ਉਹਦੇ ਵਾਸਤੇ ਜਿੰਨੇ ਹਿੰਦੁਸਤਾਨੀ ਕੈਲੀਫੋਰਨੀਆ ਸੈਨ ਡਿਏਗੋ ਰਹਿਣ ਵਾਲੇ ਸਾਹਮਣੇ ਸਾਨੂੰ ਆਡੀਅנס ਦਿਖੇ, ਉਹਨੇ ਹੀ ਸਾਨੂੰ ਉੱਥੋਂ ਦੇ ਲੋਕਲ ਗੋਰੇ ਵੀ ਦਿਖੇ। ਹੋਰ ਮੈਂ ਤੁਹਾਡੇ ਨਾਲ ਹੀ ਗੱਲ ਕਰਨ ਲੱਗੀ ਸੀ, ਜਦੋਂ ਤੁਸੀਂ ਪੰਜਾਬੀ ਪਲੇ ਕਰਦੇ ਹੋ, ਕਿ ਪੰਜਾਬੀ ਤੇ ਗੋਰੇ ਇਕੁਅਲ ਕੁਆਂਟੀਟੀ ਮਤਲਬ ਗਿਣਤੀ ਚ ਆਉਂਦੇ ਨੇ, ਜਾਂ ਵੱਖੋ ਵੱਖਰੇ ਮੈਂ ਪੰਜਾਬੀ ਜ਼ਿਆਦਾ ਨੇ ਗੋਰੇ? ਕਿਉਂਕਿ ਮੈਨੂੰ ਲੱਗਦਾ ਕਿ ਵੈਸੇ ਤਾਂ ਥੀਏਟਰ ਦੀ ਕੋਈ ਲੈਂਗੁਏਜ ਹੈ ਨਹੀਂ, ਪਰ ਫਿਰ ਵੀ ਤੁਹਾਡਾ ਕੀ ਉੱਥੇ ਦਾ ਮਤਲਬ ਐਕਸਪੀਰੀਅੰਸ ਹੈਗਾ ਵੀ ਕਿੱਦਾਂ? ਵੱਖ-ਵੱਖ ਥਾਵਾਂ ਤੇ ਅਲੱਗ-ਅਲੱਗ ਕਿਸਮ ਦੀ ਆਡੀਅנס ਸਾਨੂੰ ਮਿਲੀ। ਜਿਵੇਂ ਕਿਸੇ ਸਾਨੂੰ ਸੱਦਾ ਦਿੱਤਾ ਕਿ ਸਾਡੇ ਤੁਸੀਂ ਸਪੇਸ ਤੇ ਆ ਕੇ ਪਰਫਾਰਮ ਕਰੋ, ਤੇ ਉਹਨਾਂ ਦੀ ਇਨਵਾਈਟਡ ਆਡੀਅנס ਹੁੰਦੀ ਹੈ, ਤੇ ਉਹਨਾਂ ਦੀ ਇਨਵਾਈਟਡ ਆਡੀਅנס ਉਹਨਾਂ ਦੀ ਬੁਲਾਈ ਸੀ। ਜਿਵੇਂ ਇੱਕ ਹਿੰਦੁਸਤਾਨ ਦੇ ਪੰਜਾਬ ਦੇ ਰਹਿਣ ਵਾਲੇ ਸੱਜਣ ਉੱਥੇ ਸਾਨੂੰ ਨਿਯੋਤਾ ਦਿੱਤਾ, ਤੇ ਜ਼ਿਆਦਾਤਰ ਹਿੰਦੁਸਤਾਨੀ, ਜ਼ਿਆਦਾਤਰ ਪੰਜਾਬੀ ਸਨ। ਜਦੋਂ ਅਸੀਂ ਨਿਊਟਰਲ ਵੈਨਿਊ ਤੇ ਪਰਫਾਰਮ ਕਰ ਰਹੇ ਸੀ, ਜੋ ਉੱਥੋਂ ਦੇ ਫ੍ਰਿੰਜ ਫੈਸਟੀਵਲ ਸਾਨੂੰ ਸੱਦਾ ਦਿੱਤਾ ਸੀ, ਤੇ ਉੱਥੇ ਮਿਕਸ ਆਡੀਅנס ਸੀ। ਉਹ ਗੋਰੇ ਜ਼ਿਆਦਾ ਸਨ, ਪੰਜਾਬੀ ਘੱਟ ਸਨ, ਕੁਝ ਲੋਕ ਵਿੱਚ ਮਿਲੇ ਜੁਲੇ ਸਨ। ਤੇ ਜਿਵੇਂ ਅਸੀਂ ਦੁਬਈ ਗਏ ਸੀ, ਤੇ ਦੁਬਈ ਵਿੱਚ ਹਿੰਦੁਸਤਾਨੀ ਬਹੁਤ ਰਹਿੰਦੇ ਹੈਗੇ, ਉੱਥੇ ਸਾਡਾ ਦੂਜਾ ਨਾਟਕ ਸੀ। ਵੈਸੇ ਤਾਂ ਪੰਜਾਬੀ ਹਰ ਇੱਕ ਅੱਜ ਕੱਲ ਕੰਟਰੀ ਦੇ ਵਿੱਚ ਬਹੁਤ ਜ਼ਿਆਦਾ ਪੰਜਾਬੀ ਨੇ, ਪਰ ਮੈਨੂੰ ਲੱਗਦਾ ਹੁੰਦਾ ਵੀ ਕਿਤੇ ਕਿਤੇ ਇਹ ਨਾ ਹੋਵੇ ਵੀ ਕਿਤੇ ਕਈ ਥਾਵਾਂ ਤੇ ਹੁੰਦਾ ਕਿ ਪੰਜਾਬੀ ਬਹੁਤ ਜ਼ਿਆਦਾ ਪੰਜਾਬੀ ਆਉਂਦੇ ਨੇ, ਗੋਰਿਆਂ ਨੂੰ ਨਹੀਂ ਸਮਝ ਆਉਂਦੀ, ਤੇ ਉਸ ਦੀ ਗੱਲ ਕਰ ਰਹੀ ਸੀ। ਦੂਸਰਾ ਸਵਾਲ ਮੈਂ ਕਰਾਂਗੀ ਕਿ ਜਦੋਂ ਤੁਸੀਂ ਕੋਈ ਪ੍ਰੋਡਕਸ਼ਨ ਕਰਦੇ ਹੋ ਬਾਹਰ ਲਈ ਜਾਂ ਇੰਡੀਆ ਲਈ ਕਰਦੇ ਹੋ, ਤੁਸੀਂ ਪਹਿਲਾਂ ਇੰਡੀਆ ਦੇ ਵਿੱਚ ਕਿੰਨੇ ਕੁ ਸ਼ੋਅ ਕੀਤੇ ਉਹਨਾਂ ਦੇ, ਜਾਂ ਤੁਸੀਂ ਆਪਣੀ ਪ੍ਰੋਡਕਸ਼ਨ ਦੇ ਵਿੱਚ ਕਿਹੜੀ ਚੀਜ਼ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹੋ? ਮਿਊਜ਼ਿਕ ਨੂੰ? ਵੈਸੇ ਤਾਂ ਜਿਹੜਾ ਥੀਏਟਰ ਆ ਉਹ ਟੋਟੈਲਿਟੀ ਦੇ ਵਿੱਚ ਅਸੀਂ ਸਾਰੀਆਂ ਉਹਦੇ ਵਿੱਚ ਮਤਲਬ ਇੰਟਰਨਲ ਏਡਸ ਅਸੀਂ ਯੂਜ਼ ਕਰਦੇ ਹਾਂ। ਤੁਹਾਡਾ ਜਿਹੜਾ ਨਜ਼ਰੀਆ ਐਜ਼ ਏ ਡਾਇਰੈਕਟਰ, ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਕਿਹੜੀ ਚੀਜ਼ ਦੀ ਮਤਲਬ ਜ਼ਿਆਦਾ ਮਿਕਦਾਰ ਹੋਵੇ ਜਾਂ ਕਿੱਦਾਂ? ਮੈਨੂੰ ਜੇ ਆਈਡੀਆ ਦੇ ਲੈਵਲ ਤੇ ਅਗਰ ਮੈਨੂੰ ਸਮਝ ਆ ਜਾਏ, ਉਹਦੇ ਬਾਅਦ ਉਹਦਾ ਸਟੇਜ ਕਰਾਫਟ ਕੀ ਹੋਏਗਾ ਮੈਂ ਬਾਅਦ ਚੋਂ ਡਿਸਾਈਡ ਕਰਨਾ। ਮੈਂ ਕਦੇ ਵੀ ਪਹਿਲਾਂ ਤੁਸੀਂ ਸਕ੍ਰਿਪਟ, ਹਾਂਜੀ, ਤਵੱਜੋ ਬਾਅਦ ਚੋਂ ਦੇਣਾ ਕਿ ਕੰਟੈਂਟ ਕੀ ਹੈਗਾ, ਤੇ ਆਈਡੀਆ ਅਗਰ ਸਮਝ ਆ ਜਾਏ। ਜਿਵੇਂ ਹੀਰ ਸ਼ੇਕਸਪੀਅਰ ਦਾ ਵੀ ਆਈਡੀਆ ਕਲਿੱਕ ਕੀਤਾ ਸੀ। ਇਸ ਤੋਂ ਪਹਿਲਾਂ ਮੈਂ ਕੁਝ ਅਫਸਾਨੇ ਕਰਕੇ ਮੰਟੋ ਦੀ ਕਹਾਣੀਆਂ ਤੇ ਇੱਕ ਨਾਟਕ ਬਣਾਇਆ ਸੀ। ਉਹਦੇ 'ਚ ਵੀ ਆਈਡੀਆ ਸੀ ਕਿ ਮੰਟੋ ਦੀ ਜੋ ਬੈਂਡ ਕਹਾਣੀਆਂ ਨੇ, ਉਹਨਾਂ ਨੂੰ ਅਸੀਂ ਸਟੇਜ ਤੇ ਲੈ ਕੇ ਆਉਣਾ ਹੈ, ਕਿਉਂਕਿ ਤੁਸੀਂ ਉਹਨਾਂ ਕਹਾਣੀ ਦੀ ਅਡੈਪਟੇਸ਼ਨ ਕੀਤੀ ਜਾਂ ਤੁਸੀਂ ਕਹਾਣੀਆਂ ਦਾ ਅਡੈਪਟੇਸ਼ਨ ਨਾਟਕੀ ਰੂਪਾਂਤਰਣ ਕੀਤਾ ਜੀ ਸਾਰਿਆਂ ਦਾ। ਸਰ ਤੁਸੀਂ ਥੀਏਟਰ ਦੇ ਨਾਲ ਨਾਲ ਫਿਲਮਾਂ 'ਚ ਵੀ ਕਾਫੀ ਕੰਮ ਕਰ ਰਹੇ ਹੋ, ਸਾਨੂੰ ਥੋੜਾ ਜਿਹਾ ਉਹ ਵੀ ਆਪਣਾ ਰੂਪ ਦੱਸੋ ਵੀ ਕਿੱਦਾਂ ਤੁਸੀਂ ਉਸ ਲਾਈਨ 'ਚ ਆਏ ਜਾਂ ਕਿਵੇਂ ਤੁਸੀਂ ਕੰਮ ਕਰ ਰਹੇ ਹੋ? ਮੇਰਾ ਕੋਈ ਫਿਲਮ ਇੰਡਸਟਰੀ ਨਾਲ
ਰੁਝਾਨ ਵੀ ਨਹੀਂ ਸੀ। ਮੈਨੂੰ ਲੱਗਦਾ ਸੀ ਹਮ। ਕਿ ਫਿਲਮ ਬਹੁਤ ਹੀ ਘੇਰੇ 'ਚ ਕੰਮ ਕਰਦਾ ਹੈ, ਉੱਥੇ ਫ੍ਰੀडम ਬੜੀ ਘੱਟ ਹੈਗੀ, ਘੱਟ ਹੈ। ਖਾਸ ਕਰ ਮੇਰੇ ਜਿਹੇ ਕਿਰਦਾਰ ਵਾਸਤੇ। ਹੋਰ ਮੈਂ ਫਿਲਮ ਵਿੱਚ ਐਕਟਿੰਗ ਕਰਨ ਲਈ ਮੇਰਾ ਕੋਈ ਮਤਲਬ ਜ਼ਿਆਦਾ ਰੁਝਾਨ ਨਹੀਂ ਸੀ, ਲੇਕਿਨ ਕਦੇ-ਕਦੇ ਮੇਰੇ ਕੋਲ ਕੋਈ ਆਫਰ ਆ ਗਏ ਤੇ ਮੈਂ ਫਿਰ ਦੇਖ ਲੈਂਦਾ ਸੀ। ਤੇ ਤਿੰਨ ਮੈਂ ਚੰਗੇ ਰੋਲ ਨਿਭਾਏ ਹੈਗੇ ਫਿਲਮਾਂ ਨੂੰ ਲੈ ਕੇ। ਇੱਕ ਸੋਨਾਲੀ ਬੋਸ ਦੀ ਫਿਲਮ ਹੈਗੀ ਮਾਰਗਰੀਟਾ ਵਿਦ ਅ ਸਟ੍ਰॉ, ਉਹ 2015 ਵਿੱਚ ਆਈ ਸੀ। ਨਿਊਯਾਰਕ ਬੇਸਡ ਫਿਲਮ ਮੇਕਰ ਨੇ ਸੋਨਾਲੀ ਬੋਸ, ਫਿਰ ਬੰਬਈ ਦਿੱਲੀ ਵੀ ਆਣਾ ਜਾਣਾ ਉਹਨਾਂ ਦਾ ਰਹਿੰਦਾ ਹੈ। ਤੇ ਉਹਦੇ ਚ ਕਲਕੀ ਲੀਡ ਵਿੱਚ ਸੀ ਤੇ ਇੱਕ ਚੰਗਾ ਕਿਰਦਾਰ ਬਲਰਾਜ ਦਾ ਮੈਂ ਕੀਤਾ ਸੀ। ਉਹਦੇ ਬਾਅਦ 2018 ਵਿੱਚ ਇੱਕ ਸੁਨਿਤ ਸਿਨਹਾ ਨੇ, ਦਿੱਲੀ ਦੇ ਫਿਲਮ ਮੇਕਰ ਨੇ, ਉਹਨਾਂ ਇੱਕ ਫਿਲਮ ਬਣਾਈ ਰੰਜ। ਉਹ ਪੰਜਾਬ ਦਾ ਕੰਟੈਕਸਟ ਸੀ ਤੇ ਉਹਦੇ ਚ ਇੱਕ ਮੈਂ ਕੈਰੈਕਟਰ ਪਲੇ ਕੀਤਾ ਸੀ। ਤੁਸੀਂ ਐਜ਼ ਐਨ ਐਕਟਰ ਕੰਮ ਕਰਦੇ ਹੋ ਫਿਲਮਾਂ 'ਚ ਜਾਂ ਹਾਂਜੀ, ਤੁਸੀਂ ਦੋਨੋਂ ਫਿਲਮਾਂ ਚ ਐਜ਼ ਐਨ ਐਕਟਰ ਹੀ ਸੀ। ਤੇ ਤੀਜੀ ਹੁਣ ਇੱਕ ਵੈਬ ਸੀਰੀਜ਼ ਹੈਗੀ ਜੋ ਅੱਜਕੱਲ Amazon ਪ੍ਰਾਈਮ ਤੇ ਚੱਲ ਰਹੀ ਹੈ, ਬਰੀਥ ਇਨਟੂ ਦ ਸ਼ੈਡੋਜ਼, ਅਭਿਸ਼ੇਕ ਬੱਚਨ ਲੀਡ ਚ ਨੇ। ਤੇ ਉਹਦੇ ਚ ਇੱਕ ਕੈਰੈਕਟਰ ਸੀ ਪ੍ਰਿਤਪਾਲ ਸਿੰਘ ਭਾਰਜ ਦਾ, ਤੇ ਉਹ ਮੈਂ ਪਰਫਾਰਮ ਕੀਤਾ ਸੀ। ਤੇ ਤਿੰਨ ਮੇਰੇ ਮੇਜਰ ਕੰਮ ਹੈਗੇ ਫਿਲਮਾਂ ਦੇ। ਤੇ ਅੱਗੇ ਕੁਝ ਚੀਜ਼ਾਂ ਲਾਈਨਡ ਅਪ ਨੇ, ਲੇਕਿਨ ਮੇਰਾ ਸਾਰਾ ਰੁਝਾਨ ਥੀਏਟਰ, ਪਰਫਾਰਮਿੰਗ ਆਰਟਸ, ਅਟੈਲੀਅਰ ਇਹਦੇ ਜ਼ਿਆਦਾ ਹੈਗਾ। ਐਜ਼ ਐਨ ਵੈਨ ਜਦੋਂ ਕੰਮ ਆਉਂਦਾ ਤੇ ਮੈਂ ਦੇਖ ਲੈਣਾ ਜੀ। ਤੁਸੀਂ ਥੀਏਟਰ ਵੀ ਕਰ ਰਹੇ ਹੋ, ਫਿਲਮਾਂ ਵੀ ਕਰ ਰਹੇ ਹੋ, ਜਿਹੜੇ ਇੱਕ ਮਨ ਦੀ ਸਕੂਨ ਹੁੰਦਾ ਹੈ, ਮਨ ਨੂੰ ਸ਼ਾਂਤੀ ਹੁੰਦੀ ਹੈ, ਉਹ ਕਿਸ ਚੀਜ਼ ਤੁਹਾਨੂੰ ਜ਼ਿਆਦਾ ਆਉਂਦੀ ਹੈ? ਥੀਏਟਰ ਕਰਕੇ ਆਉਂਦੇ ਜਾਂ ਫਿਲਮ ਕਰਕੇ ਆਉਂਦੇ? ਜੇ ਥੀਏਟਰ ਕਰਕੇ ਆਉਂਦੇ ਤਾਂ ਕਿਉਂ? ਲਿਖ ਕੇ। ਅੱਛਾ, ਤੁਸੀਂ ਲਿਖਦੇ ਵੀ ਹੋ? ਹਾਂ, ਤੁਸੀਂ ਲਿਖਦੇ, ਅੱਛਾ, ਇਸ ਰੂਪ ਦਾ ਨਹੀਂ ਸੀ ਮੈਨੂੰ ਪਤਾ। ਉਹਦੇ ਬਾਰੇ ਵੀ ਸਾਨੂੰ ਦੱਸੋ, ਤੁਸੀਂ ਕੀ ਲਿਖਦੇ ਹੋ, ਕੀ ਇੰਟਰਸਟ ਹੈ ਤੁਹਾਡਾ? ਹੀਰ ਸ਼ੇਕਸਪੀਅਰ ਲਿਖ ਕੇ ਜੋ ਮਜ਼ਾ ਆਇਆ ਸੀ, ਜਾਂ ਮੰਟੋ ਦੀ ਕਹਾਣੀਆਂ ਨੂੰ ਜਦੋਂ ਸਟੇਜ ਉਹਦਾ ਰੂਪਾਂਤਰਣ ਹੋਇਆ, ਉਹ ਅਸੀਂ ਕਰਕੇ ਜੋ ਜਿੰਨੀ ਸ਼ਾਂਤੀ ਮਿਲੀ ਸੀ, ਉਸ ਤੋਂ ਵੱਡੀ ਸ਼ਾਂਤੀ ਨਹੀਂ ਮਿਲਦੀ। ਐਕਟਿੰਗ ਕਰਕੇ ਚੰਗਾ ਲੱਗਦਾ ਹੈ, ਲੋਕੀ ਤੁਹਾਡੀ ਤਾਰੀਫ ਕਰਦੇ ਆ। ਬਿਲਕੁਲ ਜੀ, ਬਿਲਕੁਲ ਹੈਗਾ, ਤੁਹਾਨੂੰ ਚੰਗਾ ਲੱਗਦਾ ਹੈ। ਲੇਕਿਨ ਜਦੋਂ ਤੁਸੀਂ ਕੁਝ ਲਿਖ ਲੈਂਦੇ ਹੋ ਨਾ, ਉਹਦੇ ਚ ਜਿੰਨਾ ਆਨੰਦ ਹੁੰਦਾ ਹੈ, ਉਹਨਾਂ ਆਨੰਦ ਕਿਸੇ ਕੰਮ ਚ ਨਹੀਂ ਹੈਗਾ। ਮੈਂ ਐਸ ਫਾਰ ਐਸ ਮੇਰੀ ਜੋ ਸਮਝ ਹੈ। ਨਹੀਂ, ਬਿਲਕੁਲ ਮੈਂ ਐਜ਼ ਏ ਐਕਟਰ, ਐਜ਼ ਏ ਡਾਇਰੈਕਟਰ, ਐਜ਼ ਏ ਰਾਈਟਰ ਤਾਂ ਹੀ ਤੁਹਾਨੂੰ ਪੁੱਛ ਰਹੀ ਹਾਂ। ਇੱਕ ਮੇਰੇ ਮਨ 'ਚ ਹੋਰ ਸਵਾਲ ਆ ਰਿਹਾ ਸੀ, ਤੁਸੀਂ ਪੰਜਾਬ ਦੇ ਜਾਂ ਪੰਜਾਬ ਤੋਂ ਬਾਅਦ ਹੀ ਨਾ ਡਾਇਰੈਕਟਰਸ ਨਾਲ ਕੰਮ ਕੀਤਾ। ਮੈਂ ਪੜ੍ਹਦੀ ਸੀ MK ਰਾਣਾ ਜੀ ਸਾਹਿਬ ਨਾਲ ਕੀਤਾ ਤੁਸੀਂ ਕੰਮ। ਕਿਹੜੇ ਡਾਇਰੈਕਟਰਸ ਨਾਲ ਕੰਮ ਕਰਕੇ ਤੁਹਾਨੂੰ ਕੀ ਉਹਨਾਂ ਚੋਂ ਸਿੱਖਣ ਦਾ ਮੌਕਾ ਮਿਲਿਆ? ਉਹਨਾਂ ਕੀ ਤੁਸੀਂ ਗ੍ਰੈਬ ਕੀਤਾ ਕਿ ਇਹ ਡਾਇਰੈਕਟਰ ਦੇ ਚੰਗੇ ਜਾਂ ਮਾੜੇ, ਜੋ ਵੀ ਤੁਹਾਨੂੰ ਲੱਗਿਆ ਉਹ ਵੀ ਸਾਡੇ ਨਾਲ ਸ਼ੇਅਰ ਕਰੋ। ਰॉयस्टन ਏਬਲ ਜੋ ਦਿੱਲੀ ਰਹਿੰਦੇ ਨੇ, ਵੈਸੇ ਉਹ ਇੰਟਰਨੈਸ਼ਨਲ ਡਾਇਰੈਕਟਰ ਮੈਂ ਕਹਾਂਗਾ, ਉਹ ਪੂਰੀ ਦੁਨੀਆ ਹੀ ਘੁੰਮਦੇ ਰਹਿੰਦੇ। ਉਹ 2002 ਵਿੱਚ ਉਹਨਾਂ ਨਾਲ ਮੈਂ ਇੱਕ ਨਾਟਕ ਕੀਤਾ ਸੀ, ਮਚ ਅਡੂ ਅਬਾਊਟ ਨੋਟਿੰਗੀ। ਉਹਦੇ ਚ ਉਹਨਾਂ ਦਾ ਜੋ ਸਟਾਈਲ ਸੀ ਨਾ ਕੰਮ ਕਰਨ ਦਾ, ਉਹ ਡਿਵਾਈਸ ਕਰਦੇ ਨੇ, ਉਹ ਸਕ੍ਰਿਪਟ ਤੇ ਕੰਮ ਨਹੀਂ ਕਰਦੇ। ਉਹ ਆਈਡੀਆ ਦਿੰਦੇ ਨੇ ਐਕਟਰ ਨੂੰ ਕਹਿੰਦੇ ਨੇ ਇਹਦੇ ਇਰਦ ਗਿਰਦ ਕਹਾਣੀ ਬਣਾ, ਤੇ ਐਕਟਰ ਆਪਣੀ ਡਾਇਲੌਗ ਇੰਪਰੋਵਾਈਜ਼ ਕਰਕੇ, ਇੰਪਰੋਵਾਈਜ਼ੇਸ਼ਨ। ਹਾਂਜੀ, ਇੰਪਰੋਵਾਈਜ਼ੇਸ਼ਨ ਉਹਦਾ ਟੂਲ ਹੁੰਦਾ, ਉਹਨੂੰ ਅਸੀਂ ਡਿਵਾਈਸਿੰਗ ਕਹਿੰਦੇ ਹਾਂ। ਡਿਵਾਈਸ ਕਰਕੇ ਪੂਰਾ 2-2.5 ਘੰਟੇ ਦਾ ਨਾਟਕ ਬਣਿਆ। ਬਿਲਕੁਲ, ਹੌਲੀ ਇੰਟਰਸਟਿੰਗ ਲੱਗਾ ਜੀ। ਤੁਸੀਂ ਸਾਡੇ ਆਪਣੇ ਨੈਸ਼ਨਲ ਜਿਹੜੇ ਡਾਇਰੈਕਟਰਸ ਨੇ, ਉਹਨਾਂ ਦਾ ਤੁਹਾਡਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ? ਬਹੁਤ ਹੀ ਚੰਗਾ ਜੀ। ਮੈਂ ਜਿਨ੍ਹਾਂ ਨਾਲ ਕੰਮ ਕੀਤਾ, ਸਾਰਿਆਂ ਕੋਲ ਮੈਂ ਕੁਝ ਨਾ ਕੁਝ ਸਿੱਖਿਆ। ਹੋਰ ਮੈਂ ਇਸੇ ਲਈ ਤੁਹਾਨੂੰ ਪੁੱਛ ਰਹੀ ਹਾਂ, ਤੁਸੀਂ ਕਿਹੜੇ ਡਾਇਰੈਕਟਰਸ ਨਾਲ ਕੰਮ ਕੀਤਾ ਜੋ ਤੁਸੀਂ ਨੈਸ਼ਨਲ ਲੈਵਲ ਤੇ ਕੰਮ ਕਰਦੇ? MK ਰਾਇਨਾ ਸਾਹਿਬ ਨਾਲ ਕੰਮ ਕੀਤਾ, ਅਵਤਾਰ ਸਾਹਨੀ ਜੀ ਨਾਲ ਕੰਮ ਕੀਤਾ, ਸੁਰੇਂਦਰ ਸ਼ਰਮਾ ਜੀ ਨਾਲ ਕੰਮ ਕੀਤਾ, VK ਸ਼ਰਮਾ ਦਿੱਲੀ ਖਿਲੌਣਾ ਥੀਏਟਰ ਗਰੁੱਪ ਚਲਾਉਂਦੇ ਨੇ, ਉਹਨਾਂ ਨਾਲ ਕੰਮ ਕੀਤਾ। ਇਹਦੇ ਇਲਾਵਾ ਦੇਵੇਂਦਰ ਰਾਜ ਅੰਕੁਰ ਹੈਗੇ, ਬਿਲਕੁਲ NSD ਹਾਂਜੀ, ਉਹਨਾਂ ਨਾਲ ਮੈਂ ਥੋੜਾ ਸਮਾਂ ਬਿਤਾਇਆ। ਅਨੁਰਾਧਾ ਕਪੂਰ ਮੈਮ, ਪ੍ਰੋਫੈਸਰ ਨੈਸ਼ਨਲ ਸਕੂਲ ਆਫ ਡਰਾਮਾ ਦੇ ਰਹੇ, ਉਹਨਾਂ ਦੀ ਵਰਕਸ਼ਾਪ ਅਟੈਂਡ ਕੀਤੀ। ਤੇ ਇਸ ਕਿਸਮ ਦੇ ਜੋ ਥੀਏਟਰ ਡਾਇਰੈਕਟਰ, ਮਤਲਬ ਇਹਨਾਂ ਡਾਇਰੈਕਟਰਸ ਨਾਲ ਸੰਗਤ ਕਰਕੇ ਤੁਹਾਨੂੰ ਮਤਲਬ ਲੱਗਦਾ ਤੁਸੀਂ ਗੇਨ ਕੀਤਾ। ਤੁਹਾਡੇ ਜਿਹੜੇ ਹਾਂਜੀ ਬਹੁਤ ਸੌਰੀ, ਹਾਂਜੀ, ਸਾਰਿਆਂ ਕੋਲ ਹੀ ਕੁਝ ਨਾ ਕੁਝ ਹਾਸਿਲ ਕਰੀਦਾ ਜੀ, ਸਾਰਿਆਂ ਕੋਲ ਕੁਝ ਦੇਣ ਵਾਸਤੇ ਹੁੰਦਾ ਹੈਗਾ। ਨਹੀਂ, ਮੈਂ ਇਹ ਸਾਰੇ ਗੱਲਾਂ ਇਸ ਲਈ ਪੁੱਛ ਰਹੀ ਜੀ ਕਿਉਂਕਿ ਜਿਹੜੇ ਸਾਡੇ ਨਵੇਂ ਕਲਾਕਾਰ, ਕਰਮੀ, ਆਰਟਿਸਟ, ਸਟੂਡੈਂਟ, ਮੁੰਡੇ ਕੁੜੀਆਂ ਨਾ, ਉਹਨਾਂ ਦੀ ਇੱਕ ਜਿਗਿਆਸਾ ਹੁੰਦੀ ਹੈ ਕਿ ਜੇ ਇਹਨਾਂ ਨੇ MK ਰਾਣਾ ਜੀ ਨਾਲ ਕੰਮ ਕੀਤਾ ਜਾਂ ਸਰਤਾਜ ਜੀ ਨਾਲ ਕੰਮ ਕੀਤਾ ਤਾਂ ਇਹਨਾਂ ਨੂੰ ਕੀ ਲੱਗਿਆ। ਕਿਸੇ ਵੱਡੇ ਬੰਦੇ ਦਾ ਅਸੀਂ ਨਾਂ ਲੈਣਾ ਤਾਂ ਅਸੀਂ ਆਪ ਖੁਦ ਵੱਡੇ ਹੋ ਜਾਂਦੇ ਹਾਂ, ਕਿ ਸਾਨੂੰ ਜਿਗਿਆਸਾ ਹੁੰਦੀ ਹੈ ਕਿ ਅਸੀਂ ਉਹਨਾਂ ਬਾਰੇ ਪਤਾ ਕਰੀਏ ਵੀ ਕਿੱਦਾਂ ਦਾ ਕੰਮ ਕਰਦੇ ਨੇ। ਸਰ, ਤੁਹਾਡੇ ਜਿਹੜੇ ਥੀਏਟਰ ਗਰੁੱਪ ਦੇ ਵਿੱਚ ਆਰਟਿਸਟ ਕੰਮ ਕਰਦੇ ਨੇ ਜਾਂ ਕਰ ਰਹੇ ਨੇ, ਉਹਨਾਂ 'ਚ ਕੁਛ ਏਦਾਂ ਦੇ ਆਰਟਿਸਟ ਜੋ ਅੱਜ ਕੱਲ੍ਹ ਬਹੁਤ ਵਧੀਆ ਕੰਮ ਕਰ ਰਹੇ ਨੇ? ਵੈਸੇ ਤਾਂ ਆਰਟਿਸਟ ਸਾਰੇ ਵਧੀਆ ਹੁੰਦੇ ਨੇ, ਪਰ ਫਿਰ ਵੀ ਜਿਨ੍ਹਾਂ ਤੁਹਾਨੂੰ ਲੱਗਦਾ ਕਿ ਉਹ ਥੀਏਟਰ ਦੇ ਵਿੱਚ ਜਾਂ ਫਿਲਮਾਂ ਦੇ ਵਿੱਚ ਜਾਂ ਰੇਡੀਓ ਦੇ ਵਿੱਚ ਕਿਹੜੀ ਵਿਧਾ ਦੇ ਵਿੱਚ ਉਹ ਕੰਮ ਕਰ ਰਹੇ ਨੇ, ਤੇ ਤੁਹਾਨੂੰ ਕਿੱਦਾਂ ਮਹਿਸੂਸ ਹੁੰਦਾ ਜਦੋਂ ਆਪਣਾ ਲਾਇਆ ਬੂਟਾ ਫਲ ਦੇਣ ਲੱਗਦਾ? ਬਹੁਤ ਹੀ ਚੰਗਾ ਜੀ, ਬਹੁਤ ਸੈਟਿਸਫੈਕਸ਼ਨ ਮਿਲਦੀ ਹੈ, ਬਹੁਤ ਸਬਰ ਮਿਲਦਾ ਹੈ ਕਿ 4-5 ਸਾਲ ਪਹਿਲੇ ਕੋਈ ਐਕਟਰ ਆਇਆ ਸੀ ਜਿਹਨੂੰ ਬਹੁਤ ਘੱਟ ਪਤਾ ਸੀ ਜਾਂ ਬਿਲਕੁਲ ਵੀ ਨਹੀਂ ਪਤਾ ਸੀ, ਉਹ 4-5 ਸਾਲਾਂ 'ਚ ਮਿਹਨਤ ਕਰਕੇ ਕਿੱਥੇ ਪਹੁੰਚ ਗਿਆ।
ਜਿਵੇਂ ਮੇਰੇ ਸੀਨੀਅਰ ਐਕਟਰ ਨੇ ਵੈਭਵ ਮਿਸ਼ਰਾ, ਉਹ ਲਖਨਊ ਦੇ ਰਹਿਣ ਵਾਲੇ ਨੇ, ਕੁਝ 5-1 ਸਾਲ ਪਹਿਲੇ ਗਰੁੱਪ ਨਾਲ ਜੁੜੇ ਸਨ। ਹੁਣੇ ਉਹਨਾਂ ਪਿਛਲੇ ਸਾਲ ਹੀ ਬੋਹਨ ਰਾਕੇਸ਼ ਦਾ ਆਸ਼ਾੜ ਕਾ ਇੱਕ ਡਾਇਰੈਕਟ ਕੀਤਾ ਜੀ, ਔਰ ਉਹਦੀ ਬਹੁਤ ਸਕਸੈਸਫੁਲ ਪਰਫਾਰਮੈਂਸ ਵੀ ਰਹੀ। ਅਸੀਂ ਉਹਦੇ ਰਿਪੀਟ ਸ਼ੋਜ਼ ਕਰਨ ਵਾਲੇ ਸੀ, ਫਿਰ ਕੋਵਿਡ ਹੋ ਗਿਆ। ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਤੇ ਵੈਭਵ ਮਿਸ਼ਰਾ ਹੋਰ ਵੀ ਨਾਟਕ ਅਟੈਲੇ ਰਿਪਰਟਰੀ ਦੇ ਨਾਲ ਡਾਇਰੈਕਟ ਕਰਨਗੇ। ਨਾਲ ਮੇਰੇ ਹੋਰ 2 ਸਾਥੀ ਨੇ ਜੋ ਗਰੁੱਪ ਦੇ ਅੰਦਰ ਜੋ ਸੀਨੀਅਰ, ਮੈਂ ਉਹਨਾਂ ਨੂੰ ਕਹਾਂਗਾ ਕਿ ਉਹ ਬਿਲਕੁਲ 5-5 6-6 ਸਾਲ ਕੰਮ ਕਰ ਚੁੱਕੇ ਨੇ। ਗੌਰਵ ਸੂਰੀ ਨੇ, ਮਾਨਸੀ ਗਰੋਵਰ ਨੇ, ਇਹ ਸਾਰੇ ਬਹੁਤ ਹੀ ਪਿਆਰੇ ਇਨਸਾਨ ਨੇ, ਪਿਆਰਾ ਚੰਗਾ ਕੰਮ ਕਰਦੇ ਤੇ ਬਹੁਤ ਮਿਹਨਤੀ ਲੋਕ ਨੇ। ਸਭ ਤੋਂ ਵੱਡੀ ਗੱਲ ਹੈ, ਸਭ ਤੋਂ ਵੱਡੀ, ਬਿਲਕੁਲ ਠੀਕ ਕਹਿ ਰਹੇ ਸਰ। ਜਿੱਦਾਂ ਹੁਣ ਤੁਸੀਂ ਦਿੱਲੀ ਦੇ ਵਿੱਚ ਬੈਠੇ ਹੋ, ਆਪਣਾ ਜਿਹੜੇ ਲਾਕਡਾਊਨ ਦਾ ਸਾਰਾ ਸਿਲਸਿਲਾ ਜੋ ਵੀ ਸਾਰੀ ਦੁਨੀਆ 'ਚ ਵਾਪਰ ਰਿਹਾ, ਇਸ ਦੌਰਾਨ ਤੁਸੀਂ ਕੀ ਮਹਿਸੂਸ ਕੀਤਾ ਵੀ ਥੀਏਟਰ ਜਿਹੜੇ ਆਰਟਿਸਟ ਨੇ ਜਾਂ ਥੀਏਟਰ ਰੰਗਕਰਮੀ ਨੇ, ਚਾਹੇ ਬੈਕ ਸਟੇਜ ਨੇ ਚਾਹੇ ਔਨ ਸਟੇਜ ਨੇ, ਉਹਨਾਂ ਨੇ ਆਪਣੇ ਆਪ ਨੂੰ ਕਿਵੇਂ ਬਿਜ਼ੀ ਰੱਖਿਆ? ਚਲੋ ਉਹਨਾਂ ਦਾ, ਤੁਸੀਂ ਆਪਣੇ ਆਪ ਨੂੰ ਕਿਵੇਂ ਬਿਜ਼ੀ ਰੱਖਿਆ? ਤੁਹਾਨੂੰ ਕੀ ਲੱਗਿਆ ਕਿ ਅਸੀਂ ਥੀਏਟਰ ਕਰਨ ਵਾਲੇ, ਰਿਹਰਸਲਸ ਕਰਨ ਵਾਲੇ, ਇੱਕਦਮ ਸਾਨੂੰ ਕੋਈ ਬੰਨ ਕੇ ਬਿਠਾ ਦੇ ਕਲਾਕਾਰਾਂ ਨੂੰ, ਬੜਾ ਮੁਸ਼ਕਿਲ ਹੁੰਦਾ। ਤੁਹਾਡੇ ਮਨ ਦੇ ਵਿੱਚ ਉਦੋਂ ਕਿੱਦਾਂ ਦੇ ਫੀਲਿੰਗਸ ਆਈਆਂ ਕਿ ਤੁਸੀਂ ਕਿਵੇਂ ਮਤਲਬ ਆਪਣੇ ਆਪ ਨੂੰ ਯੂਟਿਲਾਈਜ਼ ਕੀਤਾ, ਆਪਣੇ ਟਾਈਮ ਨੂੰ ਯੂਟਿਲਾਈਜ਼ ਕੀਤਾ? ਸ਼ੁਰੂ ਦੇ 15 ਦਿਨ ਲੱਗਿਆ ਕਿ ਇਹ ਥੋੜਾ ਸਾ ਸਮਾਂ ਹੋਏਗਾ, ਉਹਦੇ ਬਾਅਦ ਠੀਕ ਹੋ ਜਾਏਗਾ। ਉਹ ਹੁਣ 4 ਮਹੀਨੇ ਹੋ ਗਏ ਨੇ ਪੂਰੇ, ਉਸ ਤੋਂ ਵੱਧ ਹੀ ਹੋ ਗਏ। ਤੇ ਮੇਰੇ ਤੇ ਮਤਲਬ ਮੈਂ ਘੂਮ ਬੜਾ ਰਿਹਾ ਪਿਛਲੇ 2-1 ਸਾਲਾਂ ਤੋਂ। ਮੈਂ ਦਿੱਲੀ ਤੇ ਘੱਟ ਹੀ ਰਹਿੰਦਾ ਸੀ, ਟਰੈਵਲ ਬਹੁਤ ਚੱਲ ਰਿਹਾ ਸੀ। 4 ਮਹੀਨੇ ਅਚਾਨਕ ਇਹ ਕਦੇ ਸੋਚਿਆ ਨਹੀਂ ਸੀ ਕਿ ਘਰ ਦੇ ਅੰਦਰ ਬਣ ਜਾਵਾਂਗੇ। ਕਿਸੇ ਨੇ ਨਹੀਂ ਸੋਚਿਆ ਸੀ, ਬਿਲਕੁਲ ਜੀ, ਸਾਨੂੰ ਬੰਨ ਕੇ ਬਿਠਾਤਾ। ਸ਼ੁਰੂ ਦੇ 10-15 ਦਿਨ ਤੇ ਮੈਂ ਖੂਬ ਸੁੱਤਾ ਜੀ, ਮੈਂ ਕੱਖ ਨਹੀਂ ਕੀਤਾ। ਉਹਦੇ ਬਾਅਦ ਮੈਂ ਜਿੰਨੀ ਪੁਰਾਣੀ ਫਿਲਮਾਂ ਨਹੀਂ ਦੇਖੀਆਂ ਸਨ, ਵੈਬ ਸੀਰੀਜ਼ ਨਹੀਂ ਦੇਖੀਆਂ ਸਨ, ਉਹ ਦੇਖੀਆਂ ਜੀ। ਬਹੁਤ ਸਾਰੀ ਕਿਤਾਬਾਂ ਮੈਂ ਖਰੀਦ ਕੇ ਰੱਖੀਆਂ ਸਨ, ਨਹੀਂ ਪੜ੍ਹੀਆਂ, ਉਹ ਪੜ੍ਹੀਆਂ। ਕੁਝ ਨਵੇਂ ਕਨਸੈਪਟਸ ਨੂੰ ਮੈਂ ਲਿਖ ਪਾਇਆ, ਉਹਨਾਂ ਨੂੰ ਇੱਕ ਕਾਗਜ਼ ਤੇ ਅੱਖਰ ਦੇ ਰਾਹੀਂ ਉਤਾਰ ਪਾਇਆ। ਉਹ ਦਿਮਾਗ ਵਿੱਚ ਸਨ ਜਾਂ ਪੁਰਾਣੇ ਕਿਸੇ ਕਾਗਜ਼ ਤੇ ਲਿਖੇ ਹੋਏ ਸਨ, ਉਹਨਾਂ ਸਾਰਿਆਂ ਨੂੰ ਪੇਪਰ ਤੇ ਆ ਪਾਏ। ਮੈਨੂੰ ਇਹ ਲੱਗਦਾ ਕਿ ਅਸੀਂ ਆਉਣ ਵਾਲੇ ਟਾਈਮ ਤੇ ਉਹ ਸਾਰੇ ਜੋ ਕਨਸੈਪਟਸ ਬਣੇ ਹੋਏ, ਮੈਂ ਉਮੀਦ ਕਰਨਾ ਕਿ ਸੈਪਟੈਂਬਰ ਅਕਤੂਬਰ ਤੋਂ ਬਾਅਦ ਸਮਾਂ ਜਦੋਂ ਪ੍ਰਮਾਤਮਾ ਠੀਕ ਕਰੇ। ਹਾਂਜੀ ਸਰ, ਤੁਸੀਂ ਤੁਸੀਂ ਇਹਨਾਂ ਲਿਖ ਰਹੇ ਹੋ, ਨਾਟਕ ਵੀ ਤੁਸੀਂ ਆਪ ਅਡੈਪਟ, ਕੀ ਤੁਸੀਂ ਇਹਨਾਂ ਨੂੰ ਕੋਈ ਕਿਤਾਬੀ ਰੂਪ ਦਿੱਤਾ, ਕੋਈ ਪਬਲੀਕੇਸ਼ਨ ਤੁਸੀਂ ਸਾਨੂੰ ਰੰਗਕਰਮੀਆਂ ਨੂੰ ਦਿੱਤੀ ਕਿ ਅਸੀਂ ਉਹਨਾਂ ਨੂੰ ਪੜ੍ਹ ਕੇ ਕੁਝ ਕੰਮ ਕਰ? ਇੱਕ ਦਿੱਲੀ ਯੂਨੀਵਰਸਿਟੀ ਦੇ 2nd ਈਅਰ ਵਾਸਤੇ ਇੱਕ ਕਿਤਾਬ ਹੈਗੀ, ਸੰਸਕ੍ਰਿਤ ਡਰਾਮਾ ਹੈ, ਮ੍ਰਿਛਕਟਿਕਮ। ਉਹਨ ਮੈਂ ਐਡਿਟ ਕੀਤਾ ਸੀ। ਉਹ ਅੰਡਰ ਗ੍ਰੈਜੂਏਟ ਸਟੂਡੈਂਟਸ ਵਾਸਤੇ ਇੱਕ ਸਟੂਡੈਂਟ ਕਾਪੀ ਹੈਗੀ ਜੀ, ਲੇਕਿਨ ਉਹ ਸਾਰੀ ਟ੍ਰਾਂਸਲੇਸ਼ਨਸ ਚ ਅੰਗਰੇਜ਼ੀ ਚ, ਔਰ ਉਹ ਇੱਕ ਸਟੂਡੈਂਟ ਐਡੀਸ਼ਨ ਹੈ ਕਿ ਬੱਚੇ ਪੜ੍ਹ ਪਾਣ, ਸਮਝ ਪਾਣ ਤੇ ਇਮਤਿਹਾਨ ਵੀ ਦੇ ਪਾਣ, ਤੇ ਉਸ ਕਿਸਮ ਦਾ ਹੈਗਾ। ਮੈਂ ਅੱਗੇ ਸੋਚਣਾ ਕਿ ਜੋ ਕੁਝ ਨਾਟਕ ਮੇਰੇ ਆਪਣੇ ਲਿਖੇ ਹੋਏ ਹੈਗੇ, ਨਹੀਂ ਸਰ, ਉਹਨਾਂ ਨੂੰ ਕੰਪਾਈਲ ਕਰ ਲੈਣਾ ਚਾਹੀਦਾ, ਕਿਉਂਕਿ ਕਰਕੇ ਪਬਲਿਸ਼ ਕਰਾ ਸਰਕੂਲੇਟ ਹੁੰਦੇ ਰਹਿਣ। ਹਾਂਜੀ ਹਾਂ, ਬਿਲਕੁਲ ਹੋਣਾ ਚਾਹੀਦਾ। ਉਹ ਮੇਰੀ ਕੋਸ਼ਿਸ਼ ਹੈਗੀ। ਉਹਦੇ ਚ ਕੁਝ ਨੁੱਕੜ ਨਾਟਕ ਵੀ ਹੈਗੇ, ਉਹਦੇ ਚ ਕੁਝ ਸਟੇਜ ਨਾਟਕ। ਨੁੱਕੜ ਨਾਟਕ ਤੋਂ ਮੈਨੂੰ ਯਾਦ ਆ, ਇੱਕ ਸਵਾਲ ਆਇਆ ਸੀ ਕਿ ਤੁਸੀਂ ਨੁੱਕੜ ਨਾਟਕ ਵੀ ਖੇਡੇ ਜਾਂ ਖੇਡ ਰਹੇ ਹੋ? ਕੀ ਤੇ ਨੁੱਕੜ ਨਾਟਕ ਪ੍ਰਤੀ ਨਜ਼ਰ? ਗਾਰਗੀ ਕਾਲਜ ਦਿੱਲੀ ਯੂਨੀਵਰਸਿਟੀ ਮੈਨੂੰ ਕੁਝ ਸਾਲ ਇਨਵਾਈਟ ਕੀਤਾ ਕਿ ਮੈਂਟੋਰ ਕਰੋ ਉਹਨਾਂ ਦੇ ਬੱਚਿਆਂ ਨਾਲ। ਉੱਥੇ ਜੋ ਥੀਏਟਰ ਗਰੁੱਪ ਹੈਗਾ, ਮੈਂ ਉਹਨਾਂ ਨਾਲ 5-1 ਸਾਲ ਕੰਮ ਕੀਤਾ ਤੇ 5 ਨੁੱਕੜ ਨਾਟਕ ਬਣਾਏ। ਔਰ ਇੱਕ ਨਾਟਕ ਜੋ ਮੈਨੂੰ ਬਹੁਤ ਯਾਦ ਹੈ, ਉਹਦਾ ਨਾਮ ਹੈ ਚਾਚਾ ਚੌਧਰੀ ਔਰ ਦੀਨਾਨਾਥ ਬੱਤਰਾ ਕੀ ਵਾਪਸੀ। ਉਹ ਬੇਸਿਕਲੀ ਲੰਮਾ ਜਿਹਾ ਹੈਗਾ, ਲੇਕਿਨ ਕਾਮਿਕਸ ਨਿਕਲਿਆ ਸੀ ਬਚਪਨ ਚ। ਇਹ ਉਹ ਟਾਈਮ ਸੀ ਜਦੋਂ ਦਿੱਲੀ ਯੂਨੀਵਰਸਿਟੀ ਦੇ ਅੰਦਰ ਅਕੈਡਮਿਕ। ਇੱਕ ਮਿੰਟ, ਤੁਸੀਂ ਆਪਣੀ ਗੱਲ ਰਿਪੀਟ ਕਰੋਗੇ? ਇੰਟਰਨੈਟ ਕਨੈਕਸ਼ਨ ਕਰਕੇ ਤੁਹਾਡੀ ਗੱਲ ਸਮਝ ਨਹੀਂ ਆ ਪਾਈ। ਬੈਨਿੰਗ ਚੱਲ ਪਈ ਜੀ, ਤੁਹਾਡੀ ਆਵਾਜ਼ ਨਹੀਂ ਆਈ, ਤੁਸੀਂ ਦੁਬਾਰਾ ਰਿਪੀਟ ਕਰੋਗੇ? ਹਾਂ ਸਰ, ਮੈਂ ਕਹਿ ਰਹੀ ਸੀ ਕਨੈਕਸ਼ਨ ਦੀ ਥੋੜੀ ਪ੍ਰੋਬਲਮ ਆਈ ਸੀ, ਤੁਹਾਡੀ ਗੱਲ ਸਮਝ ਨਹੀਂ ਆਈ। ਨੁੱਕੜ ਨਾਟਕ ਤੋਂ ਆਪਾਂ ਸ਼ੁਰੂ ਕਰਦੇ ਹਾਂ। ਨੁੱਕੜ ਨਾਟਕ ਤੁਸੀਂ ਕਦੋਂ ਖੇਡੇ ਤੇ ਕਿਵੇਂ ਕਰ ਰਹੇ ਹੋ ਨੁੱਕੜ ਨਾਟਕ ਦੇ ਕੰਮ? ਮੈਂ ਜਿਵੇਂ ਦੱਸ ਰਿਹਾ ਸੀ, ਗਾਰਗੀ ਕਾਲਜ ਦੇ ਨਾਲ ਮੈਂ 5 ਨਾਟਕ, ਨੁੱਕੜ ਨਾਟਕ 5 ਸਾਲਾਂ ਚ ਕਰਾਏ ਸਨ। ਤੇ ਇੱਕ ਨੁੱਕੜ ਨਾਟਕ ਜੋ ਮੈਨੂੰ ਯਾਦਗਾਰੀ, ਮੈਨੂੰ ਯਾਦ ਰਹਿੰਦਾ ਹੈ, ਉਹ ਸੀ ਚਾਚਾ ਚੌਧਰੀ ਔਰ ਦੀਨਾਨਾਥ ਬੱਤਰਾ ਕੀ ਵਾਪਸੀ। ਅੱਛਾ, ਸੀ। ਉਹ ਕਾਮਿਕਸ ਪੜ੍ਹਨਾ ਚਾਚਾ ਸ਼ਿਫਟ ਸੀ, ਔਰ ਉਸ ਨਾਟਕ ਨੂੰ ਬਣਾਉਣ ਦਾ ਪ੍ਰੋਸੈਸ ਮੈਨੂੰ ਬੜਾ ਇੰਟਰਸਟਿੰਗ ਲੱਗਾ। ਉਹਦੇ ਚ ਅਸੀਂ ਬਹੁਤ ਭਾਜੀ, ਮੈਂ ਤੁਹਾਡੇ ਫਿਊਚਰ ਪਲੈਨਿੰਗ, ਹਾਂਜੀ, ਹੋਰ ਨੇ ਏਕੇ ਰਾਮਾਨੁਜਨ ਦਾ ਕੈਸੇ ਹੈਗਾ। ਹਾਂਜੀ ਸੌਰੀ, ਹਾਂਜੀ, ਸਾਡੇ ਦਰਸ਼ਕ ਵੀ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਨੇ ਤੇ ਮੇਰੇ ਮਨ ਦੇ ਵਿੱਚ ਵੀ ਇੱਛਾ ਹੈ ਕਿ ਤੁਸੀਂ ਫਿਊਚਰ ਚ ਕੀ ਸਾਨੂੰ ਪ੍ਰੋਡਕਸ਼ਨ ਦੇ ਰਹੇ ਹੋ, ਕੀ ਕਲਾਕਾਰਾਂ ਨੂੰ, ਦਰਸ਼ਕਾਂ ਨੂੰ ਕੀ ਦਿਖਾ ਰਹੇ ਹੋ?
ਮੈਂ ਇੱਕ ਦਸਤਾਨਾ ਤੇ ਕੰਮ ਕਰ ਰਿਹਾ ਜੀ। ਇੱਕ ਘਰ ਬੈਠ ਕੇ ਅਸੀਂ ਸੋਚ ਰਹੇ ਹਾਂ ਕਿ ਦਸਤਾਨ ਇਸ ਸਮੇਂ ਲਾਰਜਰ ਆਡੀਅנס ਨੂੰ ਰੀਚ ਕਰਨ ਦਾ ਇੱਕ ਚੰਗਾ ਤਰੀਕਾ ਹੈ, ਤੇ 4-5 ਦਸਤਾਨਾ ਮੇਰੇ ਗਰੁੱਪ ਦੇ ਲੋਕ ਲਿਖ ਰਹੇ ਨੇ। ਇੱਕ ਦਸਤਾਨੇ ਗੁਰੂ ਨਾਨਕ ਲਿਖੀ ਗਈ ਹੈਗੀ, ਇੱਕ ਮੇਰੀ ਐਕਟਰ ਹੈ ਉਸ ਦਸਤਾਨ ਚਾਹ ਤੇ ਲਿਖ ਰਹੀ ਹੈ, ਉਹਦਾ ਨਾਮ ਹੈ ਦਸਤਾਨੇ ਚਾਏ, ਚਾਹੇ ਮਤਲਬ ਟੀ ਟੀ ਤੇ ਉਹ ਪੂਰੀ ਦਾਸਤਾਨ ਉਹਦੇ ਤੇ ਡਿਵੈਲਪ ਕਰ ਰਹੀ ਹੈ। ਇੱਕ ਮੇਰਾ ਐਕਟਰ ਹੈ ਉਹ ਕਬੀਰ ਸਾਹਿਬ ਤੇ ਦਾਸਤਾਨ ਲਿਖ ਰਿਹਾ ਹੈ। ਅੱਛਾ, ਵੱਡੇ ਪ੍ਰੋਜੈਕਟ ਤੇ ਕੰਮ ਕਰ ਰਹੇ। ਹਾਂਜੀ, ਇਹ ਦਾਸਤਾਨਾਂ ਇੱਕ ਵਾਰ ਬਣ ਜਾਣਗੀਆਂ, ਉਹ ਆਨਲਾਈਨ ਅਸੀਂ ਸਾਰਿਆਂ ਤੱਕ ਪਹੁੰਚ ਪਾਵਾਂਗੇ। ਪਰਮਾਤਮਾ ਕਰੇ ਤੁਹਾਡੀਆਂ ਜੋ ਤੁਸੀਂ ਸੁਪਨੇ ਲਏ ਨੇ ਪੂਰੇ ਕਰੋ, ਸਾਡੀ ਝੋਲੀ ਪਾਓ ਰੰਗ ਕਰਨੀਆਂ ਦੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕੁਲਜੀਤ ਜੀ, ਤੁਸੀਂ ਸਾਨੂੰ ਆਪਣਾ ਟਾਈਮ ਦਿੱਤਾ ਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ। ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ, ਥੋੜਾ ਜਿਹਾ ਮੈਨੂੰ ਕੁਐਸਚਨ ਆਇਆ ਕਿ ਤੁਹਾਨੂੰ ਜਿਹੜਾ 20 ਮੰਚ ਕੰਮ ਕਰ ਰਿਹਾ ਵਰਚੁਅਲ ਮੰਚ, ਇਹਦੇ ਬਾਰੇ ਤੁਸੀਂ ਕੀ ਕਰੋ? ਕਿਉਂਕਿ ਇਹ ਵੀ ਇੱਕ ਸਾਡੇ ਥੀਏਟਰ ਦੀ ਜ਼ਿੰਦਗੀ ਦੇ ਵਿੱਚ, ਮੈਂ ਤਾਂ ਅਜੇ ਬਹੁਤ ਛੋਟੀਆਂ, ਜਿਹੜੇ ਸਾਡੇ ਬਜ਼ੁਰਗ ਉਹਨਾਂ ਦੀ ਜ਼ਿੰਦਗੀ 'ਚ ਪਹਿਲੀ ਵਾਰ ਏਦਾਂ ਦਾ ਆਨਲਾਈਨ ਜਿਹੜਾ ਥੀਏਟਰ ਫੈਸਟੀਵਲ ਆਇਆ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਤੁਹਾਨੂੰ ਕੀ ਲੱਗਦਾ ਹੈ ਕਿ ਵੀ ਇਹ ਇੱਕ ਸਮੇਂ ਦੀ ਕਾਢ ਹੈ ਜਾਂ ਸਾਡੀ ਲੋੜ ਸੀ, ਜਾਂ ਕੀ ਸੀ, ਕਿਸ ਆਸਪੈਕਟ ਨਾਲ ਤੁਸੀਂ ਇਸ ਚੀਜ਼ ਨੂੰ ਦੇਖਦੇ ਹੋ? ਮੈਨੂੰ ਦੋ ਗੱਲਾਂ ਲੱਗਦੀਆਂ ਨੇ। ਮੈਨੂੰ ਲੱਗਦਾ ਹੈ ਕਿ ਕਰੋਨਾ ਸਾਨੂੰ ਜ਼ਬਰਦਸਤੀ ਕਿਵੇਂ ਜੀ ਸਿਚੁਏਸ਼ਨ 'ਚ ਪਾ ਦਿੱਤਾ ਹੈ ਜਿੱਥੇ ਹੁਣ ਸਾਨੂੰ ਕਰਨਾ ਪੈ ਰਿਹਾ ਹੈ, ਔਰ ਸਿੱਖਣਾ ਵੀ ਪੈ ਰਿਹਾ। ਬਹੁਤ ਸਾਰੇ ਲੋਕ ਜੋ ਨਹੀਂ ਜਾਣਦੇ ਉਹ ਵੀ ਕਰ ਰਹੇ ਨੇ। ਪਹਿਲੀ ਮੈਨੂੰ ਵੀ ਲੱਗਦਾ ਕਿ ਸਾਨੂੰ ਡੈਸਪਰੇਟ ਨਹੀਂ ਹੋਣਾ ਚਾਹੀਦਾ। ਚੰਗਾ ਸਮਾਂ, ਠੀਕ ਠਾਕ ਸਮਾਂ ਜਿੱਥੇ ਥੀਏਟਰ ਦੁਬਾਰਾ ਖੁੱਲਣਗੇ, ਜਲਦੀ ਆਏਗਾ। ਨਹੀਂ, ਮੈਂ ਤੁਹਾਡਾ ਮੇਰਾ ਜਿਹੜਾ ਸਵਾਲ ਸੀ ਇਹ ਸੀ ਵੀ ਜਿਹੜਾ 20 ਮੰਚ ਵਰਚੁਅਲ ਮੰਚ ਕਰ ਰਿਹਾ, ਤੁਹਾਡੀ ਨਜ਼ਰ ਦੇ ਵਿੱਚ ਕੀ ਇਹ ਮਤਲਬ ਠੀਕ ਹੋ ਰਿਹਾ ਜਾਂ ਕਿੱਦਾਂ ਤੁਹਾਨੂੰ ਲੱਗਦਾ? ਅਡੈਪਟ ਤੇ ਕਰਨਾ ਪਏਗਾ। ਹੋਰ ਜੋ 20 ਮੰਚ ਕਰ ਰਿਹਾ ਹੈ ਉਹ ਬੇਸਿਕਲੀ ਅਡੈਪਟੇਬਿਲਿਟੀ ਦਾ ਹੀ ਕੰਮ ਹੈਗਾ। ਅਸੀਂ ਘਰ ਬੈਠ ਕੇ 4 ਮਹੀਨੇ ਕੱਟ ਗਏ, ਹੋਰ 4 ਮਹੀਨੇ ਕੱਟ ਦੇਾਂਗੇ, ਪਤਾ ਨਹੀਂ। ਹਾਂਜੀ, ਬਿਲਕੁਲ, ਕਿੰਨਾ ਸਮਾਂ ਸੀ ਆਪਣਾ। ਮੈਨੂੰ ਜੋ ਕੰਟਰੀਬਿਊਟ ਕਰ ਰਿਹਾ ਕਿ ਕੁਝ ਉਹਦੇ 'ਚ ਅਸੀਂ ਕਰ ਲਈਏ, ਜੋ ਅਸੀਂ ਘਰ ਬੈਠ ਕੇ ਬਣਾ ਬਟ ਸ਼ੋ ਆਈ ਥਿੰਕ ਬਹੁਤ ਹੀ ਚੰਗਾ ਕੰਮ ਹੈਗਾ। ਹੋਰ ਐਵੇਂ ਦੇ ਕੰਮ ਨੂੰ ਸ਼ਾਬਾਸ਼ ਕਰਨਾ ਬਣਦਾ। ਬਿਲਕੁਲ ਬਿਲਕੁਲ, ਹਾਂਜੀ। ਸ਼ੁਕਰੀਆ ਕੁਲਜੀਤ ਜੀ ਤੁਹਾਡਾ, ਬਹੁਤ ਬਹੁਤ ਤੁਸੀਂ ਇੰਨਾ ਟਾਈਮ ਸਾਨੂੰ ਦਿੱਤਾ। ਸਾਡੇ ਦਰਸ਼ਕਾਂ ਵੱਲੋਂ ਸ਼ੁਕਰੀਆ। ਹਾਂਜੀ, ਥੈਂਕ ਯੂ। ਦੋਸਤੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬੜੇ ਵਧੀਆ ਤੇ ਬੜੇ ਭਾਵਪੂਰਨ ਅਸੀਂ ਵਿਚਾਰ ਸੁਣੇ। ਗੱਲ ਕਰਦੇ ਕਰਦੇ ਮੇਰੇ ਮਨ 'ਚ ਖਿਆਲ ਆ ਰਿਹਾ ਸੀ ਕਿ 20 ਮੰਚ ਕੀ ਕਰ ਰਿਹਾ। ਬਹੁਤ ਸਵਾਲ ਨੇ ਲੋਕਾਂ ਦੇ ਮਨਾਂ 'ਚ। ਠੀਕ ਹੈ, ਥੀਏਟਰ ਲਾਈਵ ਮੀਡੀਅਮ ਹੈ, ਉਹ ਤਾਂ ਕਦੇ ਵੀ ਖਤਮ ਨਹੀਂ ਹੋ ਸਕਦਾ ਤੇ ਨਾ ਹੀ ਹੋਣਾ। ਇਸ ਸਮੇਂ ਦੇ ਵਿੱਚ ਮੇਰੀ ਪਰਸਨਲ ਓਪੀਨੀਅਨ ਹੈ, ਜਿਹੜਾ ਮੇਰਾ ਪਰਸਨਲ, ਇਹ ਮੈਂ ਕੋਈ ਐਜ਼ ਐਨ ਐਂਕਰ ਨਹੀਂ ਗੱਲ ਕਰ ਰਹੀ, ਮੈਨੂੰ ਵੀ ਗੱਲ ਕਰਨ ਦਾ ਮੌਕਾ ਮਿਲਣਾ ਚਾਹੀਦਾ, ਮੈਂ ਉਸ ਸੰਦਰਭ 'ਚ ਗੱਲ ਕਰ ਰਹੀ ਹਾਂ। ਅਸੀਂ 3 ਮਹੀਨਿਆਂ ਤੋਂ ਬੜੇ ਸ਼ਾਂਤ ਬੈਠੇ ਸੀ, ਬੜੇ ਪਰੇਸ਼ਾਨ ਬੈਠੇ ਸੀ, ਬੜੇ ਦੁਖੀ ਬੈਠੇ ਸੀ, ਸੋਚ ਨਹੀਂ ਸਕਦੇ ਸੀ। ਠੀਕ ਹੈ, ਕੰਮ ਕਰ ਰਹੇ ਸੀ ਸਾਰੇ ਆਰਟਿਸਟ, ਏਦਾਂ ਦੀ ਕੋਈ ਗੱਲ ਨਹੀਂ। ਕੋਈ ਸਕ੍ਰਿਪਟਾਂ ਪੜ੍ਹ ਰਿਹਾ, ਕੋਈ ਨਾਟਕ ਤਿਆਰ ਫੋਨ ਤੇ। ਅਸੀਂ ਜਿੱਦਾਂ ਸਾਡਾ ਗਰੁੱਪ ਸਾਰਥਕ ਰੰਗਮੰਚ, ਫੋਨ ਤੇ ਹੀ ਨਾਟਕਾਂ ਦੇ ਅਸੀਂ 3 ਨਾਟਕ ਤਿਆਰ ਕਰ ਲਏ, ਰਿਹਰਸਲ ਸਾਡੀਆਂ ਹੋ ਗਿਆ, ਰੀਡਿੰਗਸ ਹੋ ਗਿਆ। ਪਰ 20 ਮੰਚ ਦੀ ਜਿਹੜੀ ਸਭ ਤੋਂ ਵੱਡੀ ਮੈਨੂੰ ਖਾਸੀਅਤ ਲੱਗੀ ਕਿ ਤੁਸੀਂ ਕੁਛ ਵੀ ਕਰ ਸਕਦੇ ਹੋ। ਠੀਕ ਹੈ, ਅਸੀਂ, ਸਾਡਾ ਏਜ ਗਰੁੱਪ ਹੈ ਜਿਹੜਾ, ਸਾਡੀ ਮੇਰੇ ਕੰਟੈਂਪਰੇਰੀ ਜਾਂ ਮੇਰੇ ਸੀਨੀਅਰ ਨੂੰ ਇਸ ਟੈਕਨੋਲੋਜੀ ਬਾਰੇ ਨਹੀਂ ਇੰਨੀ ਨੌਲੇਜ ਰੱਖਦੇ। ਪਰ ਮਤਲਬ ਗੁਰਵਿੰਦਰ ਜੀ ਦਾ ਬਹੁਤ ਵੱਡਾ ਐਫਰਟ ਹੈ ਕਿ ਉਹਨਾਂ ਨੇ ਸਾਨੂੰ ਮੀਡੀਆ ਨਾਲ ਜੋੜਿਆ ਕਿ ਤੁਸੀਂ ਕਿੱਦਾਂ ਜਿਹੜੀ ਸੋਸ਼ਲ ਮੀਡੀਆ ਨੂੰ ਕਿੱਦਾਂ ਯੂਜ਼ ਕਰ ਸਕਦੇ ਹੋ। ਬਹੁਤ ਵਧੀਆ ਗੱਲ ਹੈ। ਉਸ ਤੋਂ ਪਹਿਲਾਂ ਅਸੀਂ ਸੁਸਤ ਬੈਠੇ ਸੀ, ਫੋਨ ਕਰਦੇ ਸੀ ਇੱਕ ਦੂਜੇ ਨੂੰ, ਪਰ ਚੰਗਾ ਲੱਗਿਆ ਕਿ ਇਸ ਮੰਚ ਨੇ, ਹੁਣ ਹੋਰ ਬਹੁਤ ਸਾਰੇ ਸਾਡੇ ਰਵੀ ਤਨੇਜਾ ਜੀ ਕਰ ਰਹੇ ਨੇ, ਕੋਕੋਨਟ ਗਰੁੱਪ ਕਰ ਰਹੇ, ਬਹੁਤ ਸਾਰੇ ਗਰੁੱਪਸ ਕਰ ਰਹੇ ਨੇ, ਬਹੁਤ ਸਾਰਾ ਕੰਮ ਕਰ ਰਹੇ ਨੇ, ਵਧੀਆ ਲੱਗਦਾ। ਪਰ ਥੀਏਟਰ ਆਲਵੇਜ਼ ਜਿੰਦਾ ਰਹੇਗਾ, ਥੀਏਟਰ ਮੀਡੀਅਮ ਹੀ ਜਿੰਦਾ, ਥੀਏਟਰ ਸਟੇਜ ਤੇ ਹੀ ਹੋਏਗਾ। ਇਹਦਾ ਬਦਲ ਹੈ। ਪ੍ਰੋਗਰਾਮ ਦੀ ਜਿਹੜੀ ਇੱਕ ਰੂਪਰੇਖਾ ਬਣਾਈ, ਬਹੁਤ ਹੀ ਸ਼ਲਾਘਾਯੋਗ ਹੈ। ਅਸੀਂ ਘੱਟੋ ਘੱਟ ਮੈਂ 20-25 ਆਰਟਿਸਟਾਂ ਨੂੰ ਮਿਲ ਸਕੀ ਜਿਨ੍ਹਾਂ ਨੂੰ ਮੈਂ ਕਦੇ ਨਹੀਂ ਸੁਣਿਆ ਸੀ ਤੇ ਨਹੀਂ ਮਿਲਿਆ ਸੀ। ਤਾਂ ਬਹੁਤ ਬਹੁਤ ਸ਼ੁਕਰੀਆ ਗੁਰਵਿੰਦਰ ਜੀ ਦਾ, ਸਾਰੀ ਟੀਮ ਦਾ, ਖਾਸ ਕਰਕੇ ਮੇਰੇ ਫੇਸਬੁੱਕ ਫਰੈਂਡਸ ਦਾ। ਅਸੀਂ ਬਹੁਤ ਸਾਰੇ ਦੋਸਤਾਂ ਦੇ ਨਹੀਂ ਪੜ੍ਹ ਸਕੇ ਜਾਂ ਨਹੀਂ ਮੈਸੇਜ ਦੇ ਜਵਾਬ ਦੇ ਸਕੇ, ਕਿਉਂਕਿ ਸਾਨੂੰ ਲਾਲਚ ਹੁੰਦਾ ਕਿ ਜਿਹੜਾ ਸਾਡੇ ਕੋਲ ਗੈਸਟ ਆਇਆ ਸੀ ਉਹਨੂੰ ਵੱਧ ਸੁਣੀਏ। ਕੋਸ਼ਿਸ਼ ਹੁੰਦੀ ਆ ਅਸੀਂ ਉਸ ਤੋਂ ਕੁਛ ਨਾ ਕੁਛ ਗ੍ਰੈਬ ਕਰੀਏ, ਕੁਛ ਨਾ ਕੁਛ ਆਪਣੀ ਝੋਲੀ ਪਾਈਏ। ਤੇ ਤੁਸੀਂ ਵੀ ਸਾਰੇ ਪਾ ਰਹੇ ਹੋ। ਇਸੇ ਤਰ੍ਹਾਂ ਜੁੜਦੇ ਰਹੋ, ਵੱਡੀ ਗਿਣਤੀ ਜੁੜਦੇ ਰਹੋ। ਅਸੀਂ ਇਸੇ ਆਸ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਖਤਮ ਕਰਦੇ ਹਾਂ। ਕੱਲ ਨਵੇਂ ਕਲਾਕਾਰ ਨਾਲ, ਨਵੀਂ ਪ੍ਰੋਡਕਸ਼ਨ ਨਾਲ, ਨਵੇਂ ਸੁਨਹਿਰੀ ਬੋਲਾਂ ਨਾਲ ਫਿਰ ਮਿਲਦੇ ਆ, ਫਿਰ ਤਾਜ਼ੇ ਹੁੰਦੇ ਆ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਇੱਕ ਲੜਾਈ ਹੱਦਾਂ ਉੱਤੇ ਫੌਜੀ ਲੜਨ ਹਜ਼ਾਰਾਂ,
ਦੂਜੀ ਤੰਗੀਆਂ ਮਾਰੇ ਲੋਕੀ ਨਾਲ ਲੜਨ ਸਰਕਾਰਾਂ ਤੀਜੀ ਵਿੱਚ ਸਿਰ ਪਾੜ ਪਾਈ ਦਾ ਪਾਈ ਮਾਰ ਦੇ ਟਾਰਾਂ ਚੌਥੀ ਜੀ ਦੀਆਂ ਸਾਨੂੰ ਯਾਰੋ ਨਾ ਖਬਰਾਂ ਨਾ ਸਾਰਾਂ ਵਿੱਚ ਕਰਾਂ ਦੇ ਲੜਨ ਕੱਲੀਆਂ ਨਸ਼ੇ ਖੋਰਾਂ ਦੀਆਂ ਨਾਰਾਂ ਵਿੱਚ ਕਰਾਂ ਦੇ ਲੜਨ ਕੱਲੀਆਂ ਨਸ਼ੇ ਖੋਰਾਂ ਦੀਆਂ ਨਾਰਾਂ ਨਸ਼ੇ ਖੋਰਾਂ ਦੀਆਂ ਨਾਰਾਂ